पाकिस्तान की फौज है जिहदे कोल देश है। सो मैनू लगता पंजाब की पुलिस है जिहदे कोल स्टेट है। एक ऐसी लेडी जिहड़ी बार बार बॉर्डर क्रॉस करे, पंजाब के चीफ मिनिस्टर के घर रहिंदी होवे, उहनूं पाकिस्तान का ISI कुछ कहे ही ना। मैं फौजी रहा, मैं होम मिनिस्टर रहा। होम मिनिस्टर रहंदे तो तुसीं आह कारज कीते ने कि तुसीं ड्रोनां नूं नहीं रोक सके, तुसीं ड्रग्स नूं नहीं रोक सके। सो जे तुहाडे रिश्ते पाकिस्तान नाल नहीं ठीक, करतारपुर कॉरीडोर किवें अमन का कॉरीडोर बन जाएगा, जिहड़ा इत्थों दे घट गिणती दे वर्ग ने, भावें मुसलमान होण चाहे सिख होण, उन्हां नूं ना भड़काओ, डरा के लोगों की नवा आतंकवाद आ गया। और ये गल ना करनी कि भाई लोगों को कौन तंग कर रहा है और उन्हां नाल तुसीं मिल जाओ जाके। अज लाइन जिहड़ी थोड़े ते खिंचवाती है, जिहदे च कैप्टन साहब हंगारा भर रहे बीजेपी नाल, ये हुण इधरला अद्धा पंजाब मोदी साहब के थले हो गया ते अद्धा पंजाब हले पता नहीं। कैप्टन साहब नूं ये गुस्से की राजनीति छड्ड देनी चाहिए है। मोदी साहब ने मनना ही सी, फिर साल पर इन्हां नूं खराब क्यों किया, खज्जल क्यों किया? ਤੁਹਾਡੇ ਕੋਲੇ ਵਿਜ਼ਨ ਕੀ ਹੈ ਪੰਜਾਬ ਨੂੰ ਬਚਾਉਣ ਤੇ ਪੰਜਾਬ ਨੂੰ ਅੱਗੇ ਲਿਜਾਣ ਦਾ, ਤਾਂ ਕਿ ਪੰਜਾਬ ਆਪਣੇ ਪੈਰਾਂ ਸਿਰ ਖੜ ਸਕੇ? ਹੁਣ ਸਵਾਲ ਇਹ ਉੱਠਦਾ ਹੈ ਕਿ ਤੁਸੀਂ ਜੇ 4 ਸਾਲ ਦੇ ਹੋਮ ਮਿਨਿਸਟਰ ਸੀ, 4.25 ਸਾਲ ਦੇ, ਆਹੀ ਪੰਜਾਬ ਪੁਲਿਸ ਤੁਹਾਡੇ ਥੱਲੇ ਸੀ, ਉਹਦੇ ਨਾਲ ਤੁਸੀਂ ਆਹ ਰੋਕ ਕਿਉਂ ਨਹੀਂ ਸਕੇ ਸਾਰਾ ਕੁਝ? 에ਅਰ ਫੋਰਸ ਦੇ ਕੋਲ ਰਡਾਰ ਨੇ, ਉਹ ਰਡਾਰਾਂ ਨਾਲ ਤੁਹਾਨੂੰ ਪਤਾ ਹੀ ਲੱਗਦਾ ਕਿ ਡਰੋਨ ਆ ਰਿਹਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV ਤੇ ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਤੇ ਪੰਜਾਬੀਆਂ ਦੀ, ਨਾ ਗੱਲ ਇੱਧਰ ਦੀ ਤੇ ਨਾ ਗੱਲ ਉੱਧਰ ਦੀ, ਸਿੱਧੀ ਗੱਲ ਪੰਜਾਬ ਤੇ ਪੰਜਾਬੀਅਤ ਦੀ। ਗੱਲ ਹੋਣੀ ਚਾਹੀਦੀ ਆ ਪੰਜਾਬ ਦੇ ਉਹਨਾਂ ਮੁੱਦਿਆਂ ਦੀ, ਜਿਹਨਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਅੱਜ ਸੰਘਰਸ਼ ਕਰ ਰਿਹਾ। ਪੰਜਾਬ ਨੂੰ ਜਿਹੜੀ ਦਿਸ਼ਾ ਚਾਹੀਦੀ ਹੈ ਉਹ ਕਿਵੇਂ ਮਿਲੇ, ਪੰਜਾਬ ਦੀ ਕਿਸਾਨੀ ਨੂੰ ਦਿਸ਼ਾ ਕਿਵੇਂ ਮਿਲੇ, ਪੰਜਾਬ ਦੀ ਜਵਾਨੀ ਨੂੰ ਨੌਜਵਾਨੀ ਨੂੰ ਦਿਸ਼ਾ ਕਿਵੇਂ ਮਿਲੇ, ਕੀ ਏਜੰਡੇ ਹੋਣ, ਕਿਵੇਂ ਪੰਜਾਬ ਅੱਗੇ ਵਧੇ, ਤੇ ਉਹ ਕਿਹੜੇ ਲੋਕ ਨੇ ਜਿਹੜੇ ਪੰਜਾਬ ਪੱਖੀ ਸੋਚਦੇ ਨੇ, ਦਿਲਾਂ ਦੇ ਵਿੱਚੋਂ ਕੁਝ ਪੰਜਾਬ ਲਈ ਕਰਨਾ ਚਾਹੁੰਦੇ ਨੇ, ਜਿਨ੍ਹਾਂ ਦੇ ਅੰਦਰ ਪੰਜਾਬ ਦੇ ਲਈ ਕੁਝ ਕਰਨ ਦਾ ਜਜ਼ਬਾ ਹੈ, ਸਿਆਸਤ ਤੋਂ ਪਾਸੇ ਹਟ ਕੇ। ਚਾਹੇ ਸਿਆਸਤ ਵੱਡੀ ਭੂਮਿਕਾ ਵੀ ਨਿਭਾਉਂਦੀ ਆ, ਪਰ ਪੰਜਾਬ ਨਾਲ ਜਿਹੜੀ ਹੈ ਕੁਛ ਮਰਨ ਦੀ ਜਿਹੜੀ ਉਹਨਾਂ ਦੇ ਵਿੱਚ ਜਜ਼ਬਾ ਹੁੰਦਾ, ਉਹੀ ਜਿਹੀ ਸ਼ਖਸੀਅਤ ਸਾਡੇ ਕੋਲ ਅੱਜ ਆਏ ਨੇ ਸਾਡੇ ਸਟੂਡੀਓ ਦੇ ਵਿੱਚ। ਉਹਨੇ ਪੰਜਾਬ ਦੇ ਇੱਕ ਅਜਿਹੇ ਬੁੱਧੀਜੀਵੀ ਤੇ ਦੇਸ਼ ਦੇ ਵੀ ਕਾਫੀ ਨਾਮਵਰ ਸ਼ਖਸੀਅਤ ਨੇ, ਅਫਸਰ ਵੀ ਰਹੇ ਨੇ। ਅਸੀਂ ਗੱਲ ਕਰਾਂਗੇ ਸਰਦਾਰ KC ਸਿੰਘ, ਜਿਨ੍ਹਾਂ ਨੂੰ ਕਹਿੰਦੇ ਨੇ ਕ੍ਰਿਸ਼ਨ ਚੰਦਰ ਸਿੰਘ, ਉਹਨਾਂ ਦਾ ਪੂਰਾ ਨਾਮ ਹੈ, ਪਰ ਉਹ ਜ਼ਿਆਦਾਤਰ ਉਹਨਾਂ ਦਾ ਨਾਮ KC ਸਿੰਘ ਹੈ। ਤੇ ਉਹ ਭਾਰਤ ਦੇ ਸਾਬਕਾ ਰਾਜਦੂਤ ਵੀ ਰਹੇ ਨੇ ਤੇ ਸਾਬਕਾ ਸੈਕਟਰੀ ਵੀ ਰਹੇ ਨੇ ਵਿਦੇਸ਼ ਮੰਤਰਾਲੇ ਦੇ ਵਿੱਚ, ਤੇ ਚੰਡੀਗੜ੍ਹ ਦੇ ਵਿੱਚ ਉਹ RPO ਵੀ ਰਹੇ ਨੇ, ਰੀਜਨਲ ਪਾਸਪੋਰਟ ਆਫਿਸਰ ਵੀ ਰਹੇ ਨੇ, ਤੇ ਕਾਫੀ ਉਹਨਾਂ ਨੇ ਡਿਪਟੀ ਸੈਕਟਰੀ ਦੇ ਤੌਰ ਉੱਤੇ ਵੀ ਕੰਮ ਕੀਤਾ ਹੈ। ਉਹਨਾਂ ਦੀ ਪਛਾਣ ਹੈ ਜਿਹੜੀ ਉਹ ਇੱਕ ਵੱਖਰੀ ਹੈ, ਪੜ੍ਹੇ ਲਿਖੇ ਇਨਸਾਨ ਦੇ ਤੌਰ 'ਤੇ ਨੇ, ਸਮਝਦੇ ਨੇ ਪੰਜਾਬ ਨੂੰ, ਪੰਜਾਬ ਦੀ ਨਬਜ਼ ਨੂੰ ਸਮਝਦੇ ਨੇ। ਤੇ ਸਰਦਾਰ KC ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ, ਤੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਬਹੁਤ ਧੰਨਵਾਦ। ਸਰਦਾਰ KC ਸਿੰਘ ਹੋਰਾਂ ਨੇ ਤੇ ਉਹਨਾਂ ਦੇ ਨਾਲ ਹਮਖਿਆਲ ਲੋਕਾਂ ਨੇ ਮਿਲ ਕੇ, ਬੁੱਧੀਜੀਵੀਆਂ ਨੇ ਮਿਲ ਕੇ ਇੱਕ ਸਾਂਝਾ ਸੁਨਹਿਰਾ ਪੰਜਾਬ ਮੰਚ ਬਣਾਇਆ। ਸਾਂਝਾ ਸੁਨਹਿਰਾ ਪੰਜਾਬ ਮਤਲਬ ਸਾਰਿਆਂ ਦਾ ਸਾਂਝਾ, ਜਿਹਦੇ ਵਿੱਚ ਸਾਰੇ ਵਰਗ ਯੋਗਦਾਨ ਪਾਉਣਗੇ। ਜਿਹੜੇ ਬੁੱਧੀਜੀਵੀ ਵਰਗ ਨੇ ਉਹਨਾਂ ਦਾ ਨਾਲ ਉਹਨਾਂ ਦਾ ਇੱਕ ਗਰੁੱਪ ਹੈ, ਉਹ ਚੰਗੇ ਬੰਦਿਆਂ ਨੂੰ ਨਾਲ ਜੋੜਦੇ ਨੇ। ਤੇ ਸਰ, ਜਿਵੇਂ ਤੁਹਾਡੇ ਗਰੁੱਪ ਦਾ ਨਾਮ ਹੈ ਜੀ, ਤੁਹਾਡੇ ਮੰਚ ਦਾ ਨਾਮ ਹੈ ਸਾਂਝਾ ਸੁਨਹਿਰਾ ਪੰਜਾਬ, ਇਹ ਕਿਵੇਂ ਜੀ ਤੁਹਾਡੇ ਦਿਲ ਦੇ ਵਿੱਚ ਆਇਆ? ਕਿਉਂਕਿ ਤੁਸੀਂ ਦੇਸ਼ ਦੇ ਅਹਿਮ ਅਹੁਦਿਆਂ ਦੇ ਉੱਤੇ ਕੰਮ ਕੀਤਾ, ਰਣਨੀਤੀ ਦੇ ਵਿੱਚ ਕੰਮ ਕੀਤਾ, ਤੁਸੀਂ ਰਾਸ਼ਟਰਪਤੀ ਨਾਲ ਕੰਮ ਕਰ ਚੁੱਕੇ ਹੋ। ਇਹ ਪੰਜਾਬ ਬਾਰੇ ਤੁਸੀਂ ਕਿਵੇਂ ਸੋਚਿਆ ਜੀ? देखो, जब सर्विस ज्वाइन की 1972 'ਚ मैं 2 साल IPS की ट्रेनिंग पुलिस की लई, फिर फॉरन सर्विस विदेश सर्विस चले गए।
ਉਦੋਂ ਪੰਜਾਬ ਪਰ ਕੈਪੀਟਾ ਹੁੰਦੀ ਹੈ, ਪੰਜਾਬ ਦੀ ਪੂਰੀ ਆਮਦਨ ਲੈ ਕੇ ਆਬਾਦੀ ਨਾਲ ਤਕਸੀਮ ਕਰ ਦਈਏ ਤਾਂ ਇੱਕ ਬੰਦੇ ਦੀ ਆਮਦਨ ਨਿਕਲਦੀ ਹੈ। ਉਹਦੇ 'ਚ ਪੰਜਾਬ 1 ਨੰਬਰ 'ਤੇ ਸੀ। 1980 ਤਾਈਂ 1 ਨੰਬਰ 'ਤੇ ਰਿਹਾ। 2000 'ਚ ਜਾ ਕੇ ਉਹ 4 ਨੰਬਰ 'ਤੇ ਚਲਾ ਗਿਆ ਔਰ ਅੱਜ ਉਹ 15 ਜਾਂ 16 ਨੰਬਰ 'ਤੇ ਹੈ। ਅੱਜ ਜਿਹੜੀਆਂ ਅਖਬਾਰ ਟਾਈਮਜ਼ ਆਫ ਇੰਡੀਆ ਨੇ ਲਿਖਿਆ ਜਿਹਦੇ 'ਚ ਦੱਸਿਆ ਕਿ ਕਰਜ਼ਾ ਕਿੰਨਾ ਵੱਧ ਗਿਆ ਪੰਜਾਬ ਦਾ ਪਿਛਲੇ 5 ਸਾਲਾਂ 'ਚ 1 ਲੱਖ ਕਰੋੜ। ਇਹ ਜਿਹੜੀ ਕਾਂਗਰਸ ਸਰਕਾਰ ਹੁਣ ਹੈ 4.5 ਸਾਲ 'ਚ ਇਹਨਾਂ ਨੇ 1 ਲੱਖ ਕਰੋੜ ਕਰਜ਼ਾ ਹੋਰ ਵਧਾ ਦਿੱਤਾ। ਉਹਦੇ ਨਾਲ ਜਿਹੜੀ ਆਮਦਨ ਹੈ ਹੋਰ ਘਟ ਗਈ ਕਿਉਂਕਿ ਆਮਦਨ ਨਹੀਂ ਵਧੀ, ਆਬਾਦੀ ਪੰਜਾਬ ਦੀ ਉਨੀ ਜ਼ਿਆਦਾ ਨਹੀਂ ਵੱਧ ਰਹੀ, ਫਿਰ ਵੀ ਉਹ ਜਿਹੜੀ ਪਰ ਕੈਪੀਟਾ ਹੈ ਉਹ ਹੋਰ ਥੱਲੇ ਗਿਰੀ ਹੈ। ਸੋ ਇਹ ਹੁਣ ਪੰਜਾਬ ਨੂੰ ਉੱਥੇ ਕਿਵੇਂ ਲਿਜਾਈਏ, ਉਹ ਸੁਪਨਾ ਜਿਵੇਂ ਟਰੰਪ ਵੀ ਕਹਿੰਦਾ ਸੀ ਮੇਕ ਅਮਰੀਕਾ ਗ੍ਰੇਟ ਅਗੇਨ, ਪੰਜਾਬ ਨੂੰ ਮਹਾਨ ਕਿਵੇਂ ਬਣਾਉਣਾ ਦੁਬਾਰਾ। ਸੋ ਉਹਦਾ ਇਹ ਕਿਹਾ ਕਿ ਬੜਾ ਸੋਚ ਸਮਝ ਕੇ ਸਾਂਝਾ ਤਾਂ ਹੋਣਾ ਹੀ ਚਾਹੀਦਾ ਹੈ ਕਿ ਸਿੱਖਾਂ ਦਾ ਨਹੀਂ, ਹਿੰਦੂਆਂ ਦਾ ਨਹੀਂ, ਕਿਸੇ ਇੱਕ ਵਰਗ ਦਾ ਨਹੀਂ, ਕਿਸੇ ਇੱਕ ਜਾਤੀ ਦਾ ਨਹੀਂ, ਸਾਰੀਆਂ ਜਾਤੀਆਂ ਦਾ ਇੱਕ ਤਾਂ ਸਾਂਝ ਹੋਵੇ। ਇੱਕ ਇਹਨੂੰ ਦੁਬਾਰਾ ਉਸ ਸਤਰ 'ਤੇ ਕਿਵੇਂ ਲਿਜਾਈਏ ਜਿੱਥੇ 1 ਨੰਬਰ ਇਕੱਲਾ ਦੇਸ਼ 'ਚ ਨਾ ਹੋਵੇ, ਏਸ਼ੀਆ 'ਚ ਵੀ ਗਿਣਿਆ ਜਾਵੇ ਕਿਉਂਕਿ ਸਾਡਾ ਬਾਹਰ ਡਾਇਸਪੋਰਾ ਇੰਨਾ ਬੈਠਾ ਹੈ। ਇੱਕ ਤਰ੍ਹਾਂ ਨਾਲ ਅਸੀਂ ਇੰਟਰਨੈਸ਼ਨਲੀ ਕਨੈਕਟਡ ਸਟੇਟ ਹੈ। ਇਹ ਕੋਈ ਇਕੱਲੀ ਇੱਥੇ ਜੁੜੀ ਨਹੀਂ ਹੋਈ ਹੈ, ਸਾਰੀ ਦੁਨੀਆ ਨਾਲ ਜੁੜੀ ਹੋਈ ਹੈ। ਸਾਡੇ ਲੋਕ ਬੈਠੇ ਬਾਹਰ ਅਤੇ ਉਹ ਵੀ ਦੇਖਣ, ਉਹ ਵੀ ਆਪਣਾ ਸਿਰ ਉੱਪਰ ਕਰਕੇ ਚੱਲਣ ਕਿ ਸਾਡਾ ਸੂਬਾ ਉੱਥੋਂ ਇਸ ਲਈ ਨਹੀਂ ਨੌਜਵਾਨ ਭੱਜ ਰਿਹਾ ਕਿਉਂਕਿ ਉਹਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਉਹਨੂੰ ਉੱਥੇ ਕੋਈ ਆਮਦਨ ਜਾਂ ਅੱਛਾ ਭਵਿੱਖ ਨਹੀਂ ਨਜ਼ਰ ਆ ਰਿਹਾ। ਉਹ ਬਾਹਰ ਜਾਵੇ ਤਾਂ ਚੰਗੀਆਂ ਨੌਕਰੀਆਂ 'ਤੇ ਜਾਵੇ, ਇਹੋ ਜਿਹੇ ਕੰਮ ਕਰਨ ਜਾਵੇ ਜਿੱਥੇ ਬਾਹਰਲੇ ਹੱਥ ਜੋੜ ਕੇ ਉਹਨੂੰ ਬੁਲਾਉਣ। ਜਿਵੇਂ ਮੈਂ ਇੱਕ ਹੋਰ ਪ੍ਰੋਗਰਾਮ 'ਚ ਵੀ ਕਿਹਾ ਕਿ ਬੱਚਿਆਂ ਨੂੰ ਨੌਕਰੀਆਂ ਕੋਲ ਨਹੀਂ ਜਾਣਾ ਚਾਹੀਦਾ, ਨੌਕਰੀਆਂ ਬੱਚਿਆਂ ਕੋਲ ਕਿਉਂ ਨਹੀਂ ਆਉਂਦੀਆਂ। ਇਨਵੈਸਟਮੈਂਟ ਚੀਨ 'ਚ ਜਾਂਦੀ ਹੈ, ਇਨਵੈਸਟਮੈਂਟ ਹੋਰ ਦੇਸ਼ਾਂ 'ਚ ਜਾਂਦੀ ਹੈ, ਉਹ ਨੌਕਰੀਆਂ ਗਈਆਂ ਨਾ। ਅੱਜ ਕੱਲ੍ਹ ਜੇ ਚੀਨ ਦੇ ਬਾਰੇ ਕਹਿੰਦੇ ਨੇ ਗਲੋਬਲਾਈਜੇਸ਼ਨ ਦੇ ਬਾਅਦ, ਉਹ ਇਹ ਹੈ ਕਿ ਜੀ ਚੀਨ ਸਾਡੀਆਂ ਨੌਕਰੀਆਂ ਲੈ ਗਿਆ। ਯੂਰਪ ਵਾਲੇ ਦੇਸ਼, ਅਮਰੀਕਾ, ਉਹਨਾਂ ਦਾ ਇਲਜ਼ਾਮ ਹੀ ਇਹ ਹੈ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਰੂਲਾਂ ਨੂੰ ਇਸਤੇਮਾਲ ਕਰਕੇ ਚੀਨ ਸਾਡੀਆਂ ਨੌਕਰੀਆਂ ਲੈ ਗਿਆ। ਇਹਦਾ ਕੀ ਮਤਲਬ ਹੈ? ਇਹ ਹੋਣਾ ਚਾਹੀਦਾ ਪੰਜਾਬ ਸਾਡੀਆਂ ਨੌਕਰੀਆਂ ਲੈ ਗਿਆ। ਹੁਣ ਅਸੀਂ ਕਹਿੰਦੇ ਹਾਂ ਸਾਡੇ ਬੱਚੇ ਹੋਰ ਲੈ ਗਏ। ਸੋ ਉਹ ਕੀ ਪੰਜਾਬ ਹੋਊਗਾ? ਜੀ, ਜਿੱਦਾਂ ਤੁਸੀਂ ਇਹ ਨੌਕਰੀਆਂ ਦੀ ਗੱਲ ਕੀਤੀ ਹੈ ਜੀ, ਪੰਜਾਬ ਦੇ ਵਿੱਚ ਜਿਹੜੀ ਜੋ ਬੇਰੁਜ਼ਗਾਰੀ ਦੀ ਹਾਲਤ ਹੈ ਸਰਕਾਰਾਂ ਨੇ ਬਣਾਈ ਹੈ, ਇਹਦੇ ਲਈ ਸਰਕਾਰਾਂ ਵੀ ਜ਼ਿੰਮੇਵਾਰ ਨੇ, ਲੋਕ ਵੀ ਜ਼ਿੰਮੇਵਾਰ ਨੇ ਕਿਉਂਕਿ ਚੁਣਦੇ ਸਰਕਾਰਾਂ ਨੂੰ ਵੀ ਸਾਡੇ ਲੋਕ ਹੀ ਨੇ, ਅਸੀਂ ਚੁਣਦੇ ਹਾਂ। ਪਰ ਸਾਨੂੰ ਇਹ ਪ੍ਰਸ਼ਾਂਤ ਕਿਸ਼ੋਰ ਵਰਗੇ ਸੁਪਨੇ ਵੇਚਣ ਵਾਲੇ ਮਦਾਰੀ ਜਿਹੜੇ ਸਟ੍ਰੈਟੇਜਿਕ ਨੇ ਉਹ ਆ ਕੇ ਸਾਡੇ ਨੌਜਵਾਨਾਂ ਨੂੰ ਆਪਣੇ ਚੁੰਗਲ 'ਚ ਵਸਾਉਣ ਦੀ ਕੋਸ਼ਿਸ਼ ਕਰਦੇ ਆ। ਉਹੀ ਲੀਡਰ ਨੇ ਜੀ, 60 ਸਾਲ ਹੋ ਗਏ, 70 ਸਾਲ ਵਾਂਗੂ ਹੋ ਗਿਆ ਪੰਜਾਬ ਦੇ ਵਿੱਚ, ਉਹੀ ਸਰਕਾਰਾਂ ਨੇ। ਲੋਕਾਂ ਕੋਲੇ ਕੋਈ ਬਦਲ ਨਹੀਂ ਹੁੰਦਾ, ਜਿਹੜਾ ਕੋਈ ਆਉਂਦਾ ਨਵਾਂ ਉਹਨਾਂ ਕੋਲੇ ਕੋਈ ਵਿਜ਼ਨ ਨਹੀਂ ਹੁੰਦਾ। ਅਤੇ ਹੁਣ ਏਜੰਡਾ ਤੁਹਾਡਾ ਜਿਹੜੇ ਏਜੰਡੇ 'ਤੇ ਤੁਸੀਂ ਚੱਲੇ ਹੋ, ਤੁਹਾਡਾ ਸਿਆਸਤ ਦਾ ਤਾਂ ਤੁਸੀਂ ਪਹਿਲਾਂ ਹੀ ਕਲੀਅਰ ਕਈ ਵਾਰ ਕਰ ਚੁੱਕੇ ਹੋ। ਤੁਹਾਡਾ ਨਿਸ਼ਾਨਾ ਤਾਂ ਪੰਜਾਬ ਨੂੰ ਬਚਾਉਣਾ, ਪੰਜਾਬ ਦੇ ਉੱਤੇ ਤੁਸੀਂ ਗੱਲ ਕਰਦੇ ਹੋ। ਇਹੋ ਜਿਹੀ ਕਿਹੜੀ ਤੁਹਾਡੇ ਕੋਲੇ ਮੁੱਦੇ ਨੇ, ਇਹੋ ਜਿਹੇ ਕੀ ਏਜੰਡਾ ਤੁਹਾਡੇ ਕੋਲੇ ਵਿਜ਼ਨ ਕੀ ਹੈ ਪੰਜਾਬ ਨੂੰ ਬਚਾਉਣ ਅਤੇ ਪੰਜਾਬ ਨੂੰ ਅੱਗੇ ਲਿਜਾਣ ਦਾ, ਤਾਂ ਕਿ ਪੰਜਾਬ ਆਪਣੇ ਪੈਰਾਂ ਸਿਰ ਖੜ੍ਹ ਸਕੇ? ਦੇਖੋ, ਇੱਕ ਤਾਂ ਬੁਨਿਆਦੀ ਚੀਜ਼ ਹੈ ਕਿ ਇਹਦੇ 'ਚ ਪੁਲਿਸ ਦਾ ਰਿਫਾਰਮ ਕਿਵੇਂ ਹੋਊਗਾ। ਅਸੀਂ 6-6.5 ਹਜ਼ਾਰ ਕਰੋੜ ਸਾਲ ਦਾ ਪੁਲਿਸ 'ਤੇ ਲਗਾ ਰਹੇ ਹਾਂ, ਜਦ ਕਿ ਨਾਲ ਦੇ ਸੂਬੇ ਹਰਿਆਣੇ 'ਚ 4,000 ਹੈ, ਰਾਜਸਥਾਨ ਜਿਹੜਾ ਕਿ ਪਾਕਿਸਤਾਨ ਨਾਲ ਲੱਗਦਾ ਹੈ ਉਹਦਾ ਵੀ 4-4.5 ਹਜ਼ਾਰ ਹੈ, ਜਦ ਕਿ ਉਹਨਾਂ ਦਾ ਬਜਟ ਸਾਡੇ ਨਾਲੋਂ ਸਵਾਇਆ ਜਾਂ 1.5 ਗੁਣਾ ਹੈ। ਪੰਜਾਬ 'ਚ ਇੰਨੀ ਜ਼ਿਆਦਾ ਕਿਉਂ ਸੀ ਪੁਲਿਸ 'ਤੇ? ਜਗ੍ਹਾ ਜਗ੍ਹਾ ਪੁਲਿਸ। ਇਹ ਆਤੰਕਵਾਦ ਵੇਲੇ ਦੀ ਜਿਹੜੀ ਪੁਲਿਸ ਉੱਤੋਂ ਦੀ ਹਾਮੀ ਹੋਈ ਹੈ। ਉਹ ਪਾਕਿਸਤਾਨ ਦੇ ਬਾਰੇ ਇੱਕ ਵਾਰ ਕਹਿੰਦੇ ਹੁੰਦੇ ਸੀ ਕਿ ਹੋਰ ਦੇਸ਼ ਨੇ ਜਿਨ੍ਹਾਂ ਕੋਲ ਫੌਜ ਹੈ, ਪਾਕਿਸਤਾਨ ਦੀ ਫੌਜ ਹੈ ਜਿਹਦੇ ਕੋਲ ਦੇਸ਼ ਹੈ। ਸੋ ਮੈਨੂੰ ਲੱਗਦਾ ਪੰਜਾਬ ਦੀ ਪੁਲਿਸ ਹੈ ਜਿਹਦੇ ਕੋਲ ਸਟੇਟ ਹੈ, ਸਟੇਟ ਦੀ ਪੁਲਿਸ ਨਹੀਂ ਹੈ ਲੱਗਦੀ। ਪਹਿਲਾ ਤਾਂ ਹੈ ਪੁਲਿਸ ਦਾ ਰਿਫਾਰਮ, ਐਡਮਿਨਿਸਟ੍ਰੇਟਿਵ ਰਿਫਾਰਮ, ਰੈਵਨਿਊ ਡਿਪਾਰਟਮੈਂਟ ਦਾ ਰਿਫਾਰਮ। ਉਹ ਕਿਵੇਂ ਆਏਗਾ? ਜਾਂ ਅਸੀਂ ਉਵੇਂ ਹੀ ਚੱਲਾਂਗੇ, ਉਹੀ ਪੈਸੇ ਦੇਵਾਂਗੇ, ਉਹੀ ਪਟਵਾਰਖਾਨੇ 'ਚ ਜਾ ਕੇ ਉਹੀ ਸਿਆਪਾ ਚੱਲਦਾ ਰਹੇਗਾ? ਇਹ ਮੇਜਰ ਐਡਮਿਨਿਸਟ੍ਰੇਟਿਵ ਰਿਫਾਰਮ ਕਿਵੇਂ ਹੋਊਗਾ? ਇੱਕ ਤਾਂ ਇਹ ਅੰਦਰੂਨੀ ਅਦਲਾ ਬਦਲੀ ਹੈ, ਉਹ ਤਾਂ ਹੀ ਹੋ ਸਕਦਾ ਜੇ ਦੂਰਅੰਦੇਸ਼ੀ ਲੀਡਰਸ਼ਿਪ ਹੋਵੇ, ਉਹਨਾਂ ਦੇ ਹੱਥ ਸਾਫ਼ ਹੋਣ, ਨੀਅਤ ਠੀਕ ਹੋਵੇ, ਫਿਰ ਉਹ ਨੀਤੀਆਂ ਬਣਾਉਣ। ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਇਹ ਕੋਈ ਅਮਰੀਕਾ ਤੋਂ ਸਿੱਖਣਾ ਪਏਗਾ ਸਾਨੂੰ, ਇਹ ਇੱਥੇ ਪਤਾ ਹੈ ਸਾਨੂੰ ਕਿਵੇਂ ਕਰਨਾ ਹੈ, ਸਿਰਫ ਨੀਅਤ ਹੋਣੀ ਚਾਹੀਦੀ ਹੈ। ਤੁਸੀਂ ਇਹ ਨਹੀਂ ਕਿ ਤੁਸੀਂ ਤਬਦਾਲੇ, ਮੈਂ ਅੱਜ ਹੀ ਸੁਣ ਕੇ ਆਇਆ ਕਹਿੰਦੇ ਹੁਣ ਵੀ ਜਿਹੜੀਆਂ ਕਈ ਪੁਲਿਸ ਵਾਲਿਆਂ ਦੀਆਂ ਬਦਲੀਆਂ ਹੋਈਆਂ ਉਹਦੇ 'ਚ ਉਂਗਲਾਂ ਉੱਠਦੀਆਂ।
ਕਿ ਇਹ ਕਿਸ ਲਈ ਬਦਲੇ ਨੇ ਬੰਦੇ, ਕੋਈ ਖਰਚਾ ਤਾਂ ਨਹੀਂ ਨਿਕਲ ਰਿਹਾ ਇਲੈਕਸ਼ਨ ਦਾ। ਕਾਂਗਰਸ ਕੋਲ ਤਾਂ ਸੂਬੇ ਹੀ ਬੜੇ ਘੱਟ ਨੇ, ਇਲੈਕਸ਼ਨਾਂ ਕਈ ਸੂਬਿਆਂ 'ਚ ਹੋ ਰਹੀਆਂ, ਤਾਂ ਇਸ ਕਰਕੇ ਕਿਉਂ ਉੱਠਦੇ ਨੇ ਸਵਾਲ? ਕਿਉਂਕਿ ਇਹ ਹੁੰਦਾ ਰਿਹਾ ਜੀ। ਇਸ ਕਰਕੇ ਲੋਕ ਸਮਝਦੇ ਨੇ ਜੇ ਠੀਕ ਨੀਤੀ ਨਾਲ ਵੀ ਬੰਦਾ ਚੱਲ ਰਿਹਾ ਕਿ ਇਹੀ ਹੋ ਰਿਹਾ ਹੋਣਾ, ਤਾਂ ਇਸ ਕਰਕੇ ਇਹਨੂੰ ਬਦਲਣਾ। ਇਹ ਨया ਪੰਜਾਬ ਕਿਵੇਂ ਬਣੂਗਾ ਜਦ ਤਾਈਂ ਤੁਸੀਂ ਨਵੇਂ ਚਿਹਰੇ ਨਹੀਂ ਲਿਆਉਂਦੇ, ਨਵੀਂ ਰਾਜਨੀਤੀ ਨਹੀਂ ਲਿਆਉਂਦੇ। ਇਹ ਤਾਂ ਹੈਗਾ ਅੰਦਰੂਨੀ। ਫਿਰ ਇਹਦੀ ਇਕੋਨਮੀ ਦੀ ਮੈਂ ਗੱਲ ਕਰਦਾ। ਹੁਣ 2-3 ਮੋਟੀਆਂ ਚੀਜ਼ਾਂ। ਇੱਕ ਤਾਂ ਕਿਸਾਨੀ ਦਾ ਜਿਹੜਾ ਸੰਕਟ ਹੈ ਉਹ ਕਿਸਾਨੀ ਅੰਦੋਲਨ ਨਾਲੋਂ ਵੱਧ ਹੈ। ਅੰਦੋਲਨ ਤਾਂ ਸਿਰਫ ਇਸ ਗੱਲ 'ਤੇ ਹੈ ਕਿ ਜਿੱਥੇ ਅਸੀਂ ਹੈ ਮੋਦੀ ਜੀ ਸਾਨੂੰ ਉੱਥੇ ਵੀ ਨਹੀਂ ਛੱਡਣਾ ਚਾਹੁੰਦੇ। ਉੱਥੇ ਵੀ ਸਾਡੇ ਸਿਰ 'ਚ ਆ ਕੇ ਸੋਟਾ ਮਾਰਿਆ ਕਿ ਇਹ ਵੀ MSP ਮਿਨੀਮਮ ਸਪੋਰਟ ਪ੍ਰਾਈਸ 'ਤੇ ਅਸੀਂ ਆਹ ਵੀ ਨਹੀਂ ਚੱਕਣਾ। ਐਤਕੀ ਕਰਤਾ ਨਹੀਂ ਜੀ, 1 ਤਰੀਕ ਤੋਂ ਨਹੀਂ 11 ਤੋਂ ਝੋਨਾ ਚੱਕਾਂਗੇ। ਦੇਖੋ ਆ ਬਾਰਿਸ਼ਾਂ ਆ ਗਈਆਂ, ਕਿੰਨਾ ਨੁਕਸਾਨ। ਬਿਲਕੁਲ ਜੀ, ਸਾਰੀਆਂ ਪੁੱਤਾਂ ਵਾਂਗੂ ਪਾਲੀ। ਕਿਉਂਕਿ ਉਹ 10 ਦਿਨ ਦੀ ਜਿਹੜੀ ਉਦੋਂ ਦੀ ਦੇਰ ਸੀ, ਉਸ ਕਰਕੇ ਵਿਚਾਰੇ ਜਿਹੜੇ ਹੁਣ ਵੀ ਜਿਹੜੇ ਕੱਟੇ ਨਹੀਂ ਆਏ ਜਾਂ ਜਿਨ੍ਹਾਂ ਦੀਆਂ ਪਈਆਂ ਰਹਿ ਗਈਆਂ ਫਸਲਾਂ, ਫਿਰ ਕਿਹਾ ਇਹਦੇ ਵਿੱਚ ਮੋਇਸਚਰ ਨਹੀਂ ਹੋਣੀ ਚਾਹੀਦੀ, ਇਹਦੇ 'ਚ ਪਾਣੀ ਜ਼ਿਆਦਾ ਜਿਹੜੀ ਤੁਸੀਂ ਲਿਆ ਰਹੇ। ਸੋ ਇਹੀਆਂ ਜਿਹੀਆਂ ਸ਼ਰਤਾਂ ਲਾਤੀਆਂ ਤਾਂ ਕਿ ਘੱਟ ਫਸਲ ਚੱਕੀਏ। ਇੱਕ ਤਾਂ ਹੈਗੀ MSP। ਚਲੋ MSP ਮੰਨ ਵੀ ਜਾਂਦੇ ਹੈ ਕੇਂਦਰ ਦੀ ਸਰਕਾਰ, ਜੇ ਉਹ ਖਰੀਦੂਗੀ ਨਹੀਂ ਫਿਰ ਤੁਸੀਂ MSP ਕੀ ਕਰੋਗੇ? ਸੋ ਇਸ ਕਰਕੇ ਵਿਸ਼ਵਾਸ ਨਹੀਂ ਰਿਹਾ ਤੁਹਾਨੂੰ ਸੈਂਟਰ 'ਚ ਕਿ ਜਿਹੜਾ ਪੁਰਾਣਾ ਸਿਸਟਮ ਸੀ ਉਹ ਚੱਲਦਾ ਵੀ ਰਹੂਗਾ। ਹੁਣ ਦੂਜਾ ਇਹ ਹੈਗਾ ਕਿ ਹਾਂ ਇਹ ਸਿਸਟਮ ਬਦਲਣ ਦੀ ਲੋੜ ਹੈ। ਇਹ ਜਿਹੜਾ ਸਿਸਟਮ ਹੈ ਇਹ ਬੜੀ ਸਾਨੂੰ ਸ਼ਾਬਾਸ਼ ਮਿਲੀ, ਕਿਉਂਕਿ ਕਹਿੰਦੇ ਜੀ ਪੰਜਾਬ ਨੇ ਸਾਨੂੰ ਆਤਮ ਨਿਰਭਰ ਬਣਾਤਾ ਖਾਣ ਪੀਣ ਦੇ ਮਾਮਲੇ 'ਚ। ਹਰੀ ਕ੍ਰਾਂਤੀ ਆਈ। ਹੁਣ ਹਰੀ ਕ੍ਰਾਂਤੀ ਨੰਬਰ 2 ਕਿਵੇਂ ਲਿਆਈਏ ਉਹਦੀ ਕੋਈ ਨਹੀਂ ਗੱਲ ਕਰਦਾ। ਉਹ ਲਿਆਉਣ ਲਈ ਸਿੱਧੇ ਕਿਸਾਨ ਨਹੀਂ ਲਿਆ ਸਕਦੇ। ਉਹ ਵਿਚਾਰੇ ਫਸਲਾਂ ਬਦਲਦੇ ਹੈ, ਇੱਕ ਸਾਲ ਵਿਕਦੀਆਂ ਦੂਜੇ ਸਾਲ ਨਹੀਂ ਵਿਕਦੀਆਂ, ਉਹ ਫਿਰ ਉੱਥੇ ਚਲੇ ਜਾਂਦੇ। ਮੰਡੀਆਂ ਹੈ ਨਹੀਂ ਜੀ। ਅੱਛਾ, ਹੁਣੇ ਮੈਨੂੰ ਕਿਸੇ ਬਹੁਤ ਪ੍ਰੋਗਰੈਸਿਵ ਫਾਰਮਰ ਦਾ ਹੁਣੇ ਜਦ ਮੈਂ ਆ ਰਿਹਾ ਸੀ ਫੋਨ ਆਇਆ। ਉਹ ਕਹਿੰਦੇ ਸਰਕਾਰ ਨੇ ਇਹ ਕਰਤਾ ਕਿ ਹੈਪੀ ਸੀਡਰ, ਜਿਹੜਾ ਇੱਕ ਹੈਪੀ ਸੀਡਰ ਇੱਕ ਸੁਪਰ ਸੀਡਰ ਹੈ, ਉਹ ਕਿਸਾਨ ਐਸੇ ਨੇ, ਉਹਨਾਂ ਦੇ ਮੈਂ ਰਾਮਪੁਰਾ ਫੂਲ 'ਚ ਜਾ ਕੇ ਆਇਆ ਸਿੱਧੂ ਸਾਹਿਬ ਦੇ। ਉਹ ਕਮ ਸੇ ਕਮ ਜਿਸ ਤਰੀਕੇ ਨਾਲ ਉਹ ਖੇਤੀਬਾੜੀ ਕਰ ਰਹੇ ਹੈ, ਉਹ ਆਲੂ ਵੀ ਬੀਜ ਰਹੇ ਨੇ, ਉਹ ਝੋਨਾ ਵੀ ਬੀਜਦੇ ਨੇ। ਝੋਨੇ 'ਚ ਪਾਣੀ ਕੋਈ ਚੌਥੇ ਹਿੱਸੇ ਦਾ ਲਾਉਂਦੇ ਹੈ। ਔਰ ਉਹ ਜਿਹੜੀਆਂ ਉਹਨਾਂ ਨੇ ਆਪਣੇ ਤਰੀਕੇ ਬਣਾਏ, ਉਹ ਮਤਲਬ ਕਹਿੰਦੇ 1 ਕਿੱਲੇ ਵਿੱਚੋਂ 1,25,000 ਜਾਂ 30,000 ਉਹ ਬਣਾ ਰਹੇ ਨੇ, ਜਦ ਕਿ 60-70 ਬਣਦਾ ਵੈਸੇ। ਉਹ ਕਹਿੰਦੇ ਹੁਣ ਸਰਕਾਰ ਨੇ ਇਹ ਕਰਤਾ ਹੈ ਕਿ ਜੇ ਹੈਪੀ ਸੀਡਰ ਨਹੀਂ ਇਸਤੇਮਾਲ ਕੀਤਾ ਤਾਂ ਅਸੀਂ ਥੋੜੀ ਕਣਕ ਦੇ 1,600 ਰੁਪਏ ਕਿੱਲੇ ਨਹੀਂ। ਤੇ ਮੈਂ ਹੁਣ ਦੱਸੋ ਇਹ ਕਿਉਂ ਕਰਦੇ ਹੋ ਤੁਸੀਂ? ਇਹੋ ਜਿਹੇ ਅਸੂਲ ਕਿਉਂ ਬਣਾਉਂਦੇ? ਇਹ ਪੰਜਾਬ ਸਰਕਾਰ ਨੇ ਬਣਾਇਆ ਕਿ ਸੈਂਟਰ ਦੀ ਗੌਰਮੈਂਟ? ਇਹ ਪੰਜਾਬ ਦਿੰਦੀ ਹੈ ਤੁਹਾਨੂੰ ਹੈਪੀ ਸੀਡਰ ਕਰਨ ਲਈ ਕਿ ਹੈਪੀ ਸੀਡਰ ਲਗਾਓ। ਉਹ ਕਹਿੰਦੇ ਜੇ ਸੁਪਰ ਸੀਡਰ ਵਰਤ ਲਿਆ ਜਾਂ ਮੈਂ ਕਣਕ ਨਹੀਂ ਲਾ ਰਿਹਾ, ਮੈਂ ਨਹੀਂ ਪਾਣੀ ਖਰਾਬ ਕਰ ਰਿਹਾ, ਮੈਂ ਤਾਂ ਆਲੂ ਲਾ ਰਿਹਾ, ਤੇ ਉਹਨਾਂ ਨੂੰ ਕਿਉਂ ਨਹੀਂ ਦਿੰਦੇ? ਵੀ ਤੁਸੀਂ ਇੱਕ ਰੂਲ ਬਣਾ ਦਿਓ। ਫਿਰ ਕਿਉਂ? ਜੇ ਗਿਣਤੀ ਕਰੋਗੇ, ਗਿਣਤੀ ਚੁਣਤੀ 'ਚ ਫਿਰ ਉਹਦੇ 'ਚ ਅਫਸਰਵਾਦੀ ਵੱਧ ਜਾਂਦੀ ਹੈ। ਜੀ ਜੀ, ਇਹ ਸਭ ਕੁਝ ਭ੍ਰਿਸ਼ਟਾਚਾਰ ਜਿਹੜਾ ਹੈਗਾ ਜੀ, ਸਰਕਾਰਾਂ ਦੀ ਨੀਅਤ ਹੈ, ਜਿਹੜੀ ਨੀਤੀ ਹੈ, ਇਹ ਜਦੋਂ ਨੀਅਤ ਤੇ ਨੀਤੀ ਦੇ ਵਿੱਚ ਨੁਕਸ ਹੁੰਦਾ ਹੈ, ਬੇਈਮਾਨੀ ਹੁੰਦੀ ਹੈ, ਤਾਂ ਇਹ ਸਰਕਾਰਾਂ ਇਹੀ ਕੁਝ ਕਰਦੀਆਂ ਨੇ। ਇਸੇ ਕਰਕੇ ਪੰਜਾਬ ਚਾਹੁੰਦਾ, ਪੰਜਾਬ ਦਾ ਯੂਥ ਹੈ ਜਿਹੜਾ, ਉਹ ਇਸ ਕਰਕੇ ਬੜਾ ਚਿੰਤਤ ਆ। ਉਹ ਕਹਿੰਦਾ ਵੀ ਸਾਨੂੰ ਕੋਈ ਡਾਇਰੈਕਸ਼ਨ ਦੇਣ ਵਾਲੇ ਤਾਂ ਬੰਦੇ ਹੋਣ। ਨੌਜਵਾਨੀ ਸਾਡੀ ਕਿਸਾਨੀ ਦੇ ਵਿੱਚੋਂ ਵੀ ਕੁਝ ਕਰਨਾ ਚਾਹੁੰਦੀ ਹੈ। ਮੁੰਡੇ ਸਾਡੇ ਕੰਮ ਵੀ ਕਰਨਾ ਚਾਹੁੰਦੇ ਨੇ, ਇਹੋ ਜਿਹੀ ਗੱਲ ਨਹੀਂ ਹੈ। ਪਰ ਉਹਨਾਂ ਨੂੰ ਜਦੋਂ ਹੁਣ ਜੇ ਅਸੀਂ ਝੋਨਾ ਕਣਕ 'ਚੋਂ ਨਿਕਲਦੇ ਹਾਂ, ਦੂਜੀਆਂ ਫਸਲਾਂ ਵੱਲ ਜਾਂਦੇ ਹਾਂ, ਤਾਂ ਉਹਦਾ ਮੰਡੀਕਰਨ ਹੀ ਹੈ ਨਹੀਂ। ਜਦੋਂ ਮੰਡੀਕਰਨ ਹੈ ਨਹੀਂ ਸਾਡਾ, ਉਹ ਉੱਥੇ ਮੱਕੀ ਸਾਡੀ ਰੁਲਦੀ ਆ, ਉਹ ਰੇਟ ਸਾਨੂੰ ਭਾਅ ਨਹੀਂ ਮਿਲਦੇ, ਫਿਰ ਅਸੀਂ ਉਹਦੇ ਬਾਰੇ ਕਿਉਂ ਐਫਰਟ ਕਰਾਂਗੇ? ਇਹ ਮੁੱਦੇ ਹੈਗੇ ਨੇ ਜੀ ਕਿਸਾਨੀ ਦੇ ਵਿੱਚ। ਸਾਡੇ ਸਾਹਮਣੇ ਚੈਲੰਜ ਹੈ। ਖੁਦਕੁਸ਼ੀਆਂ ਵੀ ਹੋ ਰਹੀਆਂ ਕਿਸਾਨਾਂ ਦੀਆਂ ਸਾਡੇ ਮਜਬੂਰੀ ਦੇ ਵਿੱਚ। ਪੰਜਾਬ ਦਾ ਜਿਹੜਾ ਜੇ ਅਸਲ ਪੰਜਾਬ ਅਸੀਂ ਸਮਝਦੇ ਹਾਂ ਜਾ ਕੇ, ਤਾਂ ਸਾਨੂੰ ਪਿੰਡ 'ਚੋਂ ਪਤਾ ਲੱਗਦਾ। ਇੱਕ ਪਿੰਡ ਦੇ ਵਿੱਚ ਜਦੋਂ ਉਹ ਬੰਦੇ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਜਿਹੜੀ ਉਹਦੀ ਕਿਰਤ ਹੈ, ਉਹਦਾ ਮੁੱਲ ਨਾ ਮਿਲੇ, ਤਾਂ ਫਿਰ ਕੀ ਹੋਊਗਾ ਜੀ ਹਾਲ? ਮੁੰਡੇ ਤਾਂ ਸਾਰਾ ਦਿਨ ਮੋਬਾਈਲਾਂ 'ਤੇ ਬੈਠੇ, ਸੋਸ਼ਲ ਮੀਡੀਆ 'ਤੇ ਲੱਗੇ ਹੋਏ ਨੇ। ਅਤੇ ਤੁਸੀਂ ਇੱਕ ਤਾਂ ਏਜੰਡਾ ਤੁਹਾਡਾ ਹੋ ਗਿਆ ਜੀ ਕਿਸਾਨੀ ਦਾ, ਜਿਵੇਂ ਤੁਸੀਂ ਦੱਸਿਆ ਵੀ ਇੱਕ ਸਿਸਟਮ ਬਦਲਣਾ ਪਊਗਾ ਤੁਹਾਨੂੰ। ਤੀਜਾ, ਤੁਸੀਂ ਕਿਵੇਂ, ਕਿਉਂਕਿ ਸਿਆਸਤ ਦੇ ਵਿੱਚ ਆਏ ਬਿਨਾਂ ਤਾਂ ਇਹ ਸਾਰਾ ਕੁਝ ਸੰਭਵ ਵੀ ਨਹੀਂ ਹੁੰਦਾ ਨਾ ਜੀ। ਅਤੇ ਕੀ ਤੁਹਾਡਾ ਪ੍ਰੋਗਰਾਮ ਬਣਾਇਆ ਤੁਸੀਂ? ਇੱਕ ਚੀਜ਼ ਤੁਹਾਡੀ ਇਜਾਜ਼ਤ ਨਾਲ ਵਿੱਚ ਚਲਾ ਦਾਂ। ਇੱਕ ਤਾਂ ਹੈ ਕਿਸਾਨੀ ਦਾ, ਇੱਕ ਨੌਜਵਾਨਾਂ ਨਾਲ ਜੁੜਿਆ ਹੋਇਆ ਨੌਕਰੀਆਂ ਦਾ। ਸਾਰੀਆਂ ਨੌਕਰੀਆਂ ਤਾਂ ਕਿਸਾਨੀ 'ਚ ਨਹੀਂ ਹੋ ਸਕਦੀ। ਇਹਦੇ ਜੇ ਤਬਦੀਲੀ ਲਿਆਵਾਂਗੇ, ਨਵੀਆਂ ਸਪਲਾਈ ਚੇਨਸ ਬਣਾਵਾਂਗੇ। ਕਿਉਂਕਿ ਦੇਖੋ ਜਿਵੇਂ ਆਮਦਨ ਲੋਕਾਂ ਦੀ ਵੱਧ ਜਾਂਦੀ ਹੈ, ਮਿਡਲ ਕਲਾਸ ਜਿਹੜੀ ਹੈ ਉਹਦੀ ਆਬਾਦੀ ਵੱਧਦੀ ਹੈ, ਉਹਨਾਂ ਦੇ ਖਾਣ ਪੀਣ ਦੇ ਤਰੀਕੇ ਬਦਲ ਜਾਂਦੇ ਆ। ਫਰੂਟ ਸਬਜ਼ੀਆਂ ਜਿਹੜੀਆਂ ਹੁਣ ਖਾਂਦੇ ਆ, ਨਹੀਂ ਖਾਂਦੇ ਸੀ। ਅੱਜ ਕੱਲ੍ਹ ਸਾਰਾ ਸਾਲ ਤੁਹਾਨੂੰ ਫਰੂਟ ਸਬਜ਼ੀਆਂ ਮਿਲਦੀਆਂ ਜਿਹੜੀਆਂ ਅੱਗੇ ਨਹੀਂ ਮਿਲਦੀਆਂ ਸੀ, ਸੀਜ਼ਨਲ ਹੁੰਦੀਆਂ ਸੀ।
ਉਹ ਐਕਸਪੋਰਟ ਵੀ ਹੋ ਸਕਦੀਆਂ, ਉਹ ਗਲਫ 'ਚ ਵੀ ਜਾ ਸਕਦੀਆਂ, ਦੁਬਈ ਤੇ ਹੋਰ ਜਗ੍ਹਾ ਭੇਜ ਸਕਦੀਆਂ। ਉਹ ਪੰਜਾਬ ਨੂੰ ਇਹਦੇ ਨਾਲ ਕਿਵੇਂ ਜੋੜਨਾ? ਉਹ ਜਦ ਸਰਕਾਰ ਨਵੀਆਂ ਸਪਲਾਈ ਚੇਨਸ ਬਣਾਏਗੀ, ਇਹ ਸਰਕਾਰ ਨੂੰ ਕਰਨਾ ਪੈਣਾ, ਭਾਵੇਂ ਕੋਆਪਰੇਟਿਵ ਬਣਾਉਣ ਜਿਹਦੇ 'ਚੋਂ ਸਾਂਝੇ ਹੋਣ ਕਿਸਾਨ ਵੀ, ਭਾਵੇਂ ਉਹਦੇ 'ਚ ਨਵੇਂ ਮਾਰਕਫੈਡ ਜੈਸੇ ਤੁਸੀਂ ਕਾਰਪੋਰੇਸ਼ਨ ਕ੍ਰੀਏਟ ਕਰੋ। ਉਹਨੂੰ ਦੱਸਣਾ ਪੈਣਾ ਕਿਸਾਨ ਨੂੰ ਕਿ ਅਸੀਂ ਚੱਕਾਂਗੇ ਜੇ ਸੈਂਟਰ ਦੀ ਸਰਕਾਰ ਨਹੀਂ ਚੱਕਦੀ, ਅਸੀਂ ਇਹ ਤੁਹਾਡੀ ਫਸਲ ਜਿਹੜੀ ਤੁਸੀਂ ਲਾਓਗੇ, ਤੁਸੀਂ ਲਾ ਕੇ ਦੇਖੋ। ਸ਼ੁਰੂ ਕਰਾਂਗੇ ਕੁਝ ਹਜ਼ਾਰ ਹੈਕਟੇਅਰ 'ਚ, 2000 5000, ਜਿਵੇਂ ਨਵੀਂ ਸਪਲਾਈ ਚੇਨ ਬਣੇਗੀ ਉਹਦੇ 'ਚ ਬੱਚਿਆਂ ਨੂੰ ਨੌਕਰੀਆਂ ਸਪਲਾਈ ਚੇਨ ਦੀਆਂ ਮਿਲ ਜਾਣਗੀਆਂ। ਦੂਜੀ ਗੱਲ ਹੈਗੀ ਹੈ ਪੜ੍ਹਾਈ, ਸਿੱਖਿਆ ਨੂੰ ਜੇ ਤੁਸੀਂ ਨੌਕਰੀਆਂ ਨਾਲ ਨਹੀਂ ਜੋੜਦੇ ਫਿਰ ਇੰਡਸਟਰੀ ਨਹੀਂ ਆਏਗੀ। ਇੰਡਸਟਰੀ ਜਿਵੇਂ ਮੈਂ ਤੁਹਾਨੂੰ ਚੀਨ ਦਾ ਪਹਿਲਾਂ ਕਿਹਾ, ਨੌਕਰੀਆਂ ਬੱਚਿਆਂ ਕੋਲ ਤਾਂ ਆਉਣਗੀਆਂ ਜੇ ਬੱਚਿਆਂ ਕੋਲ ਸਿੱਖਿਆ। ਜੇ ਸਿੱਖਿਆ ਹੋਏਗੀ ਤਾਂ ਬੰਗਲੌਰ ਤੋਂ ਭੱਜੇ ਆਉਣਗੇ, ਇਨਫੋਰਮੇਸ਼ਨ ਟੈਕਨੋਲੋਜੀ ਵਾਲੇ ਆਉਣਗੇ, ਫੈਕਟਰੀਆਂ ਵੱਡੀਆਂ ਇੱਥੇ ਖੁੱਲ੍ਹ ਸਕਦੀਆਂ। ਕਿਹੜੀਆਂ ਖੁੱਲ੍ਹਣਗੀਆਂ? ਜੇ ਤੁਹਾਡੇ ਕੋਲ ਉਹ ਬੰਦੇ ਹੋਣਗੇ ਜਿਨ੍ਹਾਂ ਕੋਲ ਸਕਿੱਲ ਹੈਗੀ ਹੈ, ਫੋਰਮੈਨ ਦੀ ਸਕਿੱਲ ਹੈ, ਕਿਵੇਂ ਫੈਕਟਰੀ ਦੇ ਵਿੱਚ ਕੰਮ ਕਰਨਾ ਹੈ, ਸੁਪਰਵਾਈਜ਼ਰਸ ਦੀ ਸਕਿੱਲ ਹੈ। ਇਸ ਕਰਕੇ ਤੁਹਾਡੀਆਂ ਜਿਹੜੀਆਂ ITI ਹੈ ਉਹਨਾਂ ਨੂੰ ਕਿਵੇਂ ਅਪਗ੍ਰੇਡ ਕਰਨਾ। ਕਾਫੀ ਸਾਰੀਆਂ ਤਾਂ ਪ੍ਰਾਈਵੇਟ ਨੇ, ਕਾਫੀ ਹਲੇ ਸਰਕਾਰ ਕੋਲ ਨੇ। ਉਹਨਾਂ ਦੇ ਵਿੱਚ ਹੁਣ ਉਹ ਪੁਰਾਣੀਆਂ ਚੀਜ਼ਾਂ ਤੁਸੀਂ ਸਿਖਾਈ ਜਾਓ, ਉਹਦੇ ਨਾਲ ਨੌਕਰੀਆਂ ਨਹੀਂ ਜੁੜੀਆਂ। ਕਿਵੇਂ ਤੁਸੀਂ ਪੰਜਾਬ ਨੂੰ ਬਦਲਣਾ ਹੈ ਤਾਂ ਕਿ ਉਹ ਨਵੀਆਂ ਨੌਕਰੀਆਂ ਨਾਲ ਅਸੀਂ ਬੱਚਿਆਂ ਨੂੰ ਜੋੜ ਸਕੀਏ, ਤਾਂ ਉਹਦੇ 'ਚ ਤਬਦੀਲੀ ਆਏਗੀ। ਸੋ ਇਹਦੇ ਨਾਲ ਹੀ ਜੁੜੀ ਹੋਈ ਫਿਰ ਇਨਵੈਸਟਮੈਂਟ ਹੈ। ਪੰਜਾਬ ਦੇ ਵਿੱਚ ਕਿਉਂ ਨਹੀਂ ਇੰਡਸਟਰੀ ਆਉਂਦੀ? ਦੇਖੋ, ਅਸੀਂ ਭਾਰੀ ਇੰਡਸਟਰੀ ਜਿਹੜੀ ਹੈਵੀ ਇੰਡਸਟਰੀ ਹੈ ਉਹਨੂੰ ਨਹੀਂ ਲਿਆਉਣਾ ਚਾਹੁੰਦੇ। ਅਸੀਂ ਲੁਧਿਆਣੇ 'ਚ ਜਿਵੇਂ ਬੁੱਢੇ ਨਾਲੇ 'ਚ ਤੁਸੀਂ ਉਹ ਜ਼ਹਿਰੀਲੀਆਂ ਚੀਜ਼ਾਂ ਸਿੱਟੀ ਜਾਓ, ਉਹ ਸਾਨੂੰ ਇੰਡਸਟਰੀ ਨਹੀਂ ਚਾਹੀਦੀ। ਇੰਡਸਟਰੀ ਚਾਹੀਦੀ ਹੈ ਸਾਫ਼ ਸੁਥਰੀ, ਜਿਹੜੀ ਰਿਨਿਊਏਬਲ ਐਨਰਜੀ, ਜਿਹੜੀ ਕਿ ਜਿਹਦੇ ਨਾਲ ਵਾਤਾਵਰਣ 'ਤੇ ਅਸਰ ਨਾ ਪਵੇ, ਨਾ ਪਾਣੀ 'ਤੇ ਅਸਰ ਪਏ, ਨਾ ਹਵਾ 'ਤੇ ਅਸਰ ਪਏ। ਇੱਕ ਤਰ੍ਹਾਂ ਦੀ ਉਹ ਇੰਡਸਟਰੀ ਕਿਵੇਂ ਆਏਗੀ? ਦੇਖੋ, ਸਾਰੀ ਦੁਨੀਆ ਉੱਧਰ ਨੂੰ ਜਾ ਰਹੀ ਹੈ। ਸੋ ਇਹ ਗੱਲਾਂ ਦਿੱਲੀ ਜਾ ਕੇ ਕਰਨ ਵਾਲੀਆਂ, ਇੰਟਰਨੈਸ਼ਨਲ ਸਤਰ 'ਤੇ ਕਰਨ ਵਾਲੀਆਂ ਕਿ ਸਾਡੀ ਮਦਦ ਕਰੋ, ਅਸੀਂ ਇਹਨੂੰ ਬਦਲਾਂਗੇ, ਇਹਨੂੰ ਬਦਲਣ 'ਚ ਸਾਡੀ ਮਦਦ ਕਰੋ ਤਾਂ ਕਿ ਅਸੀਂ ਐਨਰਜੀ ਬਚਾ ਸਕੀਏ, ਅਸੀਂ ਵਾਤਾਵਰਣ ਠੀਕ ਰੱਖੀਏ, ਹਵਾ ਠੀਕ ਰਹੇ, ਪਾਣੀ ਥੱਲੇ ਵਾਲਾ ਠੀਕ ਰਹੇ। ਇੱਕ ਦਿਨ ਬਾਬਾ ਜੀ ਸੀਚੇਵਾਲ ਆਏ ਸੀਗੇ, ਘਰ ਆਏ, ਅਤੇ ਬੜੀ ਸਿਆਣੀ ਗੱਲ ਉਹਨਾਂ ਨੇ ਕੀਤੀ ਇੱਕ ਤਰ੍ਹਾਂ ਨਾਲ। ਉਹ ਕਹਿੰਦੇ ਦੇਖੋ, ਜਿੰਨਾ ਪਾਣੀ ਆਪਾਂ 1 ਕਿੱਲੇ ਝੋਨਾ ਉਗਾਉਣ 'ਚ ਲਾਉਂਦੇ ਹਾਂ, ਉਹਨਾਂ ਤਾਂ ਬੋਤਲਾਂ 'ਚ ਭਰ ਕੇ ਵੇਚ ਲਈ, 12 ਰੁਪਏ ਤਾਂ ਬੋਤਲ ਪਾਣੀ ਦੀ ਹੈ। ਉਹਨਾਂ ਦਾ ਉਦਾਹਰਨ ਦਾ ਮਤਲਬ ਇਹ ਸੀਗਾ ਕਿ ਪਾਣੀ ਵੀ ਇੱਕ ਬਹੁਤ ਜ਼ਰੂਰੀ ਚੀਜ਼ ਹੈ। ਬਿਲਕੁਲ, ਅਸੀਂ ਝੋਨੇ 'ਚ ਜਿੰਨਾ ਪਾਣੀ ਵੇਚਦੇ ਉਧਰ ਪਾਣੀ ਦੇ ਜੇ ਬੋਤਲਾਂ ਭਰ ਕੇ ਵੇਚਣ ਲੱਗ ਜਾਈਏ ਤਾਂ ਉਹਦਾ ਫਿਰ ਕਰੋੜਾਂ। ਕਿਉਂਕਿ ਅਸੀਂ ਸਮਝਦੇ ਨਹੀਂ ਕਿ ਇਹ ਚੀਜ਼ ਕਿਉਂਕਿ ਮੁਫਤ ਹੈ। ਬਿਜਲੀ ਮੁਫਤ ਕਰਤੀ, ਹੁਣ ਮੁਫਤ ਕਰਨ ਦਾ ਮਤਲਬ ਹੋ ਗਿਆ ਉਹਦੇ 'ਚ ਪਾਣੀ ਦਾ ਸਤਰ ਥੱਲੇ ਜਾਈ ਜਾਂਦਾ ਹੈ। ਅੱਛਾ, ਫਿਰ ਉਹ ਜਿਹੜਾ ਖਾਰਾ ਪਾਣੀ ਹੈ ਹਰਿਆਣੇ ਦੇ ਥੱਲੇ, ਜੇ ਤੁਸੀਂ ਮਿੱਠਾ ਪਾਣੀ ਕੱਢੀ ਜਾਓਗੇ ਉਹ ਖਾਰਾ ਪਾਣੀ ਉਰੇ ਨੂੰ ਆਈ ਜਾਂਦਾ। ਪਹਿਲਾਂ ਤਾਂ ਸਿਰਫ ਹਰਿਆਣੇ ਦੇ ਨੇੜੇ ਸੀ, ਹੁਣ ਉਹ ਸਾਰੇ ਪਿੰਡਾਂ 'ਚ ਹੀ ਇੱਧਰ ਹੈ। ਸੋ ਇਹਨੂੰ ਸੋਚ ਜਿਹੜੀ ਦੂਰ ਦੀ ਸੋਚ ਹੈ। ਦੇਖੋ, ਅਸੀਂ ਮੰਚ ਨੇ ਸੋਚ ਕੇ 120ਵਾਂ ਜਨਮ ਦਿਨ ਪ੍ਰਤਾਪ ਸਿੰਘ ਕੈਰੋਂ ਦਾ ਮਨਾਇਆ। ਕਿਉਂ ਨਹੀਂ ਉਹਨਾਂ ਨੂੰ ਕੈਰੋਂ ਸਾਹਿਬ ਨੂੰ ਕੋਈ ਨਹੀਂ ਯਾਦ ਕਰਦਾ ਅੱਜ ਪੰਜਾਬ 'ਚ? ਉਸ ਬੰਦੇ ਨੇ ਐਗਰੀਕਲਚਰ ਯੂਨੀਵਰਸਿਟੀ ਦੀ 1962 'ਚ ਨਿਉ ਰੱਖੀ, ਪੰਜਾਬੀ ਯੂਨੀਵਰਸਿਟੀ ਦੀ ਨਿਉ ਰੱਖੀ। ਉਹਨੇ ਪਬਲਿਕ ਸਕੂਲ ਨਾਭਾ 1960 'ਚ ਨਿਉ ਰੱਖੀ। ਮਤਲਬ ਕਿ ਉਹਨਾਂ ਨੇ ਦੇਖਿਆ ਕਿ ਸਿੱਖਿਆ ਉਸ ਟਾਈਮ 'ਚ ਉਹਨਾਂ ਨੇ ਕਿਹਾ ਕਿ ਜਦ ਤਾਈਂ ਅਸੀਂ ਇਹ ਸਾਇੰਟੀਫਿਕ ਸਿੱਖਿਆ ਨਹੀਂ ਲਿਆਵਾਂਗੇ, ਸਾਇੰਸ ਨਾਲ ਜੁੜੀ ਹੋਈ, ਕਿਸਾਨੀ ਨਾਲ ਜੁੜੀ ਹੋਈ, ਪੰਜਾਬ ਪਿੱਛੇ ਰਹਿ ਜਾਏਗਾ। ਜੇ ਪੰਜਾਬ 'ਚ ਹਰੀ ਕ੍ਰਾਂਤੀ ਆਈ ਤਾਂ ਉਹ ਨਿਉਆਂ ਪਹਿਲਾਂ ਰੱਖੀਆਂ ਗਈਆਂ ਸੀ। ਬੀਜ ਤਾਂ ਬੋਰਲਾਗ ਲੈ ਕੇ 1965 'ਚ ਆਇਆ, ਲੇਕਿਨ 1962 'ਚ ਨਿਉ ਰੱਖਤੀ ਸੀ ਤਾਂ ਕਿ ਇੱਥੇ ਸਾਇੰਸਦਾਨ ਹੋਣ, ਇੰਸਪੈਕਟਰ ਹੋਣ, ਟ੍ਰੇਨਡ ਬੰਦੇ ਹੋਣ, ਜਿੱਥੇ ਬੀਜ ਉਹ ਅੱਗੇ ਵਧਾ ਸਕਣ। ਸੋ ਉਸ ਬੰਦੇ ਦੀ ਤਰ੍ਹਾਂ ਹੁਣ ਕਿਉਂ ਨਹੀਂ ਅਸੀਂ ਅੱਗੇ ਸੋਚਦੇ? ਸਾਲ ਦੀ ਸੋਚਦੇ ਹਾਂ ਅਗਲੀ ਇਲੈਕਸ਼ਨ, ਹੁਣ ਹੋ ਜੂਗੀ ਜੀ ਜ਼ਿਲ੍ਹਾ ਪਰਿਸ਼ਦ ਦੀ ਇਲੈਕਸ਼ਨ, ਹੁਣ ਪਿੰਡਾਂ ਦੀਆਂ ਪੰਚਾਇਤਾਂ ਦੀ ਹੋ ਜਾਏਗੀ। ਇਹ ਨਹੀਂ ਸੋਚਣਾ ਕਿ 5 ਨਹੀਂ, 10 ਸਾਲ ਨਹੀਂ, 15, 21ਵੀਂ ਸਦੀ 'ਚ ਪੰਜਾਬ ਨੂੰ ਕਿਵੇਂ ਲਿਜਾਣਾ ਹੈ। ਇਹ ਹੈ ਅੱਜ ਸਾਡੇ ਅੱਗੇ ਮੁੱਦਾ। ਬਿਲਕੁਲ ਜੀ, 21ਵੀਂ ਸਦੀ 'ਚ ਪੰਜਾਬ ਨੂੰ ਕਿਵੇਂ ਲੈ ਕੇ ਜਾਣਾ, ਇਹ ਤੁਸੀਂ ਬਿਲਕੁਲ ਏਜੰਡੇ ਦੀ ਗੱਲ ਕਰ ਰਹੇ ਹੋ। ਕਿਉਂਕਿ ਜੇ ਆਪਾਂ ਸਿਆਸਤ ਦੇ ਵਿੱਚ ਦੇਖੀਏ, ਲੀਡਰਾਂ ਤੋਂ ਲੋਕਾਂ ਦਾ ਵਿਸ਼ਵਾਸ ਇਸੇ ਕਰਕੇ ਉੱਠ ਰਿਹਾ ਵੀ ਅਜੇ ਵੀ ਉਹੀ ਨਾਅਰੇ ਨੇ, ਆਟੇ ਦਾਲ ਦੇ ਨਾਅਰੇ ਨੇ, ਹਜੇ ਵੀ ਉਹੀ ਪੈਨਸ਼ਨਾਂ ਦੇ ਨਾਅਰੇ ਨੇ, ਸ਼ਗਨ ਸਕੀਮਾਂ ਦੇ ਨਾਅਰੇ ਨੇ, ਮੁਫਤਖੋਰੀ ਦੀ ਮੁਫਤਖੋਰੀ, ਸਾਡੇ ਪੰਜਾਬੀਆਂ ਦੇ ਨੂੰ ਮੁਫਤਖੋਰ ਬਣਾਉਣ ਦੇ ਵਿੱਚ ਇਹ ਸਿਆਸਤ ਦਾ ਯੋਗਦਾਨ। ਅੱਜ ਸਾਨੂੰ ਮੁਫਤ ਬਿਜਲੀ ਚਾਹੀਦੀ ਹੈ, ਮਤਲਬ ਪੰਜਾਬ ਦਾ ਯੂਥ ਕਹਿੰਦਾ ਵੀ ਅਸੀਂ ਮੁਫਤ ਨਹੀਂ ਚਾਹੀਦਾ, ਸਾਨੂੰ ਕੁਛ ਨਹੀਂ ਮੁਫਤ ਚਾਹੀਦਾ। ਸਾਨੂੰ ਤਾਂ ਜੇ ਤੁਸੀਂ ਨੌਕਰੀ ਤਾਂ ਦੇ ਨਹੀਂ ਸਕਦੇ,
ਤੁਸੀਂ ਕਹਿੰਦੇ ਹੋ ਜੀ ਅਸੀਂ ਤੁਹਾਡਾ ਆਹ ਮਾਫ ਕਰ ਦਾਂਗੇ, ਹੁਣ ਤੁਹਾਡਾ ਬਿਜਲੀ ਦੇ ਬਿੱਲ ਮਾਫ ਕਰ ਦਾਂਗੇ, ਜਦੋਂ ਤੁਸੀਂ ਬਿਜਲੀ ਦੇ ਬਿੱਲ ਹੀ ਇੰਨੇ ਲਾਉਣੇ ਆ, ਮਹਿੰਗੀ ਬਿਜਲੀ ਦੇਣੀ ਹੈ, ਤੇ ਉਹ ਤੋਂ ਮਾਫ ਕਰਨ ਦਾ ਤੁਸੀਂ ਕਾਹਦਾ ਭਾਈ ਮਹਿੰਗੀ ਦਿਓ ਹੀ ਨਾ। ਮਤਲਬ ਪੰਜਾਬ ਦਾ ਯੂਥ ਇਹ ਸਾਰਾ ਕੁਝ ਇਹਨਾਂ ਦੀ ਗੱਲ ਸਮਝਦਾ। ਨਵਜੋਤ ਸਿੰਘ ਸਿੱਧੂ ਨੇ ਗੱਲ ਕੀਤੀ ਸੀ ਪੰਜਾਬ ਮਾਡਲ ਦੀ, ਪਰ ਪੰਜਾਬ ਮਾਡਲ ਹੁਣ ਸਰਕਾਰ ਦਾ ਉਹਨਾਂ ਦੀ ਹੋਈ ਆ। ਹਾਈ ਕਮਾਂਡ ਵੀ 4.5 ਸਾਲ ਉਹਨਾਂ ਦੀ ਸਰਕਾਰ ਦੀ ਹੀ ਰਹੀ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਉਹਦੇ ਲਈ ਉਹਨਾਂ ਦੇ ਮੁੱਖ ਮੰਤਰੀ ਸਾਬਤ ਨਹੀਂ ਕਰ ਸਕੇ ਆਪਦੀ ਪਰਫਾਰਮੈਂਸ, ਲੋਕਾਂ ਦੇ ਉਮੀਦਾਂ ਤੇ ਨਹੀਂ ਖਰੇ ਉਤਰੀ, ਕਾਂਗਰਸ ਸਰਕਾਰ ਹੀ ਨਹੀਂ ਉਤਰੀ, ਕਾਂਗਰਸ ਪਾਰਟੀ ਨਹੀਂ ਉਤਰੀ। ਉਹ ਕਹਿੰਦੇ ਆ ਮੇਰੇ ਕੋਲ ਪੰਜਾਬ ਮਾਡਲ ਹੈ, ਜਿਹੜੀ ਉਹ ਸਾਰੇ ਗੱਲ ਕਰਦੇ ਆ 18 ਨੁਕਾਤੀ ਪ੍ਰੋਗਰਾਮ ਦੀ। ਤੁਸੀਂ ਉਹਨਾਂ ਦੇ ਮਾਡਲ ਨੂੰ ਕਿਵੇਂ ਸਮਝਦੇ ਹੋ? ਬਾਕੀ ਮਾਡਲ ਹੈ ਕਿ ਉਹ ਸਿਰਫ ਸਿਆਸਤ ਦਾ ਹੀ ਮਾਡਲ ਹੈ? ਉਹਨਾਂ ਦੀਆਂ ਦੋ ਚੀਜ਼ਾਂ, ਇੱਕ ਤਾਂ ਉਹ ਲੈਂਦੀ ਹੈ ਜਿਹੜੀ ਚੀਜ਼ ਤੇ ਕਿ ਅਕਾਲੀ ਦਲ ਨੇ ਗਲਤੀਆਂ ਕੀਤੀਆਂ ਉਸ ਤੇ ਉਹਨਾਂ ਨੂੰ ਸਜ਼ਾ ਭੁਗਤਣ, ਬੇਅਦਬੀ ਵਾਲੇ ਮੁੱਦਾ ਆ ਜਾਂਦਾ ਹੈ। ਦੇਖੋ ਉਹ ਜ਼ਰੂਰੀ ਮੁੱਦੇ ਨੇ, ਉਹ ਇਹ ਨਹੀਂ ਹੈ ਮੁੱਦੇ ਜ਼ਰੂਰੀ ਨਹੀਂ ਹੈ, ਲੇਕਿਨ ਉਹ ਮੁੱਦੇ ਪੰਜਾਬ ਨੂੰ ਅੱਗੇ ਲਿਜਾਣ ਵਾਲੇ ਨਹੀਂ। ਉਹ ਹੈਗੇ ਹੈ ਕਿ ਅਸੀਂ ਕਿਵੇਂ ਇਹਦੇ 'ਚ ਇਹਨਾਂ ਨੂੰ ਠੋਕਾ ਠੁਕਾਈ ਕਰਨੀ ਹੈ ਇਹਨਾਂ ਦੀ। ਸੋ ਉਹ ਜ਼ਰੂਰੀ ਨੇ ਤਾਂ ਕਿ ਇਹ ਚੀਜ਼ਾਂ ਦੁਬਾਰਾ ਨਾ ਹੋਣ, ਲੇਕਿਨ ਉਹਦੇ ਨਾਲ ਪੰਜਾਬ 21ਵੀਂ ਸਦੀ 'ਚ ਨਹੀਂ ਜਾਂਦਾ। ਉਹ ਨਾਲ ਦੀ ਨਾਲ ਦੂਜੇ ਕੰਮ ਕਰਨੇ ਪੈਣੇ ਤੁਹਾਨੂੰ। ਇਕੱਲੇ ਉਹਨਾਂ ਮੁੱਦਿਆਂ ਨੂੰ ਲੈ ਕੇ ਬੈਠੇ ਰਹੋ, ਉਹ ਪੂਰੇ ਨਾ ਹੋਣ, ਫਿਰ ਉਹਦੇ 'ਤੇ ਤੁਸੀਂ ਨੁਕਤਾਚੀਨੀ ਕਰੀ ਜਾਓ। ਇਹ ਮਾਡਲ ਨਹੀਂ ਹੈ। ਇਹ ਤੁਸੀਂ ਫਸਾ ਲਿਆ ਪੰਜਾਬ ਨੂੰ ਇਹਦੇ 'ਚ। ਨਾ ਤੁਹਾਨੂੰ ਪਤਾ ਲੱਗਦਾ ਕਿ ਕਿਵੇਂ ਬੰਦਿਆਂ ਨੂੰ ਫੜਨਾ ਹੈ, ਕਿਵੇਂ ਸਜ਼ਾ ਦੇਣੀ ਹੈ ਨਹੀਂ ਦੇਣੀ ਹੈ, ਜਾਂ ਪਬਲਿਕ 'ਚ ਕਹਿ ਦਿਓ ਸਫਾਈ ਨਾਲ ਕਿ ਨਹੀਂ ਦੇ ਸਕਦੇ, ਜਾਂ ਕਹਿ ਦਿਓ ਨਹੀਂ ਹੈਗੇ ਜਿਹੜੇ ਬੰਦੇ ਜਿਨ੍ਹਾਂ ਦੇ ਨਾਂ ਆਉਂਦੇ ਆ ਉਹ ਨਹੀਂ ਹੈਗੇ ਇਹਦੇ 'ਚ। ਦੂਜਾ ਹੈਗਾ ਡਰੱਗਸ ਦਾ। ਹੁਣ ਦੇਖੋ ਉਹਦੇ ਨਾਲ ਜੁੜੀ ਹੋਈ ਗੱਲ ਆ ਗਈ। ਕੈਪਟਨ ਸਾਹਿਬ ਕਹਿੰਦੇ ਆ ਜੀ ਮੈਂ ਪੰਜਾਬ ਨੂੰ ਸੇਫ ਰੱਖ ਸਕਦਾ, ਸਿਕਿਉਰਿਟੀ ਦੇ ਮਾਮਲੇ 'ਚ ਸਿਰਫ ਮੈਂ ਹੀ ਕਰ ਸਕਦਾ, ਕਿਉਂਕਿ ਮੈਂ ਫੌਜੀ ਰਿਹਾ, ਮੈਂ 9 ਸਾਲ ਜਾਂ 9.25 ਸਾਲ ਹੋਮ ਮਿਨਿਸਟਰ ਰਿਹਾ। ਸੋ ਇਸ ਕਰਕੇ ਮੈਨੂੰ ਪਤਾ। ਤਾਂ ਕਰਕੇ ਜਿਹੜਾ ਨਵਾਂ ਇਹਨਾਂ ਨੇ BSF ਨੂੰ 50 ਕਿਲੋਮੀਟਰ ਦਾ ਦੇਤਾ, ਉਹਦੇ 'ਚ ਇਹਨਾਂ ਨੇ ਹਾਮੀ ਭਰੀ ਬੀਜੇਪੀ ਦੇ ਨਾਲ। ਹੁਣ ਸਵਾਲ ਇਹ ਉੱਠਦਾ ਹੈ ਕਿ ਤੁਸੀਂ ਜੇ 4 ਸਾਲ ਦੇ ਹੋਮ ਮਿਨਿਸਟਰ ਸੀ, 4.25 ਸਾਲ ਦੇ, ਆਹੀ ਪੰਜਾਬ ਪੁਲਿਸ ਤੁਹਾਡੇ ਥੱਲੇ ਸੀ, ਉਹਦੇ ਨਾਲ ਤੁਸੀਂ ਰੋਕ ਕਿਉਂ ਨਹੀਂ ਸਕੇ ਸਾਰਾ ਕੁਝ? ਨਸ਼ਾ ਤੁਸੀਂ ਰੋਕ ਨਹੀਂ ਸਕੇ, ਡਰੋਨ ਕਹਿੰਦੇ ਡਰੋਨ ਆਉਂਦੇ ਆ ਜੀ, ਤੇ ਸਮਗਲਰ ਵੀ ਆਉਂਦੇ ਆ, ਸਾਰਾ ਢਾਂਚਾ ਜਿਹੜਾ ਉਵੇਂ ਜ਼ਿਕਰੀ ਚੱਲਦਾ। ਅੱਛਾ, ਹੁਣ ਸਿਕਿਉਰਿਟੀ ਦਾ ਮੁੱਦਾ ਬਣਾ ਕੇ ਤੁਸੀਂ ਹਿੰਦੂ ਭਾਈਚਾਰੇ ਨੂੰ ਡਰਾਓ ਜਾਂ ਹੋਰਾਂ ਨੂੰ ਡਰਾਓ ਉਹਨਾਂ ਦੀਆਂ ਵੋਟਾਂ ਲੈਣ ਲਈ। ਇਹ ਮੈਂ ਸਮਝਦਾ ਇਹ ਰਾਜਨੀਤੀ ਠੀਕ ਨਹੀਂ। ਹੁਣ ਇਹਨਾਂ ਨੇ ਕਿਹਾ ਜੀ ਇੱਕ ਡਰੋਨ 30 ਕਿਲੋਮੀਟਰ ਤੇ ਫੜਾ ਗਿਆ, ਮੈਂ ਤਾਂ ਕੋਈ ਸੁਣਿਆ ਨਹੀਂ 30 ਕਿਲੋਮੀਟਰ ਤੇ। ਤੁਹਾਡਾ ਤਾਂ ਨਾਲੇ ਤਜਰਬਾ ਰਿਹਾ ਇਹ ਸਾਰਾ। ਤੁਸੀਂ ਦੇਖੋ ਉਦੋਂ ਡਰੋਨ ਚਲੋ ਨਹੀਂ ਹੁੰਦੇ ਸੀ, ਤੁਸੀਂ ਗੂਗਲ ਕਰਕੇ ਦੇਖ ਲਓ, ਡਰੋਨ ਜਿਹੜੇ ਸਿਵੀਲੀਅਨਸ ਕੋਲ ਆਉਂਦੇ ਨੇ ਉਹਦੀ ਮੈਕਸਿਮਮ 2-3-5 ਕਿਲੋਮੀਟਰ ਰੇਂਜ ਹੈ। ਉਦੋਂ ਅੱਗੇ ਤਾਂ ਉਹਦੇ 'ਚ ਕੋਈ ਕੈਮਰੇ ਲੱਗੇ ਹੋਣ, ਤੁਹਾਨੂੰ ਉਡਾ ਵੀ ਨਹੀਂ ਸਕੋਗੇ ਉਹਨੂੰ। ਨਾਲੇ ਇਹ ਸਰਦਾਰ ਸਾਹਿਬ ਸੈਂਟਰ ਗੌਰਮੈਂਟ ਦੀ ਜਿਹੜੀ ਫੌਜ ਆ ਆਪਣੀ BSF ਹੋ ਗਈ, ਸੈਂਟਰ ਏਜੰਸੀਆਂ ਨੇ, ਉਹਨਾਂ ਦਾ ਕੰਮ ਹੈ ਬਾਰਡਰ ਦੇ ਉੱਤੇ ਰੋਕਣਾ, ਜਾਂ ਪੰਜਾਬ ਸਰਕਾਰ ਦਾ ਕੰਮ ਹੈ? ਮਤਲਬ ਇਹ ਮੈਨੂੰ ਤਾਂ ਲੱਗਦਾ ਵੀ ਤੁਸੀਂ ਕੀ ਸਮਝਦੇ ਹੋ ਕਿ ਵੀ ਸੈਂਟਰ ਗੌਰਮੈਂਟ ਨਾਲ ਚਿੰਤਾ ਕਿਤੇ ਕੈਪਟਨ ਹੋਰਾਂ ਨੂੰ ਤਾਂ ਨਹੀਂ ਸੀ? ਨਹੀਂ, ਦੇਖੋ ਜੇ ਸੂਬੇ ਦੇ ਅੰਦਰ ਕੁਝ ਹੋ ਰਿਹਾ ਤਾਂ ਸਟੇਟ ਗਵਰਨਮੈਂਟ ਨੇ ਕਰਨਾ ਜੀ। ਹੁਣ ਇਹ ਕੀ ਕਰ ਰਹੇ ਨੇ ਕੈਪਟਨ ਸਾਹਿਬ ਨੇ, ਜਿਹੜਾ ਹੰਗਾਰਾ ਭਰਿਆ ਕਿ ਅੱਛਾ BSF ਆ ਜੂ 50 ਕਿਲੋਮੀਟਰ ਦਾ ਅੱਧਾ ਪੰਜਾਬ ਹੋ ਗਿਆ। ਸੋ ਇੱਕ ਤਰ੍ਹਾਂ ਤੁਸੀਂ ਪ੍ਰੈਜ਼ੀਡੈਂਟ ਰੂਲ ਲਵਾਤਾ, ਉੱਥੇ ਪੁਲਿਸ ਜੋ ਮਰਜ਼ੀ ਕਰੇ। ਹੁਣ ਉਹਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਤੁਹਾਡੇ ਕੋਲ ਜੈਮਰਸ ਨਹੀਂ ਹੈ। ਉਹ ਜਿਹੜਾ ਡਰੋਨ ਆ ਰਿਹਾ ਹੈ ਉਹਦੇ ਨਾਲ ਇੱਕ ਫਰੀਕੁਐਂਸੀ ਹੈ ਜਿਹਦੇ ਨਾਲ ਉਹ ਕੰਟਰੋਲ ਕਰ ਰਿਹਾ ਜਿਹੜਾ ਬੰਦਾ ਉਹਨੂੰ ਉਡਾ ਰਿਹਾ ਹੈ। ਉਹ ਕੋਈ ਅਮਰੀਕਨ ਡਰੋਨ ਤਾਂ ਹੈ ਨਹੀਂ ਕਿ ਉਹ 10 ਮੀਲ ਉੱਤੇ ਉੱਡ ਰਿਹਾ ਅਤੇ ਤੁਸੀਂ ਉਹਨੂੰ ਫੜ ਨਹੀਂ ਸਕਦੇ। ਤੁਸੀਂ ਜੈਮਰਸ ਨਹੀਂ ਲਾ ਸਕਦੇ, ਟੈਕਨੋਲੋਜੀ ਦੀ ਕੋਈ ਮਦਦ ਨਹੀਂ ਲੈ ਸਕਦੇ, ਤੁਸੀਂ ਲੋਕਾਂ ਨੂੰ ਚੁਕੰਨੇ ਨਹੀਂ ਕਰ ਸਕਦੇ ਜਿਹੜੇ ਇੱਥੇ ਨੇ, ਤੁਸੀਂ ਹੋਰ ਕੋਈ ਤਰੀਕਾ ਨਹੀਂ ਲੱਭ ਸਕਦੇ ਜਿਹਦੇ ਵਿੱਚ ਕਿ ਪੁਲਿਸ ਹਦਾਇਤ ਰੱਖੇ, ਉਹਨਾਂ ਨੂੰ ਪਤਾ ਲੱਗੇ ਕਿ ਡਰੋਨ ਆ ਰਿਹਾ, ਉਹਨਾਂ ਨੂੰ ਪਤਾ ਲੱਗੇ ਕਿ ਇੱਥੋਂ ਨਿਕਲ ਗਿਆ। ਏਅਰਫੋਰਸ ਦੇ ਕੋਲ ਰਡਾਰ ਨੇ, ਉਹ ਰਡਾਰਾਂ ਨਾਲ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਡਰੋਨ ਆ ਰਿਹਾ। ਇਹ ਫਿਰ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦੇ ਲਗਾਤਾਰ, ਸਰਦਾਰ ਸਾਹਿਬ ਮੈਂ ਤੁਹਾਡੀ ਗੱਲ ਵਿੱਚੋਂ ਕਰ ਰਿਹਾ, ਮਤਲਬ ਉਹਨਾਂ ਦੀ ਇਹਦੇ ਪਿੱਛੇ ਹੁਣ BJP ਨਾਲ ਵੀ ਉਹਨਾਂ ਦੀ ਸਾਂਝ ਦਾ, ਜਿਵੇਂ ਉਹਨਾਂ ਨੇ ਕਿਹਾ ਕਿ ਮੈਂ ਕਾਂਗਰਸ ਦੇ ਵਿੱਚ ਤਾਂ ਮੈਨੂੰ ਜਲੀਲ ਕੀਤਾ ਗਿਆ ਅਤੇ ਮੈਂ ਹੁਣ BJP ਦੇ ਨਾਲ ਆਪਣੀ ਇੱਕ ਵੱਖਰੀ ਪਾਰਟੀ ਬਣਾਵਾਂਗਾ, BJP ਨਾਲ ਸਮਝੌਤਾ ਮੇਰਾ ਹੋ ਸਕਦਾ, ਪਰ ਉਹ ਕਿਸਾਨੀ ਦਾ ਮੁੱਦਾ ਹੱਲ ਕਰੇ। ਹੁਣ ਜਿਹੜੇ ਇਹ ਸਿਕਿਉਰਿਟੀ ਦਾ ਮੁੱਦਾ ਕੈਪਟਨ ਅਮਰਿੰਦਰ ਸਿੰਘ ਨੇ ਉਠਾਇਆ, BJP ਦੀ ਸੁਰ ਦੇ ਵਿੱਚ ਸੁਰ ਮਿਲਾਈ ਹੈ 50 ਕਿਲੋਮੀਟਰ ਦਾ ਦਾਇਰਾ ਵਧਾਉਣ 'ਚ। ਦੂਜਾ ਕਿਸਾਨੀ ਦਾ ਮੁੱਦੇ ਦੇ ਉੱਤੇ ਉਹ ਗੱਲ ਕਰਦੇ ਨੇ ਕਿ ਮੈਂ ਹੀ ਪੰਜਾਬ ਨੂੰ ਹੱਲ ਕਰਵਾਊਂਗਾ। 4.5 ਸਾਲ ਤਾਂ ਉਹ ਕਰਵਾ ਨਹੀਂ ਸਕੇ ਕਿਉਂਕਿ ਸਾਲ ਹੋ ਗਿਆ ਬਾਰਡਰ ਦੇ ਅੰਦੋਲਨ ਨੂੰ, ਅੱਜ 11 ਮਹੀਨੇ ਹੋ ਗਏ ਨੇ ਜੀ, ਅਤੇ ਉਹੀ ਕਿਸਾਨ 750-800 ਕਿਸਾਨਾਂ ਦੀ ਸ਼ਹੀਦੀ ਹੋ ਚੁੱਕੀ ਆ, ਅਤੇ ਕੋਈ ਮੋਦੀ ਸਰਕਾਰ ਇਹਨੂੰ ਡੰਡੇ ਨਾਲ ਦਬਾਉਣਾ ਚਾਹੁੰਦੀ ਆ।
ਜੋ ਆਪਾਂ ਦੇਖ ਰਹੇ ਹਾਂ। ਲਖੀਮਪੁਰ ਦੇ ਬਾਅਦ ਇਹ ਜ਼ਾਹਿਰ ਹੀ ਹੈ, ਉਸ ਤੇ ਵੀ ਕੈਪਟਨ ਸਾਹਿਬ ਨਹੀਂ ਬੋਲੇ ਜੀ, ਉਹਨਾਂ ਦੀ ਵੀ ਕੋਈ ਸਟੇਟਮੈਂਟ ਕੋਈ ਆਪਾਂ ਸਿੱਧੀ ਨਹੀਂ ਆਈ ਲਖੀਮਪੁਰ ਤੇ। ਉਹ ਕਿਹਾ ਜੀ ਵਾਇਲੈਂਸ ਨਹੀਂ ਹੋਣੀ ਚਾਹੀਦੀ। ਕਿਸਾਨਾਂ ਦਾ ਕੀ ਹੋਊਗਾ ਜੀ, ਪਹਿਲੀ ਗੱਲ। ਦੂਜੀ, ਇਹ ਸਿਆਸਤ ਫੇਰ ਕਿਤੇ ਮਤਲਬ ਲੋਕਾਂ ਨੂੰ ਜਿਵੇਂ ਬੀਜੇਪੀ ਨੇ ਸਾਡੀ ਪੋਲਰਾਈਜੇਸ਼ਨ ਦਾ ਏਜੰਡਾ ਹੈਗਾ ਪੰਜਾਬ ਦੇ ਵਿੱਚ, ਵੰਡ ਦਿੱਤਾ ਵੱਖਰੀਆਂ ਮਤਲਬ ਹੁਣ ਪੰਜਾਬ ਦੀ ਸਿਆਸਤ ਖਿੰਡੀ ਪੁੰਡੀ ਜੀ ਹੋ ਗਈ। ਇਹਦੇ ਬਾਰੇ ਤੁਸੀਂ ਕੀ ਸਮਝਦੇ? ਦੇਖੋ, ਇਹ ਮੈਂ ਤਾਂ ਕਾਫੀ ਟਾਈਮ ਦਾ ਕਹਿ ਰਿਹਾ ਹਾਂ ਕਿ ਇਹ ਹਰਿਆਣਾ ਮਾਡਲ ਲਿਆਉਣਾ ਚਾਹੁੰਦੇ ਪੰਜਾਬ 'ਚ ਪੋਲਿਟਿਕਸ ਦਾ, ਕਿ ਕਿਸਾਨਾਂ ਦੀ ਉੱਥੇ ਜਾਟਾਂ ਦੀ ਵੋਟ ਇਹਨਾਂ ਨੇ 3 ਪਾਸੇ ਵੰਡਤੀ। ਕੁਝ ਚੁਤਾਲੇ ਲੈ ਗਏ, ਕੁਝ ਕਾਂਗਰਸ ਚਲੀ ਗਈ ਔਰ ਕੁਝ ਥੋੜੀ ਮੋਟੀ ਇੱਧਰ ਉੱਧਰ ਪੈ ਗਈ। ਤੇ ਉਹਦੇ ਵਿੱਚੋਂ ਇਹਨਾਂ ਨੇ ਕਿਹਾ ਕਿ ਜਿਹੜੇ ਨੌਨ ਜਾਟ ਸੀਗੇ ਉਹਨਾਂ ਨੂੰ ਇਕੱਠੇ ਕਰਕੇ, ਪਹਿਲੀ ਵਾਰ ਤਾਂ ਬਣਾ ਲਈ ਇਹਨਾਂ ਨੇ ਸਰਕਾਰ, ਉਹਨਾਂ ਨੂੰ ਐਜ਼ ਹਿੰਦੂ ਜੋੜਿਆ ਆਪਣੇ ਨਾਲ। ਉਹਨਾਂ ਨੂੰ ਇਹ ਨਹੀਂ ਜੋੜਿਆ ਕਿ ਇਹ ਪੰਜਾਬੀ ਨੇ। ਹੁਣ ਚੀਫ ਮਿਨਿਸਟਰ ਸਾਹਿਬ ਜਿਹੜੇ ਹਰਿਆਣੇ ਦੇ ਨੇ, ਪੰਜਾਬੀ ਤਬਕੇ ਦੇ ਨੇ, ਸੋ ਉਹਨਾਂ ਦੀ ਪੰਜਾਬੀਅਤ ਨਹੀਂ। ਉਹਨਾਂ ਨੇ ਕਿਹਾ ਇਹ ਸਾਰੇ ਹਿੰਦੂ ਨੇ, ਇਹ ਸਾਰੇ ਰਿਫਿਊਜੀ ਨੇ, ਕਿਉਂਕਿ GT ਰੋਡ ਦੀ ਜਿਹੜੀ ਬੈਲਟ ਆ ਜਾਂਦੀ ਹੈ ਇਹਦੇ ਨਾਲ ਜੁੜੇ ਹੋਏ ਉਹ ਤਬਕੇ ਨੇ ਜੇ ਪਾਕਿਸਤਾਨ ਤੋਂ ਆ ਕੇ ਰੀਸੈਟਲ ਹੋਏ ਹੈ। ਸੋ ਹਰਿਆਣੇ ਇੱਕ ਤਰ੍ਹਾਂ ਨਾਲ ਜਾਟ ਦਾ ਅੰਦਰਲਾ ਹਿੱਸਾ ਚਲਾ ਜਾਂਦਾ ਹੈ, ਹਿਸਾਰ ਵਗੈਰਾ। ਇੱਧਰਲਾ ਉੱਪਰਲਾ GT ਰੋਡ 'ਤੇ ਜਿਹੜਾ ਆਉਂਦਾ ਇਹ ਪੰਜਾਬੀਆਂ ਦਾ ਤਬਕਾ ਆ ਜਾਂਦਾ ਹੈ। ਸੋ ਇਹਦੇ 'ਚ ਉਹਨਾਂ ਨੇ ਇਹ ਤੋੜ ਕੇ ਇਹਨਾਂ ਨੂੰ ਇਕੱਠੇ ਕਰਕੇ ਆਪਣੀ ਸਰਕਾਰ ਬਣਾ ਲਈ। ਹੁਣ ਪੰਜਾਬ 'ਚ ਕੀ ਉਹ ਇਹ ਕੋਸ਼ਿਸ਼ ਕਰ ਰਹੇ ਨੇ? ਕੋਸ਼ਿਸ਼ ਤਾਂ ਇਹੀ ਸੀ ਕਿ ਕੁਝ ਦਲਿਤ ਵਰਗ ਦੇ ਆ ਜਾਣਗੀਆਂ ਇਹਨਾਂ ਕੋਲ ਵੋਟਾਂ, ਸ਼ਡਿਊਲ ਕਾਸਟ। ਜ਼ਿਆਦਾਤਰ ਜਿਹੜੀ ਇਹਨਾਂ ਦੀ ਹਿੰਦੂ ਵੋਟ ਹੈ ਤੇ ਕੈਪਟਨ ਸਾਹਿਬ ਦੀ ਹਿੰਦੂ ਵੋਟ, ਕਿਉਂਕਿ ਉਹ ਕਹਿੰਦੇ ਆ ਮੈਂ ਪੰਜਾਬ ਨੂੰ ਸੇਫ ਰੱਖ ਸਕਦਾ, ਹੋਰ ਕੋਈ ਰੱਖ ਨਹੀਂ ਸਕਦਾ। ਉਹਨਾਂ ਨੂੰ ਜੋੜ ਕੇ ਸਮਝਦੇ ਆ ਕਿ ਇਹ ਕਾਫੀ ਹੋਏਗਾ, ਇਹਦੇ ਨਾਲ ਅਸੀਂ ਕਾਫੀ ਸੀਟਾਂ ਜਿੱਤ ਸਕਦੇ ਹਾਂ। ਮਤਲਬ ਪੰਜਾਬ 'ਚ ਬੀਜੇਪੀ ਇਹ ਸੋਚਦੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਰੱਖ ਕੇ ਵੀ ਅਸੀਂ ਇਹ ਮੈਂ ਕਿਉਂ ਕਹਿਣਾ ਇਹ ਗੱਲ? ਫਿਰ ਦੇਖੋ, ਹੁਣ ਤਾਂ ਕਾਫੀ ਭੜਕ ਗਈ ਗੱਲ ਕਿ ਇਹਨਾਂ ਦੀ ਜਿਹੜੀ ਮਹਿਮਾਨ ਸੀਗੇ ਪਾਕਿਸਤਾਨ ਤੋਂ ਆਏ ਹੋਏ ਰੂਸਾ ਜੀ, ਹੁਣ ਉਹਦੇ 'ਚ ਕਿਉਂ ਜੁੜਦੀ ਹੈ ਇਹਦੇ ਨਾਲ ਉਹ ਗੱਲ? ਚਲੋ ਇਹਨਾਂ ਦੇ ਦੋਸਤ ਸੀ, ਇਹਨਾਂ ਨੇ ਰੱਖੇ ਨਹੀਂ ਰੱਖੇ, ਉਹ ਇਹਨਾਂ ਨੇ ਕਿਹਾ ਉਹ ਤਾਂ 15 ਸਾਲ ਦੇ ਆ ਰਹੇ ਆ। ਹੁਣ ਮੈਂ ਇਹਨਾਂ ਨੂੰ ਦੱਸਣਾ ਚਾਹੂੰਗਾ ਕਿ ਸਾਡੇ ਫੋਰਨ ਸਰਵਿਸ ਜਦ ਅਸੀਂ ਆਉਂਦੇ ਹਾਂ ਵਿਦੇਸ਼ ਸਰਵਿਸ 'ਚ, ਹੁਣ ਇਹਨਾਂ ਨੇ ਤਬਦੀਲੀ ਕੁਛ ਉਹਦੇ 'ਚ ਲਿਆਂਦੀ ਹੈ। ਜੇ ਤੁਸੀਂ ਫੋਰਨਰ ਨਾਲ ਵਿਆਹ ਕਰਾਓ ਤਾਂ ਤੁਹਾਨੂੰ ਅਸਤੀਫਾ ਦੇਣਾ ਪੈਂਦਾ ਇਸ ਸਰਵਿਸ ਤੋਂ। ਠੀਕ ਹੈ ਜੀ। ਤੁਹਾਨੂੰ ਪਰਮਿਸ਼ਨ ਨਹੀਂ ਸੀ ਮਿਲਦੀ। ਸ਼ਾਦੀ ਤੁਸੀਂ ਨਹੀਂ ਕਰਾ ਸਕਦੇ ਸੀ ਕਿਸੇ ਵਿਦੇਸ਼ੀ ਨਾਲ, ਭਾਵੇਂ ਜਿੰਨਾ ਮਰਜ਼ੀ ਚੰਗਾ ਹੋਵੇ। ਪਾਕਿਸਤਾਨੀ ਤਾਂ ਗੱਲ ਹੀ ਛੱਡੋ, ਸਵਾਲ ਹੀ ਪੈਦਾ ਹੁੰਦਾ ਪਾਕਿਸਤਾਨੀ ਨਾਲ ਕਰਾ ਲਓ ਜਾਂ ਚੀਨੀ ਨਾਲ ਕਰਾ ਲਓ। ਜਿਹੜੇ ਦੇਸ਼ਾਂ ਨਾਲ ਤੁਹਾਡੇ ਮੁੱਦੇ ਨੇ ਔਰ ਤਣਾਅ ਹੈ, ਉਹਨਾਂ ਦੇ ਤੁਸੀਂ ਸਿਟੀਜ਼ਨ ਨਾਲ ਸ਼ਾਦੀ ਕਰਾ ਲਓ ਤਾਂ ਡਿਪਲੋਮੇਸੀ ਕਿਵੇਂ ਚੱਲੂਗੀ? ਸੋ ਇਸ ਕਰਕੇ ਇਹ ਅਲਾਊ ਨਹੀਂ ਸੀ ਹੁੰਦਾ। ਇੱਕ ਅੱਧਾ ਪੁਰਾਣੇ ਟਾਈਮ 'ਚ ਹੋਇਆ, ਨਹਿਰੂ ਸਾਹਿਬ ਤੱਕ ਗੱਲ ਗਈ, ਸਪੇਨ ਦੇ ਸੀਗੇ, ਖੀਸ਼ਾ ਸਾਹਿਬ ਹੁੰਦੇ ਸੀ, ਉਹਨਾਂ ਦੀ ਵਾਈਫ ਸਪੇਨ ਤੋਂ ਸੀ। ਇੱਕ ਦੋ ਨੂੰ ਪੰਡਿਤ ਨਹਿਰੂ ਨੇ ਪਰਮਿਸ਼ਨ ਦਿੱਤੀ, ਅਦਰਵਾਈਜ਼ ਸਿੱਧਾ ਹੀ ਇਹ ਹੁੰਦਾ ਸੀ 2-3 ਨੇ ਰਿਜ਼ਾਈਨ ਕੀਤਾ ਕਿ ਜੇ ਤੁਸੀਂ ਸ਼ਾਦੀ ਕਰਾਣੀ ਹੈ ਫਿਰ ਸਰਵਿਸ ਛੱਡ ਦਿਓ। ਤਾਂ ਇਹ ਜਿਹੜੀ ਗਲਤੀ ਕਰ ਰਹੇ ਨੇ ਕੈਪਟਨ ਸਾਹਿਬ, 15 ਸਾਲ ਇਹ ਆਣੀ ਸ਼ੁਰੂ ਹੋਈ ਜਦ ਇਹ 2 ਸਾਲ ਇਹਨਾਂ ਦੇ ਪਹਿਲੇ ਟਰਮ ਦੇ ਬਚੇ ਸੀ CM ਦੇ। ਪਹਿਲਾਂ ਸਰਕਾਰ, ਹਾਂ, ਉਹਦੇ 'ਚ ਵਾਜਪਾਈ ਸਾਹਿਬ ਦਾ ਖਤਮ ਹੋ ਰਿਹਾ ਸੀ। ਜਿਹੜੀ ਸਰਕਾਰ ਸ਼ਾਇਦ ਪਰਮਿਸ਼ਨ ਨਾ ਦਿੰਦੀ ਬਾਰ-ਬਾਰ ਵੀਜ਼ਿਆਂ ਦੀ, ਉਹਦੇ ਬਾਅਦ ਮਨਮੋਹਨ ਸਿੰਘ ਸਰਕਾਰ ਆ ਗਈ। ਉਹ ਇਹਨਾਂ ਦੀ ਆਪਣੀ ਸਰਕਾਰ ਸੀ, ਇਹਨਾਂ ਨੇ ਕਹਿ ਸੁਣ ਕੇ ਵੀਜ਼ੇ ਰੀਨਿਊ ਕਰਦੇ ਰਹੇ। ਉਹ ਵੀ ਇਹਨਾਂ ਨੂੰ ਬੜਾ ਜ਼ੋਰ ਲਾਉਣਾ ਪਿਆ। ਮੈਨੂੰ ਪਤਾ ਬੜਾ ਜ਼ੋਰ ਲੱਗਦਾ ਸੀ, ਬੜੀ ਉਹਦੀ ਆਪੋਜੀਸ਼ਨ ਹੁੰਦੀ ਸੀ, ਮੁਖਾਲਫਤ ਹੁੰਦੀ ਸੀ ਕਿ ਬਾਰ-ਬਾਰ ਵੀਜ਼ਾ ਨਾ ਦਿਓ। ਪਰ ਇਹ ਪਾਵਰ 'ਚ ਨਹੀਂ ਸੀ ਉਦੋਂ। ਸੀ ਇੱਕ ਪ੍ਰਾਈਵੇਟ ਬੰਦੇ ਕੋਲ, ਭਾਵੇਂ ਪੋਲੀਟੀਸ਼ੀਅਨ ਹੀ ਹੋਵੇ, ਇੱਕ ਪਾਕਿਸਤਾਨੀ ਦਾ ਰਹਿਣਾ ਉਹਦੇ ਨਾਲ, ਫਿਰ ਵੀ ਤੁਸੀਂ ਕਹਿੰਦੇ ਆ ਚਲੋ ਠੀਕ ਹੈ, ਰਹੀ ਜਾਣ ਦਿਓ। ਲੇਕਿਨ ਜਦ ਤੁਸੀਂ ਦੂਜੀ ਵਾਰ ਚੀਫ ਮਿਨਿਸਟਰ ਬਣ ਗਏ, ਉਹ ਰਹਿੰਦੀ ਹੋਵੇ ਔਰ BJP ਦੀ ਸਰਕਾਰ ਜਿਹੜੀ ਕਿ ਇੰਨੀ ਸਖਤਾਈ ਕਰ ਰਹੀ ਹੈ ਕਿ ਹੁਣ ਹਾਈ ਕਮਿਸ਼ਨ ਕੋਲ ਵੀ ਪਾਕਿਸਤਾਨ 'ਚ ਇਖਤਿਆਰ ਨਹੀਂ ਵੀਜ਼ਾ ਦੇਣ ਦਾ। ਚੰਗਾ ਤੋਂ ਚੰਗਾ ਉੱਥੇ ਬੰਦਾ ਆ ਜੇ, ਕੋਈ ਜੱਜ ਵੀ ਹੋਵੇ ਉੱਥੋਂ ਦੇ ਹਾਈ ਕੋਰਟ ਦਾ, ਕੋਈ ਜਾਣਾ ਮਾਨਿਆ ਬੰਦਾ ਵੀ ਹੋਵੇ, ਉਹਦਾ ਵੀ ਕੇਸ ਦਿੱਲੀ ਆਉਂਦਾ। ਇਹ ਅਮਿਤ ਸ਼ਾਹ ਜੀ ਨੇ ਇਹ ਬਦਲੀ ਹੈ ਪਾਲਿਸੀ। ਤਾਂ ਜੇ ਇਹ ਪਾਲਿਸੀ ਸੀ ਕਿ ਸਿਰਫ ਹੋਮ ਮਿਨਿਸਟਰੀ ਦੇ ਸਕਦੀ ਹੈ ਵੀਜ਼ਾ, ਤਾਂ ਇਹਦਾ ਮਤਲਬ ਹੋਮ ਮਿਨਿਸਟਰੀ ਦੀ ਅੱਛੀ ਨਿਗਾਹ ਨਾਲ ਦੇਖ ਰਹੀ ਸੀ ਹੋਮ ਮਿਨਿਸਟਰ ਕੈਪਟਨ ਸਾਹਿਬ ਨੂੰ। ਨਹੀਂ ਉਹ ਵੀਜ਼ਾ ਕਿਉਂ ਦੇਈ ਜਾਣ ਜਦ ਇੰਨੇ ਉਹ ਸਖਤ ਨੇ ਪਾਕਿਸਤਾਨ 'ਤੇ। ਆਰਟੀਕਲ 370 ਉਹਨਾਂ ਨੇ ਉਡਾਤਾ ਕਸ਼ਮੀਰ 'ਚ, ਉਹਨਾਂ ਨੇ ਸਟ੍ਰਾਈਕ ਮਾਰੀ, ਜੈਟਾਂ ਦਾ ਅਟੈਕ ਕਰਤਾ ਪਾਕਿਸਤਾਨ 'ਤੇ ਬਾਲਾਕੋਟ 'ਚ, ਤੇ ਇੱਥੇ ਵੀਜ਼ੇ ਕਿਉਂ ਬਾਰ-ਬਾਰ ਦੇ ਗਏ? ਤਾਂ ਇਹਦਾ ਮਤਲਬ ਕੋਈ ਪੁਰਾਣੇ ਇਹਨਾਂ ਦੇ ਸੰਬੰਧ ਸੀ। ਉਹ ਦੂਰ ਦੀ ਇਨਵੈਸਟਮੈਂਟ ਕਰ ਰਹੇ ਸੀ ਕਿ ਇਹਨਾਂ ਨੂੰ ਨਾਲ ਰੱਖੋ, ਇਹ ਹੋ ਸਕਦਾ ਹੈ ਸਾਡੇ ਕਿਸੇ ਟਾਈਮ ਕੰਮ 'ਚ ਆਉਣ। ਬਿਲਕੁਲ ਇਸ ਤਰ੍ਹਾਂ ਦੇ ਹੀ ਚਰਚੇ ਨੇ ਜੀ ਸਾਰੇ ਪਾਸੇ। ਤੁਸੀਂ ਤਾਂ ਬੜੇ ਤੱਥਾਂ ਦੇ ਨਾਲ ਇਹਦੇ ਉੱਤੇ ਗੱਲ ਕੀਤੀ ਆ, ਕਿਉਂਕਿ ਮੁੱਖ ਮੰਤਰੀ ਜੇ ਨਵਜੋਤ ਸਿੱਧੂ ਦੇ ਉੱਤੇ, ਆਪਣੇ ਮਿਨਿਸਟਰ ਦੇ ਉੱਤੇ, ਜਦੋਂ ਨਵਜੋਤ ਸਿੱਧੂ ਮੰਤਰੀ ਸੀ ਤੇ ਉਹ ਜਦੋਂ ਪਾਕਿਸਤਾਨੀ ਆਪਣੇ ਦੋਸਤ ਦੇ ਫੰਕਸ਼ਨ
ਪ੍ਰਧਾਨ ਮੰਤਰੀ ਤੇ ਜਾਂਦਾ ਹੈ ਤਾਂ ਉਹਨਾਂ ਨੂੰ ਕਹਿੰਦੇ ਕਿ ਉੱਥੋਂ ਦੇ ਆਰਮੀ ਚੀਫ ਨੂੰ ਜੱਫੀ ਪਾਉਣੀ, ਆਪਣੇ ਮੰਤਰੀ ਤੱਕ ਇੱਥੋਂ ਤੱਕ ਸਵਾਲ ਕਰਦੇ ਨੇ ਕਿ ਉਹ ਬਾਜਵਾ ਨੂੰ ਪਾ ਕੇ ਆਏ ਨੇ। ਤਾਂ ਫਿਰ ਦੂਜੇ ਪਾਸੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਪਾਕਿਸਤਾਨੀ ਇੱਕ ਉਹਨਾਂ ਦੀ ਦੋਸਤ ਰਹਿੰਦੀ ਆ ਜਿਹੜੀ ਕਿ ਇੱਕ ਵਿਦੇਸ਼ੀ ਮਾਮਲਿਆਂ ਦੀ ਪੱਤਰਕਾਰ ਵੀ ਮੰਨੀ ਜਾਂਦੀ ਆ। ਦੂਜਾ ਉਹ ਕਿਤੇ ਨਾ ਕਿਤੇ ਸਾਡੀਆਂ ਏਜੰਸੀਆਂ ਵੀ ਇਹਨਾਂ ਨਿਗਾਹ ਰੱਖਦੀਆਂ ਨੇ ਕਿ ISI ਨਾਲ ਨਾ ਕੋਈ ਉਹਨਾਂ ਦੇ ਤਾਲੁਕਾਤ ਹੋਣ। ਇਹ ਫਿਰ ਲੋਕ ਤਾਂ ਇਹਦੇ ਬਾਰੇ ਸਮਝਦੇ ਨੇ ਜੀ ਗੱਲ। ਇਹਦਾ ਵੀ ਮੈਂ ਤੁਹਾਨੂੰ ਇੱਕ ਹੋਰ ਦਿੰਦਾ ਉਦਾਹਰਨ। ਚਲੋ ਅਸੀਂ ਨਹੀਂ ਜਾਣਦੇ, ਅਸੀਂ ਇਹ ਨਹੀਂ ਕਹਿੰਦੇ ਕਿ ISI ਨਾਲ ਉਹ ਜੁੜੀ ਹੋਈ ਸੀ। ਪਾਕਿਸਤਾਨ ਦੇ ਵਿੱਚ ਜਦ ਭਲੇ ਟਾਈਮ 'ਚ, ਹੁਣ ਤਾਂ ਚਲੋ ਹਾਈ ਕਮਿਸ਼ਨਰ ਵੀ ਹੈ ਨਹੀਂ, ਜਿਹੜਾ ਵੀਜ਼ਾ ਲੈਣ ਇਸਲਾਮਾਬਾਦ 'ਚ ਬੰਦਾ ਆਉਂਦਾ ਸੀ, ਉਹ ਕਰਾਚੀ ਦੀ ਤਾਂ ਸਾਡੀ ਕੌਂਸੂਲੇਟ ਬੰਦ ਕੀਤਿਆਂ ਬੜੇ ਸਾਲ ਹੋ ਗਏ ਅਤੇ ਵੀਜ਼ੇ ਸਿਰਫ ਇਸਲਾਮਾਬਾਦ 'ਚ ਮਿਲਦੇ ਸੀ। ਉਹ ਸਿੱਧੇ ਹਾਈ ਕਮਿਸ਼ਨ 'ਚ ਨਹੀਂ ਆ ਸਕਦੇ। ਪਾਕਿਸਤਾਨ ਨੇ ਇੱਕ ਅਲੱਗ ਜਗ੍ਹਾ ਰੱਖੀ ਹੋਈ ਸੀ, ਉੱਥੇ ਉਹ ਇਕੱਠੇ ਹੁੰਦੇ ਸੀ ਪਹਿਲਾਂ, ਫਿਰ ਉਹਨਾਂ ਨੂੰ ਬੱਸਾਂ 'ਚ ਬਿਠਾ ਕੇ ਹਾਈ ਕਮਿਸ਼ਨ ਲਿਆਇਆ ਜਾਂਦਾ। ਉਹਨਾਂ ਦੀ ਇੱਕ ਇੱਕ ਦੀ ਇੰਟਰਵਿਊ ਹੁੰਦੀ ਹੈ ਪਾਕਿਸਤਾਨ ਦੀ ISI ਤੋਂ। ਹਰੇਕ ਬੰਦੇ ਨੂੰ ਪੁੱਛਦੇ ਨੇ, ਤੂੰ ਕਿਉਂ ਜਾ ਰਿਹਾ ਹਿੰਦੁਸਤਾਨ, ਤੂੰ ਉੱਥੇ ਕਿਹਦੇ ਕੋਲ ਰਹੇਗਾ, ਉਹ ਕੀ ਕਰਦਾ ਹੈ। ਅੱਛਾ ਕੋਈ ਨਿਕਲ ਆਇਆ ਜੀ ਉਹ ਫੌਜ 'ਚ ਹੈ, ਫਿਰ ਉਹਨੂੰ ਕਹਿਣਗੇ ਅੱਛਾ ਤੂੰ ਪਤਾ ਕਰਕੇ ਆ। ਸੋ ਉਹ ਹਰੇਕ ਬੰਦੇ ਤੋਂ ਇਹ ਸ਼ਨਾਖਤ ਕਰਦੇ ਹੈ ਕਿ ਇਹਨੂੰ ਇਸਤੇਮਾਲ ਕਰ ਸਕਦੇ ਹੈ ਕਿ ਨਹੀਂ। ਕਰਤਾਰਪੁਰ ਸਾਹਿਬ ਕੋਰੀਡੋਰ ਵੀ ਜਿਹੜੀ ਸਿੱਧੂ ਸਾਹਿਬ ਗੱਲ ਨਹੀਂ ਸਮਝੇ, ਉਹ ਨਹਾਇਤ ਜ਼ਰੂਰੀ ਹੈ ਸਾਡੇ ਲਈ, ਲੇਕਿਨ ਉਹਨਾਂ ਨੇ ਆਪਣੀ ਫਿਰਾਕ ਦਿਲੀ ਨਾਲ ਨਹੀਂ ਦਿੱਤਾ ਸਾਨੂੰ ਪਾਕਿਸਤਾਨੀ। ਜੇ ਪਾਕਿਸਤਾਨ ਦੀ ਸਰਕਾਰ ਨੇ ਦਿੱਤਾ ਹੁੰਦਾ ਤਾਂ ਸਿੱਧੂ ਸਾਹਿਬ ਨੂੰ ਪੁੱਛਣ ਵਾਲਾ ਇਹ ਸਵਾਲ ਹੈ ਕਿ ਇਹਨਾਂ ਨੂੰ ਇਮਰਾਨ ਖਾਨ ਨੇ ਕਿਉਂ ਨਾ ਦੱਸਿਆ। ਇਹਨਾਂ ਦਾ ਦੋਸਤ ਇਮਰਾਨ ਖਾਨ ਸੀ ਨਾ, ਇਹਨਾਂ ਨੂੰ ਪਾਕਿਸਤਾਨ ਦੇ ਆਰਮੀ ਚੀਫ ਨੇ ਕਿਉਂ ਦੱਸਿਆ। ਬਿਲਕੁਲ ਜੀ, ਇਹ ਫੈਸਲਾ ਇਮਰਾਨ ਖਾਨ ਦਾ ਨਹੀਂ ਸੀ। ਇਮਰਾਨ ਖਾਨ ਨੇ ਤਾਂ ਹਲੇ ਸਹੁੰ ਹੀ ਨਹੀਂ ਸੀ ਚੱਕੀ, ਸਹੁੰ ਚੱਕੀ ਜਾ ਰਹੀ ਸੀ ਉਦੋਂ ਜਦ ਇਹਨਾਂ ਨੇ ਉਹਦਾ ਸ਼ੁਕਰੀਆ ਕਰਤਾ ਜੱਫੀ ਪਾ ਕੇ। ਇਹ ਫੈਸਲਾ ਉਹਨਾਂ ਨੇ ਜਾਣ ਕੇ ਆਪਣੇ ਆਰਮੀ ਚੀਫ ਦੇ ਰਸਤੇ ਕਨਵੇ ਕੀਤਾ। ਹੁਣ ਜਿਹੜੇ ਪਾਕਿਸਤਾਨ ਨਾਲ ਅਸੀਂ ਤਾਂ ਵਰਤਿਆ ਹੋਇਆ, ਜਿਹਨਾਂ ਨਹੀਂ ਵਰਤਿਆ ਹੋਏ ਉਹਨਾਂ ਦੇ ਨਹੀਂ ਸਮਝਦੇ ਉਹਨਾਂ ਦੀਆਂ ਚਾਲਾਂ। ਉਹਨਾਂ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਉਹ ਅੱਖਾਂ ਰੱਖਣਗੇ ਬੰਦੇ ਤੇ। ਇਹ ਤਾਂ ਜਾਣਗੇ ਸ਼ਰਧਾਲੂ ਵਿਚਾਰੇ ਮੱਥਾ ਟੇਕਣ, ਉਹ ਪੂਰੀ ਉਹਨਾਂ ਦੀ ਸ਼ਨਾਖਤ ਕਰਨਗੇ। ਚਲੋ ਵੀਜ਼ਾ ਨਹੀਂ ਹੈ, ਲੇਕਿਨ ਉਹ ਤੁਹਾਡੀ ਡਿਟੇਲ ਤਾਂ ਪੂਰੀ ਲੈਂਦੇ ਆ ਨਾ, ਪਿਓ ਕੌਣ ਹੈ, ਕਿੱਥੋਂ ਦਾ ਹੈ, ਨੰਬਰ ਕੀ ਹੈ, ਮੋਬਾਈਲ ਕੀ ਹੈ। ਉਹਨਾਂ ਨੂੰ ਇੱਕ ਤਰ੍ਹਾਂ ਨਾਲ ਜਾਂਚ ਹੋਏਗੀ ਕਿ ਇਹਦੇ 'ਚ ਕੋਈ ਬੰਦਾ ਐਸਾ ਜਿਹਨੂੰ ਅਸੀਂ ਇਸਤੇਮਾਲ ਕਰ ਸਕੀਏ। ਸੋ ਜੇ ਤੁਹਾਡੇ ਰਿਸ਼ਤੇ ਪਾਕਿਸਤਾਨ ਨਾਲ ਨਹੀਂ ਠੀਕ, ਜੇ ਕਸ਼ਮੀਰ 'ਤੇ ਉਹ ਦਖਲ ਅੰਦਾਜ਼ੀ ਚੱਲੇਗੀ ਉਹਨਾਂ ਦੀ, ਜੇ ਉਹ ਆਤੰਕਵਾਦ ਨੂੰ ਧੱਕਣਗੇ, ਫਿਰ ਕਰਤਾਰਪੁਰ ਕੋਰੀਡੋਰ ਕਿਵੇਂ ਅਮਨ ਦਾ ਕੋਰੀਡੋਰ ਬਣ ਜਾਏਗਾ। ਅਸੀਂ ਤਾਂ ਸਮਝਾਂਗੇ ਉਹਨੂੰ ਅਮਨ ਦਾ ਕੋਰੀਡੋਰ, ਅਸੀਂ ਗੁਰੂ ਦੇ ਦਰਸ਼ਨ ਉੱਥੇ ਪੈਰਾਂ 'ਚ ਜਾ ਕੇ ਮੱਥਾ ਟੇਕਣਾ, ਲੇਕਿਨ ਉਹਨੂੰ ਅਮਨ ਦਾ ਕੋਰੀਡੋਰ ਨਹੀਂ ਸਮਝਦੇ। ਇਹ ਸਾਨੂੰ ਬੇਵਕੂਫ ਨਹੀਂ ਬਣਨਾ ਚਾਹੀਦਾ ਇਹ ਸਮਝ ਕੇ। ਤਾਂ ਇਸ ਕਰਕੇ ਜਿਹੜਾ ਬੰਦਾ, ਮੈਂ ਕਹਿ ਰਿਹਾ ਜਿਹੜੇ ਵੀਜ਼ੇ ਲੈਣ ਆਉਂਦਾ ਉਹਨੂੰ ਵੀ ਪੁੱਛਦੇ ਹੈ, ਇੱਕ ਐਸੀ ਲੇਡੀ ਜਿਹੜੀ ਬਾਰ-ਬਾਰ ਬਾਰਡਰ ਕ੍ਰਾਸ ਕਰੇ, ਪੰਜਾਬ ਦੇ ਚੀਫ ਮਿਨਿਸਟਰ ਦੇ ਘਰ ਰਹਿੰਦੀ ਹੋਵੇ, ਉਹਨੂੰ ਪਾਕਿਸਤਾਨ ਦਾ ISI ਕੁਝ ਕਹੇ ਹੀ ਨਾ, ਉਹ ਤਾਂ ਸਵਾਲ ਹੀ ਨਾ ਪੁੱਛੇ ਜਦ ਉਹ ਵਾਪਸ ਜਾਵੇ। ਦੂਜਾ DGP ਵੀ ਪੰਜਾਬ ਦਾ, ਚੀਫ ਸੈਕਟਰੀ ਵੀ ਪੰਜਾਬ ਦਾ। ਨਹੀਂ ਉਹਨਾਂ ਨੂੰ ਸਭ ਪਤਾ ਹੈ, ISI ਨੂੰ ਸਭ ਪਤਾ ਹੈ। ਸੋ ਜਾਂ ਤਾਂ ਮੈਂ ਮੰਨ ਸਕਦਾ ਸੀਗਾ ਕਿ ਉਹ ਦੁਬਈ 'ਚ ਰਹਿੰਦੀ, ਉਹ ਕਹਿੰਦੀ ਮੈਂ ਪਾਕਿਸਤਾਨ ਵਾਪਸ ਨਹੀਂ ਜਾ ਰਹੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਮੇਰਾ ਦੋਸਤਾਨਾ ਹੈ ਔਰ ਉਹ ਮੇਰੇ ਤੋਂ ਜਵਾਬ ਸਵਾਲ ਕਰਦੇ ਆ, ਮੈਂ ਉੱਥੇ ਨਹੀਂ ਜਾਣਾ, ਮੈਨੂੰ ਪ੍ਰੈਸ ਕਰਦੇ ਆ। ਜੇ ਉਹ ਬਾਰਡਰ ਕ੍ਰਾਸ ਕੇ ਆਰ ਪਾਰ ਜਾ ਰਹੀ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਉੱਥੋਂ ਦੇ ਜਿਹੜੇ ਸਿਕਿਉਰਿਟੀ ਏਜੰਸੀਜ਼ ਹੈ ਉਹ ਉਹਦੇ ਨਾਲ ਨਾ ਖੁਸ਼ ਨਹੀਂ ਹੈ। ਉਹ ਕਿਸ ਲਈ ਨਾ ਖੁਸ਼ ਨਹੀਂ ਹੈ, ਉਹ ਉਹਨਾਂ ਨੂੰ ਕੁਛ ਦੱਸਦੀ ਹੋਏਗੀ, ਕੁਛ ਤਾਂ ਦਿੰਦੀ ਹੋਊ ਨਾ। ਸਿਕਿਉਰਿਟੀ ਵਾਲੇ ਨੇ ਕੋਈ ਇਹ ਤਾਂ ਹੈ ਨਹੀਂ ਕਿ ਪੰਜਾਬ ਤੋਂ ਜੀ ਕਸ਼ਮੀਰ ਦੀਆਂ ਸ਼ਾਲਾਂ ਦੇਤੀਆਂ ਲਿਜਾ ਕੇ, ਸ਼ਾਹਤੋਸ਼ ਦੀ ਸ਼ਾਲ ਦੇਤੀ, ਇਸ ਕਰਕੇ ਤਾਂ ਨਹੀਂ ਪੰਜਾਬ ਦੀ ਉਹਨਾਂ ਦੀ ISI ਇੰਤਜ਼ਾਰ ਕਰ ਰਹੀ। ਤਾਂ ਇਹ ਸੋਚਣ ਵਾਲੀਆਂ ਗੱਲਾਂ। ਕੈਪਟਨ ਸਾਹਿਬ ਇਹ ਕਹਿੰਦੇ ਆ ਕਿ ਮੈਂ ਤਾਂ ਇੱਕ ਗੱਲ ਨੂੰ ਲੌਜੀਕਲ ਕਰ ਰਿਹਾ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹ IS ਨਾਲ ਜੁੜੀ ਸੀ, ਨਹੀਂ ਜੁੜੀ ਸੀ। ਮੈਂ ਇਹ ਕਹਿ ਰਿਹਾ ਕਿ ਇਹ ਅਜ਼ਿਊਮ ਕਰ, ਸਾਨੂੰ ਇਹ ਸੋਚ ਲੈਣਾ ਚਾਹੀਦਾ ਹੈ, ਹੋ ਸਕਦਾ ਨਹੀਂ ਜੁੜੀ ਸੀ, ਲੇਕਿਨ ਇੰਨਾ ਜ਼ਿਆਦਾ ਅਤਬਾਰ ਕਰਨਾ ਕਿ ਤੁਸੀਂ ਇਹ ਕਹੋ ਕਿ ਸਾਰੇ ਬੰਦੇ ਗਲਤ ਹੈ, ਇਹ ਨਹੀਂ ਜੁੜੀ, ਇਹ ਕੈਪਟਨ ਸਾਹਿਬ ਕਿਵੇਂ ਇਸ ਗੱਲ 'ਤੇ ਠੱਪਾ ਲਾ ਸਕਦੇ ਆ ਔਰ ਪੰਜਾਬ ਨੂੰ ਸਮਝਾ ਸਕਦੇ ਆ ਇਸ ਗੱਲ 'ਤੇ। ਤਾਂ ਇਹ ਗੱਲਾਂ ਸਮਝਣ ਵਾਲੀਆਂ ਨੇ ਔਰ ਉਹੀ ਹੁਣ ਨਵੀਂ ਪਾਰਟੀ ਬਣਾ ਕੇ ਕਹਿੰਦੇ ਆ ਮੈਂ ਸੁਰੱਖਿਆ ਦੇ ਸਕਦਾ ਪੰਜਾਬ ਨੂੰ, ਪ੍ਰਾਮ ਸੁਰੱਖਿਅਤ ਨਹੀਂ ਰਹਿ ਸਕਦਾ ਮੇਰੇ ਬਿਨਾਂ। ਉਹ ਕਿਵੇਂ ਜੀ? ਮੈਂ ਫੌਜੀ ਰਿਹਾ, ਮੈਂ ਹੋਮ ਮਿਨਿਸਟਰ ਰਿਹਾ। ਹੋਮ ਮਿਨਿਸਟਰ ਰਹਿੰਦਿਆਂ ਤਾਂ ਤੁਸੀਂ ਆਹ ਕਾਰਜ ਕੀਤੇ ਨੇ ਕਿ ਤੁਸੀਂ ਡਰੋਨਾਂ ਨੂੰ ਨਹੀਂ ਰੋਕ ਸਕੇ, ਤੁਸੀਂ ਡਰੱਗਸ ਨੂੰ ਨਹੀਂ ਰੋਕ ਸਕੇ, ਅਤੇ ਫਿਰ ਤੁਸੀਂ ਕੀ ਸਿੱਖਿਆ? ਹੁਣ ਮੈਂ ਦੱਸਦਾ, ਮੈਂ ਪਾਕਿਸਤਾਨ ਨਾਲ 2 ਵਾਰ ਡੀਲ ਕੀਤਾ।
ਜਦ ਐਂਟੀ ਟੈਰਰਿਜ਼ਮ ਕਮੇਟੀ 2006 ਦੇ ਬਾਅਦ ਬਣੀ ਹੈ, ਨਵੀਂ ਜਦ ਬਣੀ ਹੈ, ਮੈਂ ਪਹਿਲੀ ਲਈ ਮੈਂ ਪਾਕਿਸਤਾਨ ਗਿਆ। ਮੁਸ਼ਰਫ ਸਾਹਿਬ ਨੇ, ਮਨਮੋਹਨ ਸਿੰਘ ਹੋਣਾ ਨੇ, ਇਹਨਾਂ ਨੇ ਉੱਥੇ ਨਾਨ ਅਲਾਈਨ ਮੂਵਮੈਂਟ ਦੀ ਕਾਨਫਰੰਸ ਸੀ ਕਿਊਬਾ 'ਚ, ਉਹਦੇ 'ਚ ਇੱਕ ਪਾਸੇ ਜਾ ਕੇ ਇਹਨਾਂ ਨੇ ਤੈਅ ਕਰ ਲਿਆ ਕਿ ਬਈ ਇਹ ਕਿਵੇਂ ਸਮਝਾਈਏ ਸਾਡੇ ਲੋਕਾਂ ਨੂੰ, ਕਿਉਂਕਿ ਇੱਥੇ ਉਹ ਬੰਬ ਬਲਾਸਟ ਹੋ ਗਏ ਸੀ ਟ੍ਰੇਨ ਦੇ ਵਿੱਚ, ਕਿ ਉਹਨਾਂ ਨੂੰ ਕਿਵੇਂ ਸਮਝਾਈਏ ਅਸੀਂ ਪਾਕਿਸਤਾਨ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਨੇ ਕਿਹਾ ਇੱਕ ਕਮੇਟੀ ਸੈਟਅਪ ਕਰ ਦਿਓ, ਆਤੰਕਵਾਦ 'ਤੇ ਉਹ ਗੱਲਬਾਤ ਕਰੇਗੀ ਪਾਕਿਸਤਾਨ ਦੇ ਨਾਲ। ਮੈਂ ਪਹਿਲੀ ਮੀਟਿੰਗ ਲਈ, ਅੱਜ ਮੈਂ ਤੁਹਾਨੂੰ ਦੱਸਦਾ, ਮੈਂ ਪਾਕਿਸਤਾਨ ਗਿਆ ਔਰ ਮੇਰਾ ਉਹ ਵਾਕਫ ਸੀ, ਮੇਰਾ ਜਿਹੜਾ ਸੇਮ ਸਤਰ ਦਾ ਅਫਸਰ ਐਡੀਸ਼ਨਲ ਸੈਕਟਰੀ, ਕਿਉਂਕਿ ਅਸੀਂ ਦੋਨੋਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨਾਲ ਡੀਲ ਕਰਦੇ ਸੀ। ਉਹ ਮੈਨੂੰ ਬਦਲਿਆ ਨਜ਼ਰ ਆਵੇ ਜਦ ਗੱਲਬਾਤ ਸ਼ੁਰੂ ਕੀਤੀ। ਉਹਦੇ ਨਾਲ 2 ਬੰਦੇ ਫੌਜ ਦੇ ਬੈਠੇ, ISI ਦੇ ਹੋਣੇ ਆ। ਜਦ ਗੱਲਬਾਤ ਸ਼ੁਰੂ ਹੋਈ, ਉਹ ਪ੍ਰੈਸ਼ਰ ਸੀ, ਉਹ ਅੱਖ 'ਚ ਅੱਖ ਨਾ ਮਿਲਾਵੇ। ਉਹ ਕਹਿੰਦਾ ਅਸੀਂ ਆਤੰਕਵਾਦ 'ਤੇ ਸਿਰਫ ਉਹ ਗੱਲ ਕਰ ਸਕਦੇ ਹਾਂ ਜਿਹੜਾ ਅੱਗੇ ਨੂੰ ਆਤੰਕਵਾਦ ਹੋਊਗਾ। ਮੈਂ ਕਿਹਾ ਜੀ ਫਿਰ ਤਾਂ ਕਮੇਟੀ ਦਾ ਕੋਈ ਫਾਇਦਾ ਹੈ ਨਹੀਂ। ਸਾਡੇ ਤਾਂ ਕੇਸ ਚੱਲਦੇ ਨੇ ਪੰਜਾਬ 'ਚ, ਬੰਬਈ ਦਾ ਜਿਹੜਾ ਬੰਬ ਬਲਾਸਟ ਹੋਇਆ 91 ਦਾ, ਉਦੋਂ ਦੇ ਚੱਲਦੇ ਨੇ। ਅਸੀਂ ਹਿੰਦੁਸਤਾਨ 'ਚ ਕੀ ਕਹਾਂਗੇ ਕਿ ਇਹ ਕਮੇਟੀ ਉਹ ਪੁਰਾਣੇ ਮੁੱਦਿਆਂ 'ਤੇ ਜਾ ਹੀ ਨਹੀਂ ਸਕਦੀ। ਔਰ ਦੂਜਾ ਕਹਿੰਦਾ ਅਸੀਂ ਉਹ ਆਤੰਕਵਾਦ 'ਤੇ ਗੱਲ ਨਹੀਂ ਕਰ ਸਕਦੇ ਜਿਹੜਾ ਕਸ਼ਮੀਰ ਨਾਲ ਜੁੜਿਆ ਹੋਇਆ। ਮੈਂ ਕਿਹਾ ਫਿਰ ਤਾਂ ਸਾਰੀ ਪੁਸਤਕ ਹੀ ਬੰਦ ਹੋ ਗਈ, ਫਿਰ ਆਪਾਂ ਗੱਲ ਕਾਸ 'ਤੇ ਕਰ ਸਕਦੇ ਹਾਂ। ਇਹ 1.5 ਦਿਨ ਲੱਗਿਆ ਉਹਨਾਂ ਨੂੰ ਥੋੜ੍ਹਾ ਲਾਈਨ 'ਤੇ ਲਿਆਉਣ ਨੂੰ, ਅਦਰਵਾਈਜ਼ ਉਹ ਇਸ ਤਰੀਕੇ ਨਾਲ ਆਤੰਕਵਾਦ 'ਤੇ ਹੌਲੀ ਲਿਆਂਦਾ ਉਹਨਾਂ ਨੂੰ। ਸੋ ਇਸ ਕਰਕੇ ਜਿਨ੍ਹਾਂ ਨੇ ਪਾਕਿਸਤਾਨ ਨਾਲ ਨਹੀਂ ਵਰਤਿਆ, ਉਹ ਐਵੇਂ ਪੰਜਾਬ 'ਚ ਨਾ ਗੱਲਾਂ ਕਰੀ ਜਾਣ ਜੀ ਸਾਨੂੰ ਪਤਾ ਸੁਰੱਖਿਆ ਕਿਵੇਂ ਰੱਖੀ ਜਾਂਦੀ ਹੈ। ਇਹ ਸੁਰੱਖਿਆ ਬੜੀ ਔਖੀ ਹੈ। ਉਹ ਗੇਮ ਖੇਲਣਗੇ ਪੰਜਾਬ 'ਚ, ਇਹਦਾ ਇੱਕੋ ਹੀ ਤਰੀਕਾ ਹੈ ਜਿਹੜੀ BJP ਵੀ ਨਹੀਂ ਸਮਝਦੀ। ਉਹ ਤਰੀਕਾ ਹੈਗਾ ਜਿਹੜਾ ਇੱਥੋਂ ਦੇ ਘੱਟ ਗਿਣਤੀ ਦੇ ਵਰਗ ਨੇ, ਭਾਵੇਂ ਮੁਸਲਮਾਨ ਹੋਣ ਚਾਹੇ ਸਿੱਖ ਹੋਣ, ਉਹਨਾਂ ਨੂੰ ਨਾ ਭੜਕਾਓ, ਇਹਨਾਂ ਦੇ ਕਿਸਾਨਾਂ ਨੂੰ ਨਾ ਤੰਗ ਕਰੋ, ਉਹਨਾਂ ਦੇ 370 ਹਟਾ ਕੇ ਉਹਨਾਂ ਦਾ ਸੂਬੇ ਦੇ ਹਿੱਸੇ ਕਰਕੇ ਉਹਨਾਂ ਨੂੰ ਨਾ ਕਰੋ। ਇਹਨਾਂ ਨੇ ਕਿਹਾ ਸੀ 370 ਹਟ ਗਿਆ, ਹੁਣ ਆਤੰਕਵਾਦ ਖਤਮ ਕਸ਼ਮੀਰ 'ਚ। ਕਿਵੇਂ ਆ ਗਿਆ ਹੁਣ ਆਤੰਕਵਾਦ? ਹੋਮ ਮਿਨਿਸਟਰ ਸਾਹਿਬ ਜਾ ਕੇ ਆਏ ਆ ਉੱਥੇ। ਨਾ ਜੀ ਹੁਣ ਤਾਲਿਬਾਨ ਆ ਗਈ, ਉਹ ਤਾਂ ਪਤਾ ਹੀ ਸੀ ਆਊਗੀ ਇੱਕ ਦਿਨ। ਉਹ ਇਸ ਲਈ ਨਹੀਂ ਹਟੇਗਾ ਕਿਉਂਕਿ ਜੇ ਤੁਸੀਂ ਉੱਥੋਂ ਦੇ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜੋਗੇ, ਫਿਰ ਪਾਕਿਸਤਾਨ ਉਹਨਾਂ ਨੂੰ ਭੜਕਾਏਗਾ। ਆਤੰਕਵਾਦ ਕੋਈ ਵਾਇਰਸ ਨਹੀਂ ਹੈ ਕਿ ਉੱਡਿਆ ਫਿਰਦਾ ਹਵਾ ਦੇ ਵਿੱਚ। ਇਹ ਜੇ ਤੁਹਾਡੇ ਨਾਲ ਜੁੜੇ ਹੋਣਗੇ, ਉਹ ਨਹੀਂ ਉਹਨਾਂ ਦੀ ਗੱਲ ਸੁਣਨਗੇ। ਜੇ ਇਹ ਪੰਜਾਬ ਦੇ ਲੋਕ, ਪੰਜਾਬ ਦੇ ਕਿਸਾਨ, ਇਹਨਾਂ ਦੇ ਮੁੱਦੇ ਹੱਲ ਹੋ ਜਾਂਦੇ, ਇਹ ਕਿਉਂ ਪਾਕਿਸਤਾਨ ਦੀ ਗੱਲ ਸੁਣਨਗੇ? ਡਰੋਨ 'ਚ ਹਥਿਆਰ ਆਣਗੇ, ਉੱਥੋਂ ਦਾ ਪਿੰਡ ਆ ਕੇ ਦੱਸੇਗਾ ਥਾਣੇਦਾਰ ਨੂੰ, ਜੀ ਆਹ ਹਥਿਆਰ ਗਿਰੇ ਆ, ਫਲਾਣੇ ਬਦਮਾਸ਼ ਨੇ ਮੰਗਵਾਏ ਹੈ। ਪਿੰਡਾਂ ਦੇ ਲੋਕ ਨਹੀਂ ਚਾਹੁੰਦੇ ਬਦਮਾਸ਼ੀ ਫੈਲੇ, ਉਹ ਵੀ ਗੈਂਗਸਟਰਿਜ਼ਮ ਨਹੀਂ ਚਾਹੁੰਦੇ। ਇਹ ਹਥਿਆਰ ਗੈਂਗਸਟਰਸ ਯੂਜ਼ ਕਰਦੇ ਆ। ਸੋ ਇਸ ਕਰਕੇ ਇਹਨੂੰ ਡਰਾ ਕੇ ਲੋਕਾਂ ਨੂੰ ਕਿ ਨਵਾਂ ਆਤੰਕਵਾਦ ਆ ਗਿਆ, ਔਰ ਇਹ ਗੱਲ ਨਾ ਕਰਨੀ ਕਿ ਭਈ ਲੋਕਾਂ ਨੂੰ ਕੌਣ ਤੰਗ ਕਰ ਰਿਹਾ, ਔਰ ਉਹਨਾਂ ਨਾਲ ਤੁਸੀਂ ਮਿਲ ਜਾਓ ਜਾ ਕੇ, ਉਹਨਾਂ ਨਾਲ ਸੁਰ ਮਿਲਾ ਕੇ ਕਹੋ ਹੁਣ ਅਸੀਂ ਪੰਜਾਬ 'ਚ ਜੀ 50 ਕਿਲੋਮੀਟਰ 'ਤੇ ਲਾਈਨ ਖਿੱਚੋ। ਮੈਂ ਉਦਣ ਸੇਖਵਾਂ ਸਾਹਿਬ ਦੇ ਭੋਗ 'ਤੇ ਗਿਆ ਜੀ, ਉੱਥੇ ਮੈਂ ਖੜੇ ਹੋ ਕੇ ਕਿਹਾ, ਮੈਂ ਕਿਹਾ ਅਸੀਂ ਤਾਂ ਮਾਲਵੇ ਤੋਂ ਆਏ ਹਾਂ, ਪਟਿਆਲੇ ਸਟੇਟ 'ਚ ਹੁੰਦੇ ਸੀਗੀਆਂ ਸਾਡੇ ਸਟੇਟ 'ਤੇ ਕੈਪਟਨ ਸਾਹਿਬ ਦੇ ਬਜ਼ੁਰਗ, ਅਸੀਂ ਤਾਂ ਅੰਗਰੇਜ਼ਾਂ ਮੂਹਰੇ ਘੁਟਨੇ ਟੇਕਦੇ ਸੀ। ਤੁਸੀਂ ਸੀਗੇ ਆਜ਼ਾਦ ਪੰਜਾਬ 'ਚ ਉਦੋਂ, ਰਣਜੀਤ ਸਿੰਘ ਜਦ ਜਿਉਂਦਾ ਸੀ 1839 ਤੱਕ, ਅਸੀਂ ਤਾਂ ਅੰਗਰੇਜ਼ਾਂ ਦੇ ਥੱਲੇ ਆ ਚੁੱਕੇ ਸੀ ਮਾਲਵੇ ਵਾਲੇ। ਤੁਸੀਂ ਉਸ ਵੇਲੇ ਲੜਾਈ ਲੜੀ ਹੈ ਜਦ ਤੁਸੀਂ ਆਜ਼ਾਦ ਸੀ। ਅੱਜ ਲਾਈਨ ਜਿਹੜੀ ਤੁਹਾਡੇ 'ਤੇ ਖਿਚਵਾਤੀ ਹੈ, ਜਿਹਦੇ 'ਚ ਕੈਪਟਨ ਸਾਹਿਬ ਹੰਗਾਰਾ ਭਰ ਰਹੇ BJP ਨਾਲ, ਇਹ ਹੁਣ ਇੱਧਰਲਾ ਅੱਧਾ ਪੰਜਾਬ ਮੋਦੀ ਸਾਹਿਬ ਦੇ ਥੱਲੇ ਹੋ ਗਿਆ ਅਤੇ ਅੱਧਾ ਪੰਜਾਬ ਹਲੇ ਪਤਾ ਨਹੀਂ ਉਹਦੇ 'ਚ ਕੋਈ ਰਹਿਬਰ ਉਹਦਾ ਹੈਗਾ, ਉਹਨੂੰ ਚਲਾ ਰਿਹਾ ਕਿ ਨਹੀਂ ਚਲਾ ਰਿਹਾ। ਅਤੇ ਮੈਂ ਕਿਹਾ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਇਹ ਨਵੀਂ ਸਿਰਫ ਆਪਣਾ ਗੁੱਸੇ ਦੀ ਰਾਜਨੀਤੀ, ਕੈਪਟਨ ਸਾਹਿਬ ਨੂੰ ਇਹ ਗੁੱਸੇ ਦੀ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ। ਪੰਜਾਬ ਦੇ ਹਿੱਤ 'ਚ ਜਿਹੜੀ ਗੱਲ ਹੈ, ਉਹ ਬਹੁਤ ਵੱਡਾ ਉਹਨਾਂ ਦਾ ਸਤਾਰਾ ਹੈ, ਉਹਨਾਂ ਦੀ ਪਰਸਨੈਲਿਟੀ ਰਹੀ ਹੈ। ਉਹ ਇਹ ਰਸਤੇ 'ਤੇ ਨਾ ਚੱਲਣ। ਉਹ ਉਲਟੇ ਅੱਜ ਜਿਹੜੀ ਮੀਟਿੰਗ ਹੋਈ ਆ 50 ਕਿਲੋਮੀਟਰ 'ਤੇ, ਦੇਖੋ ਮੈਂ ਉਦੋਂ ਹੀ ਕਿਹਾ, ਇਹ ਹਫ਼ਤਾ ਨਿਕਲ ਗਿਆ, ਇਹ ਮੀਟਿੰਗ ਹਫ਼ਤਾ ਪਹਿਲਾਂ ਕਿਉਂ ਨਹੀਂ ਹੋਈ? ਇਹ ਉਦੋਂ ਹੀ ਹੋਣੀ ਚਾਹੀਦੀ ਸੀ ਜਿੱਦਣ ਅਨਾਊਂਸਮੈਂਟ ਦਿੱਲੀੋਂ ਉਹਨਾਂ ਦਾ ਇਹ ਗੱਲ ਨਿਕਲੀ ਹੈ ਕਿ ਜੀ ਅਸੀਂ 50 ਕਿਲੋਮੀਟਰ ਕਰ ਰਹੇ ਹਾਂ। CM ਸਾਹਿਬ ਬੋਲੇ ਆ, ਲੇਕਿਨ ਸਾਰੀਆਂ ਪਾਰਟੀਆਂ ਨੂੰ ਉਦੋਂ ਇਕੱਠਾ ਕਰਕੇ ਗੱਲ ਕਰਨੀ ਚਾਹੀਦੀ। ਹੁਣ ਅੱਜ ਪਤਾ ਨਹੀਂ ਕੈਪਟਨ ਸਾਹਿਬ ਨੂੰ ਬੁਲਾਇਆ ਜਾਂ ਨਹੀਂ ਬੁਲਾਇਆ। ਫਾਰਮਰ ਚੀਫ ਮਿਨਿਸਟਰ ਉਹਨਾਂ ਨੂੰ ਬੁਲਾਉਣਾ ਚਾਹੀਦਾ ਸੀ। ਇਹ ਕੋਈ ਤੁਹਾਡੀਆਂ ਆਪਸੀ ਦੁਸ਼ਮਣੀਆਂ ਦੀ ਜਾਂ ਆਪਸੀ ਅੰਤਰ ਦੀ ਗੱਲ ਨਹੀਂ ਹੈ, ਇਹ ਗੱਲ ਪੰਜਾਬ ਦੀ ਹੈ। ਇਹਦੇ 'ਚ ਵੱਡੇ ਬਾਦਲ ਸਾਹਿਬ ਵੀ ਹੋਣੇ ਚਾਹੀਦੇ ਸੀ। ਇਹ ਦੋਨਾਂ ਦਾ ਇਹਨਾਂ ਦਾ ਜਿਹੜਾ ਸਤਰ ਹੈ, ਬਾਦਲ ਸਾਹਿਬ ਦਾ ਔਰ ਕੈਪਟਨ ਸਾਹਿਬ ਦਾ, ਉਹ ਅਲੱਗ ਹੈ। ਇਹ 50 ਕਿਲੋਮੀਟਰ 'ਤੇ ਇਹਨਾਂ ਨੂੰ ਇਹ ਰਾਜਨੀਤੀ ਬਹੁਤ ਗਲਤ ਹੈ।
ਬਿਲਕੁਲ ਜੀ, ਸਰਦਾਰ ਸਾਹਿਬ ਤੁਸੀਂ ਇਹਦੇ ਬੜੇ ਸਾਡੇ ਦਰਸ਼ਕਾਂ ਨੂੰ ਬੜੇ ਡੂੰਘਾਈ 'ਚ ਚਾਨਣਾ ਪਾ ਰਹੇ ਹੋ। ਗੱਲ ਇਸ ਸਾਰਾ ਕੁਝ ਸਿਆਸਤ ਲਈ ਚੱਲ ਰਿਹਾ ਜੀ, ਹਰੇਕ ਚੌਧਰ ਲਈ। ਕੈਪਟਨ ਅਮਰਿੰਦਰ ਸਿੰਘ ਦਾ ਕਹਿੰਦੇ ਆ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਜਿੱਤਣ ਨਹੀਂ ਦੇਣਾ, ਮੇਰੀ ਅਣਖ ਨੂੰ ਠੇਸ ਪਹੁੰਚੀ ਹੈ, ਮੈਨੂੰ ਜਲੀਲ ਕਾਂਗਰਸ ਦੇ ਵਿੱਚ ਹੋਰ ਕਰਨਾ ਪਿਆ। ਉਹ ਕਾਂਗਰਸ ਤੋਂ ਬਾਹਰ ਜਾਣ ਦਾ ਐਲਾਨ ਕਰ ਚੁੱਕੇ ਨੇ, ਨਵੀਂ ਪਾਰਟੀ ਬਣਾਉਂਦੇ ਨੇ। ਇਹ ਸਭ ਕੁਝ ਸਿਆਸਤ ਲਈ। ਪੰਜਾਬ ਦਾ ਕਿਸੇ ਨੂੰ ਵੀ ਕੋਈ ਦਰਦ ਨਹੀਂ ਲੱਗਦਾ ਇਸ ਟਾਈਮ ਦੇ ਵਿੱਚ। ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ, ਕਿਸੇ ਟਾਈਮ ਪੰਜਾਬੀਆਂ ਨੇ ਉਹਨਾਂ ਨੂੰ ਬੜਾ ਵੱਡਾ ਖਿਤਾਬ ਦਿੱਤਾ ਸੀ ਜਦੋਂ ਲਿਆ ਕੇ ਸਮਝੌਤੇ ਰੱਦ ਕੀਤੇ ਸੀ। ਬਿਜਲੀਆਂ ਦਾ ਸਮਝੌਤਾ ਰਿਹਾ ਜੀ, ਮਤਲਬ ਕਹਿਣੀ ਤੇ ਕਰਨੀ ਕੁਛ ਕੋਈ ਨਿਬੜ ਕੇ ਨਹੀਂ ਆ ਰਿਹਾ ਸਾਹਮਣੇ। ਮਹਿੰਗੀ ਬਿਜਲੀ ਦੇ ਤੋਂ ਤਰਾ ਹੋਈ ਪਈ ਹੈ, ਨਾ ਬਿਜਲੀ ਦੇ ਸਮਝੌਤੇ ਰੱਦ ਕਰਦੇ ਨੇ, ਨਾ ਲੈਣਾ ਨਾ ਦੇਣਾ। ਕਹਿੰਦੇ ਸੀ ਪਹਿਲੀ ਕੈਬਨਿਟ 'ਚ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਕੱਖ ਨਹੀਂ ਹੋਇਆ। ਪੰਜਾਬ ਦਾ ਭਵਿੱਖ ਕੀ ਹੋਊਗਾ ਜੀ, ਤੁਸੀਂ ਉਹਦੇ ਬਾਰੇ ਕੀ ਸਮਝਦੇ ਹੋ? ਦੇਖੋ, ਜਦ ਅਸੀਂ ਗੱਲ ਕਰ ਰਹੇ ਹਾਂ, ਹੁਣ ਅਸੀਂ 8-10 ਮੀਟਿੰਗਾਂ ਕਰ ਚੁੱਕੇ ਹਾਂ, ਲੋਕਾਂ ਨਾਲ ਜਦ ਗੱਲ ਕਰੇ ਉਹਨਾਂ ਨੂੰ ਮਾਈਕ੍ਰੋਫੋਨ ਵੀ ਦਿੰਦੇ ਆ ਕਿ ਸਵਾਲ ਪੁੱਛਣ, ਉਹ ਸਾਨੂੰ ਦੱਸਣ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਉਹ ਠੀਕ ਹੈ। ਤੁਸੀਂ ਮੰਚ ਵੱਲੋਂ ਮੰਚ ਵੱਲੋਂ ਜਦ ਕਰ ਰਹੇ ਹਾਂ, ਆਵਾਜ਼ ਨੀਚੋਂ ਆਹੀ ਆਉਂਦੀ। ਜਿਹੜਾ ਸਵਾਲ ਤੁਸੀਂ ਪੁੱਛਿਆ ਕਿ ਮੰਚ ਤੁਸੀਂ ਗੱਲਾਂ ਤਾਂ ਠੀਕ ਕਰ ਰਹੇ ਹੋ, ਜੇ ਤੁਸੀਂ ਅੱਗੇ ਨਹੀਂ ਵਧੋਗੇ ਫਿਰ ਇਹ ਕਿਵੇਂ ਆਊਗਾ ਸੁਪਨਾ? ਕਿਉਂਕਿ ਜਿਹੜੇ ਦੂਸਰੇ ਬੰਦੇ ਉਹ ਤਾਂ ਕੁਝ ਕਰ ਨਹੀਂ ਰਹੇ। ਸੋ ਬੜਾ ਥੱਲਿਓਂ ਪ੍ਰੈਸ਼ਰ ਆ ਰਿਹਾ ਇਸ ਗੱਲ 'ਤੇ। ਅੱਛਾ, ਹੁਣ ਇਹ ਹੈ ਕਿ ਜੇ ਕੈਪਟਨ ਸਾਹਿਬ ਵੀ ਇਹਦੇ 'ਚ ਕੁੱਦ ਜਾਂਦੇ ਆ, ਹੋਰ ਬੰਦੇ ਵੀ ਕੁੱਦ ਜਾਂਦੇ ਆ, ਕਿ ਹੁਣ ਇਹ ਤਾਂ ਇੱਕ ਤਰ੍ਹਾਂ ਨਾਲ ਘਮਾਸਾਨ ਯੁੱਧ ਹੋ ਗਿਆ। ਇਹਦੇ 'ਚ ਸਾਰੇ ਬੰਦੇ ਲੜੀ ਜਾਣ ਸਾਰੇ ਬੰਦਿਆਂ ਨਾਲ। ਕੀ ਇਹਦੇ 'ਚ ਹਲੇ ਵੀ ਜਗ੍ਹਾ ਹੈ? ਕੋਈ ਸਿਆਣੀ ਆਵਾਜ਼ ਦੀ ਜਗ੍ਹਾ ਹੈ? ਕੀ ਲੋਕ ਚਾਹੁੰਦੇ ਨੇ ਕੋਈ ਸਿਆਣੇ ਬੰਦੇ ਇਕੱਠੇ ਹੋ ਕੇ ਜਿਹੜੇ ਕਹਿਣ ਕਿ ਇਹਨਾਂ ਨੂੰ ਕਮਲ ਕਰੀ ਜਾਂਦੇ ਜਿਹੜੇ ਕਰਦੇ ਆ? ਜਿਹੜੇ ਬੰਦੇ ਸਿਆਣੀ ਗੱਲ ਕਰਦੇ ਅਸੀਂ ਉਹਨੇ ਗੱਲ ਸੁਣਨ ਨੂੰ ਤਿਆਰ ਹੈ। ਇਸ ਦੀ ਵਿਚਾਰ ਕਰਨ ਕਰਕੇ ਕਈ ਲੀਡਰਾਂ ਨਾਲ ਗੱਲ ਕੀਤੀ ਹੈ। ਮੈਂ ਛੋਟੇਪੁਰ ਸਾਹਿਬ ਨਾਲ, ਸਾਡੇ ਤੇ ਕੁਝ ਸਾਥੀਆਂ ਨੇ ਮੀਟਿੰਗ ਕੀਤੀ ਗੁਰਦਾਸਪੁਰ 'ਚ। ਕੱਲ੍ਹ ਗਾਂਧੀ ਜੀ ਨਾਲ ਗੱਲ ਕੀਤੀ ਪਟਿਆਲੇ, ਉਹਨਾਂ ਦਾ ਅੱਖ ਦਾ ਆਪਰੇਸ਼ਨ ਹੋਣਾ ਹੈ। ਇਹੀ ਗੱਲ, ਇਹ ਬੰਦੇ ਨੇ ਜਿਹੜੇ ਪੰਜਾਬ ਦੇ ਭਵਿੱਖ ਲਈ ਸੋਚ ਰਹੇ, ਜਿਹੜੇ ਹਲੇ ਪੋਲੀਟਿਕਸ 'ਚ ਨਹੀਂ, ਕਿਸੇ ਟਾਈਮ ਸੀਗੇ ਲੇਕਿਨ ਹੁਣ ਨਹੀਂ ਹੈਗੇ। ਸੋ ਇਹੋ ਜਿਹੇ ਸ਼ਖਸਾਂ ਨਾਲ ਜਿਨ੍ਹਾਂ ਦੀ ਕੋਈ ਪਰਸਨੈਲਿਟੀ ਹੈ, ਯੋਗਦਾਨ ਰਿਹਾ ਹੈ, ਜਿਹੜੇ ਇੱਕ ਟਾਈਮ ਆਪ ਨਾਲ ਜੁੜੇ ਸੀ ਫਿਰ ਆਪ ਨੂੰ ਛੱਡ ਗਏ, ਉਹ ਬੰਦੇ ਐਸੇ ਨੇ। ਆਪ ਨਾਲ ਵੀ ਤਾਂ ਹੀ ਜੁੜੇ ਸੀ ਕਿਉਂਕਿ ਉਹ ਪੰਜਾਬ ਦੀ ਦਰਦ ਨੂੰ ਸਮਝਦੇ ਸੀ। ਸੋ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਕਿ ਤੁਸੀਂ ਕਿਉਂ ਛੱਡ ਗਏ, ਤੁਸੀਂ ਇਸ ਮੈਦਾਨ 'ਚੋਂ ਕਿਉਂ ਬਾਹਰ ਹੋ ਗਏ। ਸੋ ਇਹ ਬੰਦਿਆਂ ਨਾਲ ਗੱਲਬਾਤ ਕਰਨ ਦਾ ਕਿ ਹਲੇ ਆਪਾਂ ਮੰਚ ਨੂੰ ਹਫ਼ਤਾ 10 ਦਿਨ ਹਲੇ ਇਹਨੂੰ ਨਾ ਅੱਗੇ ਚਲਾਈਏ, ਹਲੇ ਜਿਹੜਾ ਜਿੰਨਾ ਕੰਮ ਕੀਤਾ ਹੈ ਉਹਨੂੰ ਰੱਖ ਕੇ ਆ ਦੇਖੀਏ ਕਿ ਕਿੱਧਰ ਨੂੰ ਜਾ ਰਹੀ ਹੈ ਰਾਜਨੀਤੀ। ਦੇਖੋ, ਹੁਣ ਕੈਪਟਨ ਸਾਹਿਬ ਨੇ 2 ਗੱਲਾਂ ਕਹੀਆਂ। ਇੱਕ ਤਾਂ ਮੈਂ ਨਵੀਂ ਪਾਰਟੀ ਬਣਾਉਣ, ਲੋਕਤੰਤਰ ਹੈ, ਕੋਈ ਵੀ ਪਾਰਟੀ ਬਣਾਵੇ। ਦੂਜਾ ਹੈਗਾ ਕਿ ਇਹ ਨਿਰਭਰ ਕਰੇਗੀ ਕਿਸਾਨ ਅੰਦੋਲਨ ਦਾ ਨਤੀਜਾ ਕੀ ਨਿਕਲਦਾ ਹੈ। ਹੁਣ ਦੇਖੋ, ਉਹਦੇ 'ਚ 2-3 ਗੱਲਾਂ ਹੋ ਸਕਦੀਆਂ। ਇੱਕ ਤਾਂ ਕਿ 100% ਮੋਦੀ ਸਾਹਿਬ ਮੰਨ ਜਾਣ, ਠੀਕ ਹੈ ਜੀ, ਕਾਨੂੰਨ ਬਣਾ ਦਿੰਦੇ ਆ, ਠੀਕ ਹੈ ਜੀ, ਤੁਸੀਂ ਆਹ ਵਾਪਸ ਲਏ ਕਾਨੂੰਨ, ਰੱਦ ਕਰ ਦਾਂਗੇ, ਤੁਸੀਂ ਆਪਣੇ ਘਰ ਜਾਓ, ਮੰਨ ਲਈ ਗੱਲ ਤੁਹਾਡੀ, ਤੁਹਾਨੂੰ MSP ਦਿੰਦੇ ਰਹਾਂਗੇ। ਜੇ ਉਹ ਹੁੰਦਾ, ਉਹਦੇ 'ਚ ਕੈਪਟਨ ਸਾਹਿਬ ਨੂੰ ਕੀ ਇਹਦਾ ਮੈਡਲ ਮਿਲੂਗਾ? ਉਹ ਤਾਂ ਕਿਸਾਨ ਵਿਚਾਰੇ ਜਿਹੜੇ ਮਰ ਗਏ ਆ, ਜਿਹੜੇ ਉੱਥੇ ਬੈਠੇ ਆ, ਧੁੱਪ 'ਚ ਵੀ ਬੈਠੇ ਆ, ਮੀਂਹ 'ਚ ਵੀ ਬੈਠੇ ਆ, ਠੰਡ 'ਚ ਵੀ ਬੈਠੇ ਆ, ਉਹ ਕਹਿਣਗੇ ਇਹ ਤਾਂ ਸਾਡਾ ਅੰਦੋਲਨ ਸੀ। ਕੈਪਟਨ ਸਾਹਿਬ ਨੂੰ ਹੁਣ ਜਦ ਗੱਦੀਓਂ ਕੱਢਤਾ, ਪਹਿਲਾਂ ਜਦ ਗੱਦੀ 'ਚ ਸੀ ਉਦੋਂ ਤਾਂ ਕੁਝ ਕਰ ਨਹੀਂ ਸਕੇ। ਤੁਸੀਂ ਮੁੱਖ ਮੰਤਰੀ ਸੀ ਉਦੋਂ ਤਾਂ ਤੁਹਾਡੇ ਤੋਂ ਹੈ। ਤੁਸੀਂ BJP ਨਾਲ ਮਿਲ ਗਏ, ਹੁਣ ਤੁਸੀਂ ਕਹਿੰਦੇ ਨਹੀਂ ਇਹ ਤਾਂ ਮੈਂ ਵਿਚੋਲਾ ਇਹਦੇ 'ਚ। ਪਹਿਲਾ ਸਵਾਲ ਇਹ ਹੋਊਗਾ। ਦੂਜਾ ਇਹ ਹੋਊਗਾ, ਜੇ ਮੋਦੀ ਸਾਹਿਬ ਨੇ ਮੰਨਣਾ ਹੀ ਸੀ ਫਿਰ ਸਾਲ ਭਰ ਇਹਨਾਂ ਨੂੰ ਖਰਾਬ ਕਿਉਂ ਕੀਤਾ, ਖੱਜਲ ਕਿਉਂ ਕੀਤਾ? ਲਖੀਮਪੁਰ 'ਚ ਤੁਸੀਂ ਮਿਨਿਸਟਰ ਕਿਉਂ ਰੱਖੀ ਬੈਠੇ ਹੋ ਆਪਣੇ ਨਾਲ? ਜੇ ਤੁਸੀਂ ਇੰਨਾ ਭੜਕਾਊ, ਜੇ ਤੁਸੀਂ ਭੜਕਾ ਰਹੇ ਹੋ ਸਿੱਖ ਹਿੰਦੂ ਨੂੰ, ਭੜਕਾ ਕੇ ਤੁਸੀਂ ਵੋਟਾਂ ਲੈਣੀਆਂ, ਫਿਰ ਇਹ ਕਿਸਾਨ ਅੰਦੋਲਨ ਕਿਉਂ ਖਤਮ ਕਰਨਗੇ? ਜਾਂ ਇਹ ਕਿਸਾਨ ਅੰਦੋਲਨ 'ਚ ਤਰੇੜਾਂ ਪਾਉਣੀਆਂ ਚਾਹੁੰਦੇ ਜਿਵੇਂ ਇਹਨਾਂ ਨੇ ਕਾਂਗਰਸ 'ਚ ਪਾਤੀਆਂ। ਸੋ ਕੈਪਟਨ ਸਾਹਿਬ ਨੂੰ ਇਸਤੇਮਾਲ ਕਰਨਗੇ, ਕਾਂਗਰਸ ਦੇ ਕੁਝ ਬੰਦੇ ਛੱਡ ਕੇ ਉਹਨਾਂ ਨਾਲ ਚਲੇ ਜਾਣ। ਕੁਝ ਚੀਜ਼ਾਂ ਹੋ ਸਕਦਾ ਹੈ ਜੇ 100 ਚੋਂ 50% ਦੇ ਰਿਹਾ, 60% ਦੇ ਮੰਨ ਜਾਣ। ਕੈਪਟਨ ਸਾਹਿਬ ਨੇ ਦੇਖੋ ਜੀ ਬਹੁਤ ਦਿੱਤਾ ਇਹਨਾਂ ਨੇ, ਔਰ ਉਹ ਲੈ ਕੇ ਕੁਝ ਬੰਦੇ, ਆਲਦੋ ਰਾਜੇਵਾਲ ਸਾਹਿਬ ਨੇ ਕਿਹਾ ਸਾਡੀ ਕੋਈ ਗੱਲ ਨਹੀਂ ਹੋ ਰਹੀ ਜੀ, ਕੋਈ ਧੜੇ SKM ਦੇ ਇਹਨਾਂ ਨਾਲ ਆਉਣਗੇ ਜਾਂ ਨਹੀਂ ਆਉਣਗੇ, ਇਹ ਲੱਗ ਜੂਗਾ ਅਗਲੇ ਕੁਝ ਦਿਨਾਂ 'ਚ ਪਤਾ। ਜੇ ਨਹੀਂ ਆਉਂਦੇ ਫਿਰ ਤਾਂ ਫੇਲ ਹੈ ਇਹਨਾਂ ਦਾ ਕੰਮ। ਜੇ ਕੁਛ ਆ ਜਾਂਦੇ ਆ, ਇਹ ਕੋਸ਼ਿਸ਼ ਕਰਨਗੇ SKM ਨੂੰ ਤੋੜਨ ਦੀ। ਜੇ ਉਹ 1-2 ਧੜਿਆਂ ਨੂੰ ਕੱਢ ਦਿੰਦੇ ਆ, ਅੰਦੋਲਨ ਚੱਲੀ ਜਾਂਦਾ ਹੈ, ਫਿਰ ਵੀ ਕੰਮ ਨਹੀਂ ਬਣਿਆ। ਜੇ 2-3 ਵੱਡੇ ਧੜੇ ਟੁੱਟ ਕੇ ਕੈਪਟਨ ਸਾਹਿਬ ਨਾਲ ਨਹੀਂ ਆਉਂਦੇ
ਫਿਰ ਇਹ ਨਵੇਂ ਪਾਰਟੀ ਦਾ ਕੀ ਮਤਲਬ ਹੋਏਗਾ, ਮੈਨੂੰ ਸਮਝ ਨਹੀਂ ਆਉਂਦਾ। ਫਿਰ ਤਾਂ ਇਹਨਾਂ ਨੂੰ ਬਣਾਉਣੀ ਹੀ ਨਹੀਂ ਚਾਹੀਦੀ। ਜਦ ਤਾਈਂ ਅੰਦੋਲਨ, ਜੇ ਇਹਨਾਂ ਨੇ ਆਪੇ ਕਿਹਾ ਕਿ ਜੇ ਅੰਦੋਲਨ ਦਾ ਨਤੀਜਾ ਠੀਕ ਨਹੀਂ ਨਿਕਲੇਗਾ ਫਿਰ ਮੈਂ ਇਸ ਰਸਤੇ ਤੇ ਨਹੀਂ ਜਾਊਂਗਾ। ਅੱਜ ਅਖਬਾਰਾਂ 'ਚ ਕਹਿੰਦੇ ਹੈ ਸ਼ਾਇਦ ਬੁੱਧਵਾਰ ਤਾਈਂ ਬਣਾ ਦੇਣ, ਤਾਂ ਬੁੱਧਵਾਰ ਤਾਈਂ ਕੋਈ ਨਤੀਜਾ ਨਿਕਲਿਆ ਹੈਗਾ ਅੰਦੋਲਨ ਦਾ, ਨਹੀਂ ਲੱਗਦਾ। ਸੋ ਇਹ ਸਵਾਲ ਇਹ ਉੱਠਦੇ ਨੇ, ਇਹ ਸਵਾਲਾਂ ਦਾ ਕੀ ਜਵਾਬ ਹੈ ਇਹ ਆਉਂਦੇ ਦਿਨਾਂ 'ਚ ਪਤਾ ਲੱਗੂਗਾ। ਅਸੀਂ ਵੀ ਇਹਨਾਂ ਨੂੰ ਹੀ ਦੇਖ ਰਹੇ ਹਾਂ ਕਿ ਇਹਦੇ 'ਚੋਂ ਕੋਈ ਚੰਗੀ ਚੀਜ਼ ਨਿਕਲ ਕੇ ਆਉਂਦੀ ਹੈ। ਜੇ ਕਿਸਾਨ ਫਤਿਹ ਹੋ ਜਾਂਦੇ ਹੈ, ਉਹ ਆਪਣੀ ਪਾਰਟੀ ਬਣਾ ਲੈਂਦੇ ਹੈ, ਉਹਨਾਂ ਦੀ ਅਸੀਂ ਮਦਦ ਕਰਾਂਗੇ। ਫਿਰ ਕਿਉਂ ਕੋਈ ਬੰਦਾ ਹੋਰ ਪਾਰਟੀ ਬਣਾਵੇ? ਮਤਲਬ ਤੁਹਾਡਾ ਜਿਹੜਾ ਬੁੱਧੀਜੀਵੀਆਂ ਦਾ ਮੰਚ ਹੈ, ਪੰਜਾਬ ਪੱਖੀ ਲੋਕਾਂ ਦਾ ਮੰਚ ਹੈ, ਇਹ ਜੇ ਕਿਸਾਨ ਆਪਣੀ ਪਾਰਟੀ ਬਣਾਉਂਦੇ ਨੇ ਕੱਢ ਕੇ ਸੰਯੁਕਤ ਮੋਰਚਾ ਦੇ ਜਿਹੜੇ ਵਿੱਚ ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਨੇ, ਉਹ ਚਾਹੇ ਮੋਰਚਾ ਫਤਿਹ ਹੁੰਦਾ ਹੈ ਜਾਂ ਨਹੀਂ ਹੁੰਦਾ, ਅੰਦੋਲਨ ਮੋਦੀ ਸਰਕਾਰ ਅੰਦੋਲਨ ਅੱਗੇ ਝੁਕਦੀ ਹੈ ਨਹੀਂ ਝੁਕਦੀ, ਤਾਂ 2022 ਦੀਆਂ ਚੋਣਾਂ ਦੇ ਵਿੱਚ ਜੇ ਇਹ ਕਿਸਾਨ ਜਥੇਬੰਦੀਆਂ ਆਪਣਾ ਪੰਜਾਬ ਦੇ ਵਿੱਚ ਚੋਣਾਂ ਲੜਦੀਆਂ ਨੇ, ਮੰਚ ਬਣਾਉਂਦੀਆਂ ਨੇ, ਤਾਂ ਤੁਹਾਡਾ ਮੰਚ ਉਹਨਾਂ ਦੇ ਨਾਲ ਚੱਲੂਗਾ? ਤੁਹਾਡਾ ਕੀ ਰਣਨੀਤੀ ਰਹੂਗੀ? ਜਿਹੜੇ ਜਾਂ ਇਹ ਜਥੇਬੰਦੀਆਂ ਕਿਤੇ ਸਿਆਸਤ ਦਾ ਸ਼ਿਕਾਰ ਤਾਂ ਨਹੀਂ ਹੋ ਜਾਣਗੀਆਂ? ਉਹੀ ਟ੍ਰੈਡੀਸ਼ਨ ਪਾਰਟੀਆਂ, ਉਹੀ ਸਾਰਾ। ਦੇਖੋ, ਮੰਚ ਦਾ ਮਤਲਬ ਇਹ ਸੀ ਅਸੀਂ ਮੁੱਦਿਆਂ ਤੇ ਨਿਗਾਹ ਰੱਖੀਏ ਔਰ ਪੰਜਾਬ ਦੀ ਨਿਗਾਹ ਮੁੱਦਿਆਂ ਤੇ ਰੱਖੀਏ। ਇਹ ਸਾਰੇ ਇਕੱਠੇ ਹੋ ਜਾਣਗੇ ਮੈਨੂੰ ਅੱਜ ਤਾਂ ਨਜ਼ਰ ਨਹੀਂ ਆਉਂਦਾ। ਉਗਰਾਹਾਂ ਸਾਹਿਬ ਨੇ ਕਿਹਾ ਮੈਂ ਤਾਂ ਜਾਣਾ ਨਹੀਂ ਪੋਲੀਟਿਕਸ 'ਚ। ਹਾਂ, ਜੇ ਉਹ ਕਹਿ ਦਿੰਦੇ ਆ ਕਿ ਚਲੋ ਜਿਹੜਾ ਫੈਸਲਾ ਹੋ ਗਿਆ ਉਹ ਠੀਕ ਹੈ, ਪਰ ਮੈਂ ਪੋਲੀਟਿਕਸ ਨਹੀਂ ਜਾਣਾ, ਜਿਹਨੇ ਪਾਰਟੀ ਬਣਾਉਣੀ ਉਹ ਬਣਾ ਲੈਣ। ਚੜੂਨੀ ਸਾਹਿਬ ਨੇ ਆਲਰੇਡੀ ਕਹਿਤਾ ਕਿ ਭਾਵੇਂ ਫੈਸਲਾ ਹੋਵੇ ਚਾਹੇ ਨਾ ਹੋਵੇ, ਮੈਂ ਤਾਂ ਬਣਾਉਣੀ ਹੈ ਪਾਰਟੀ। ਉਹ ਪੰਜਾਬ 'ਚ ਲੜਨਾ ਚਾਹੁੰਦੇ ਨੇ। ਅੱਛਾ, ਪੰਜਾਬ ਲੜਨਾ ਚਾਹੁੰਦੇ ਹੈ। ਕਾਡਰ ਬਦਲ ਕੇ, ਅਸੀਂ IAS 'ਚ ਹੁੰਦਾ ਨਾ ਕਾਡਰ ਬਦਲਦਾ, ਹਰਿਆਣੇ 'ਚੋਂ ਕਾਡਰ ਬਦਲ ਰਿਹਾ ਜੀ, ਬੜੇ ਐਕਸਪੈਰੀਮੈਂਟ। ਅੱਛਾ, ਉਹਨਾਂ ਦੇ ਉਹ ਵੈਸੇ ਉਹਨਾਂ ਨਾਲ ਹੋਈ ਮੁਲਾਕਾਤ, ਉਹ ਗੱਲ ਬੜੀ ਇੱਕ ਇੰਟਰਸਟਿੰਗ ਦਿਲਚਸਪ ਕਹਿੰਦੇ ਹੈ। ਕਹਿੰਦੇ ਇਹ ਮੈਨੂੰ ਕਹਿੰਦੇ ਆ ਤੂੰ ਹਰਿਆਣੇ ਦਾ ਹੈ, ਤੂੰ ਪੰਜਾਬ 'ਚ ਕਿਉਂ ਆਇਆ? ਕਹਿੰਦਾ ਮੈਂ ਇਹਨਾਂ ਨੂੰ ਕਹਿੰਦਾ ਤੁਸੀਂ ਪੰਜਾਬ ਦੇ ਆ, ਤੁਸੀਂ ਹਰਿਆਣੇ 'ਚ ਬੈਠੇ ਹੋ। ਬਿਲਕੁਲ ਜਾਇਜ਼ ਉਹਨਾਂ ਦੀ ਗੱਲ। ਅੱਛਾ, ਗੱਲ ਤਾਂ ਠੀਕ ਹੈ, ਪਰ ਇਹ ਹੈ ਕਿ ਉੱਥੇ ਤਾਂ ਇਕੱਠੀ ਸਿਆਸਤ ਕਰ ਰਹੇ ਆ, ਇੱਥੇ ਇਕੱਠੇ ਨਹੀਂ ਆਏ। ਜਿਨ੍ਹਾਂ ਦਾ ਪੰਜਾਬ ਹੈ ਉਹਨਾਂ ਦੇ ਨਾਲ ਤੁਸੀਂ ਜੁੜ ਕੇ ਨਹੀਂ ਆਏ, ਉਹ ਹਰਿਆਣੇ 'ਚ ਗਏ ਤੁਹਾਡੇ ਨਾਲ ਜੁੜ ਕੇ, ਤੁਸੀਂ ਉਹ ਲੈ ਕੇ ਗਏ ਹੋ ਉਹਨਾਂ ਦੇ ਸਾਰੇ ਆ ਤੋੜਦੇ ਹੋਏ ਰਸਤੇ 'ਚ ਰੁਕਾਵਟਾਂ ਸੀ ਜਿਹੜੀਆਂ। ਤਾਂ ਇਸ ਕਰਕੇ ਉਹਦੇ ਇਕੱਠੇ ਹੁੰਦੇ ਆ ਨਹੀਂ ਹੁੰਦੇ, ਕੀ ਉਹਨਾਂ ਦਾ ਏਜੰਡਾ ਹੈ, ਕੌਣ ਉਹਨਾਂ ਦਾ ਲੀਡਰ ਹੈ, ਇਹ ਚੀਜ਼ਾਂ ਨੂੰ ਦੇਖ ਕੇ ਤਦ ਤੈਅ ਹੋਊਗਾ। ਜੇ ਉਹਨਾਂ 'ਚ ਫੁੱਟ ਪਈ ਹੋਈ ਹੈ, ਉਹਨਾਂ ਦਾ ਕੋਈ ਸਪਸ਼ਟ ਨਹੀਂ ਹੈ ਕਿੱਧਰ ਨੂੰ ਜਾਣਾ, ਫਿਰ ਅਸੀਂ ਕਿਉਂ ਜੁੜੀਏ ਕਿਸੇ ਨਾਲ? ਅਸੀਂ ਆਹੀ ਕੰਮ ਕਰਾਂਗੇ ਜਿਹੜਾ ਰਾਜਾ, ਉਹ ਕਹਿੰਦੇ ਹੈ, ਅੰਗਰੇਜ਼ੀ ਦੀ ਫਰੇਜ਼ ਹੈ, ਵਿਦ ਦ ਨੇਸ਼ਨ ਆਲਵੇਜ਼, ਵਿਦ ਪੋਲੀਟੀਕਲ ਪਾਰਟੀਜ਼ ਸਿਲੈਕਟਿਵਲੀ। ਦੇਸ਼ ਨਾਲ ਹਮੇਸ਼ਾ, ਪੰਜਾਬ ਨਾਲ ਹਮੇਸ਼ਾ, ਪਾਰਟੀਆਂ ਨਾਲ ਦੇਖ ਕੇ ਚੁਣ ਕੇ ਕੀ ਕਹਿੰਦੇ ਨੇ। ਜੇ ਉਹ ਚੰਗੀ ਲੀਡਰਸ਼ਿਪ ਥਰੋ ਅਪ ਕਰਦੇ, ਅੱਗੇ ਸਿੱਟਦੇ ਆ, ਸਾਹਮਣੇ ਲਿਆਉਂਦੇ ਆ ਅੱਛੇ ਚਿਹਰੇ, ਸਾਨੂੰ ਪੁੱਛਦੇ ਨੇ ਕਿ ਜੀ ਸਾਡੀ ਕੋਈ ਮਦਦ ਚਾਹੀਦੀ ਹੈ, ਤਾਂ ਜ਼ਰੂਰ ਮੈਂ ਤਾਂ ਕਿਹਾ ਰਾਜੇਵਾਲ ਨੂੰ ਕਹਿ ਕੇ ਆਇਆ, ਮੈਂ ਕਿਹਾ ਜੇ ਤੁਸੀਂ ਫਤਿਹ ਹੋ ਜਾਂਦੇ ਹੋ, ਅਸੀਂ ਨਹੀਂ ਬਾਵਾਂਗੇ ਰਾਜਨੀਤੀ 'ਚ, ਅਸੀਂ ਤੁਹਾਡੀ ਮਦਦ ਕਰਾਂਗੇ। ਪਰ ਮੇਰਾ ਸਵਾਲ ਇਹ ਸੀ, ਜੇ ਤੁਸੀਂ ਫਤਿਹ ਨਹੀਂ ਹੁੰਦੇ ਫਿਰ ਤੁਸੀਂ ਇੱਥੇ ਹੀ ਬੈਠੇ ਰਹੋਗੇ ਜਾਂ ਕਿਸੇ ਦੀ ਮਦਦ ਕਰੋਗੇ? ਬਿਲਕੁਲ ਠੀਕ ਹੈ। ਉਹਦਾ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ। ਰਾਜੇਵਾਲ ਸਾਹਿਬ ਦੀ ਕਈ ਸਵਾਲਾਂ ਦੇ ਉੱਤੇ ਚੁੱਪੀ ਵੀ ਕਈ ਸਵਾਲ ਖੜੇ ਕਰ ਜਾਂਦੀ ਹੈ ਜੀ। ਸਿਧਾਰਥ ਸਾਹਿਬ, ਆਖਰੀ ਸਵਾਲ ਹੈ ਜੀ, ਸਮਾਂ ਥੋੜ੍ਹਾ ਸੀਗਾ, ਫਿਰ ਅਗਲੀ ਵਾਰੀ ਤੁਹਾਡੇ ਨਾਲ ਕਾਫੀ ਹੋਰ ਵਿਸਤਾਰ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਵੀ ਕਰਦੇ ਰਿਹਾ ਕਰਾਂਗੇ। ਇੱਕ ਤਾਂ ਤੁਸੀਂ ਪੰਜਾਬ ਦੀ ਗੱਲ ਕੀਤੀ ਆ, ਪੰਜਾਬ ਨੂੰ ਪੰਜਾਬ ਬਣਾ ਕੇ ਰੱਖਣਾ, ਸਾਡੀ ਜਵਾਨੀ ਨੂੰ ਸਾਂਭਣਾ, ਕਿਸਾਨੀ ਨੂੰ ਏਜੰਡੇ 'ਤੇ ਲੈ ਕੇ ਜਾਣਾ, ਉਹਦੇ ਲਈ ਕੀ ਕੀ ਸੰਭਾਵਨਾਵਾਂ ਨੇ ਉਹ ਕਰਨੀਆਂ। ਦੂਜਾ, ਜਿਹੜੀਆਂ ਪਾਰਟੀਆਂ ਬਾਹਰੋਂ ਆ ਕੇ, ਚਾਹੇ ਅਰਵਿੰਦ ਕੇਜਰੀਵਾਲ ਪਿਛਲੀ ਵਾਰੀ ਮਾਡਲ ਦਿੱਲੀ ਮਾਡਲ ਪੰਜਾਬ 'ਚ ਲਿਆਉਣਾ ਚਾਹੁੰਦੇ ਨੇ, ਨਵਜੋਤ ਸਿੱਧੂ ਪੰਜਾਬ ਮਾਡਲ ਬਣਾਉਣਾ ਚਾਹੁੰਦੇ ਨੇ, ਅਰਵਿੰਦ ਕੇਜਰੀਵਾਲ ਹੋਰਾਂ ਦਾ ਪੰਜਾਬ ਦੇ ਵਿੱਚ ਇਸ ਵਾਰੀ, ਕਿਉਂਕਿ ਤੁਹਾਡੇ ਬਾਰੇ ਇਹ ਗੱਲ ਵੀ ਚੱਲਦੀ ਅਕਸਰ ਚਰਚਾ ਦੇ ਵਿੱਚ ਰਹਿੰਦੀ ਆ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਹੋ, ਜਾਂ ਕਈ ਹੋਰ ਲੀਡਰਾਂ ਦੇ ਵੀ ਨਾਮ ਆਉਂਦੇ ਰਹੇ ਨੇ, ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ, ਆਮ ਆਦਮੀ ਪਾਰਟੀ ਬਾਰੇ? ਦੇਖੋ, ਮੈਂ ਕੇਜਰੀਵਾਲ ਸਾਹਿਬ ਨੂੰ ਜਾਣਦਾ ਹਾਂ, ਉਹ ਮੈਨੂੰ ਜਾਣਦੇ ਨੇ। ਸਾਨੂੰ ਮਿਲਿਆ ਕੋਈ 1.5 ਸਾਲ ਹੋ ਗਿਆ। ਜਦ ਰਾਸ਼ਟਰ ਮੰਚ ਯਸ਼ਵੰਤ ਸਿਨਹਾ ਜੀ ਨੇ ਬਣਾਇਆ ਸੀ, ਮੈਂ ਘਰੇ ਇਹਨਾਂ ਨੂੰ ਬੁਲਾਇਆ, ਮੇਰੇ ਘਰ ਹੀ ਯਸ਼ਵੰਤ ਸਿਨਹਾ ਔਰ ਇਹਨਾਂ ਦੀ ਮੀਟਿੰਗ ਕਰਾਈ। ਹੁਣ ਜਿੱਥੇ ਪੰਜਾਬ ਦੀ ਗੱਲ ਆਉਂਦੀ ਹੈ, ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਮੇਰੇ ਵਰਗਾ ਬੰਦਾ ਚਾਹੀਦਾ ਜਿਹੜਾ ਕਿ ਖੁਦ ਮੁਖਤਿਆਰ ਹੋਵੇ ਔਰ ਦਿੱਲੀ ਤੋਂ ਰਿਮੋਟ ਕੰਟਰੋਲ ਨਾ ਸੁਣੇ। ਸੋ ਇਸ ਕਰਕੇ
ਮੈਂ ਇਹ ਕਹਿਣਾ ਕਿ ਪੰਜਾਬ ਨੂੰ ਚਾਹੀਦੀ ਹੈ ਇੱਕ ਲੋਕਲ ਰੀਜਨਲ ਪਾਰਟੀ, ਜੀ ਜਿਹੜੀ ਇੱਥੋਂ ਦੀ ਰੀਜਨਲ ਪਾਰਟੀ ਹੋਵੇ, ਉਹਦਾ ਰਿਮੋਟ ਕੰਟਰੋਲ ਦਿੱਲੀ 'ਚ ਨਾ ਹੋਵੇ। ਕਾਂਗਰਸ ਦਾ ਵੀ ਉੱਥੇ ਹੈ, ਆਪ ਦਾ ਵੀ ਉੱਥੇ ਹੈ, ਔਰ ਉੱਥੇ ਹੀ ਰਹਿਣਾ ਹੈ। ਜੇ ਕੇਜਰੀਵਾਲ ਸਾਹਿਬ ਇਹ ਦਿਖਾ ਸਕਣ ਕਿ ਮੈਂ ਰਿਮੋਟ ਕੰਟਰੋਲ ਨਹੀਂ ਇਸਤੇਮਾਲ ਕਰੂੰਗਾ, ਉਹ ਪ੍ਰਾਈਮ ਮਿਨਿਸਟਰ ਨਹੀਂ ਬਣ ਸਕਦੇ ਜਦ ਤਾਈਂ ਰਿਮੋਟ ਕੰਟਰੋਲ ਅਲਮਾਰੀ 'ਚ ਨਹੀਂ ਬੰਦ ਕਰ ਦਿੰਦੇ। ਉਹਨਾਂ ਦੀ ਪਾਰਟੀ ਨਹੀਂ ਫੈਲੇਗੀ, ਜੋ ਮੇਰਾ ਅੰਦਾਜ਼ਾ ਹੈ ਉਹਨਾਂ ਨਾਲ ਵਰਤ ਕੇ। ਸੋ ਇਸ ਕਰਕੇ ਇਹ ਫੈਸਲਾ ਉਹਨਾਂ ਨੇ ਲੈਣਾ ਕਿ ਰਿਮੋਟ ਕੰਟਰੋਲ ਹੱਥ 'ਚ ਹੀ ਰੱਖਣਾ ਜਾਂ ਅਲਮਾਰੀ 'ਚ ਬੰਦ ਕਰਨਾ। ਤੀਜੀ ਪਾਰਟੀ ਜਿਹੜੀ ਹੈ ਉਹ ਇਸ ਵੇਲੇ ਅਕਾਲੀ ਦਲ ਨਹੀਂ ਹੈ, ਮੈਂ ਉਹਨੂੰ ਬਾਦਲ ਦਲ ਕਹਿੰਦਾ। ਜੇ ਉਹ ਅਕਾਲੀ ਦਲ ਹੁੰਦਾ, ਢੀਂਡਸਾ ਸਾਹਿਬ ਕਿਉਂ ਛੱਡ ਕੇ ਜਾਂਦੇ, ਸੇਖਵਾਂ ਸਾਹਿਬ ਕਿਉਂ ਛੱਡ ਕੇ ਜਾਂਦੇ, ਬ੍ਰਹਮਪੁਰਾ ਸਾਹਿਬ ਕਿਉਂ ਛੱਡ ਕੇ ਜਾਂਦੇ। ਤਾਂ ਇਸ ਕਰਕੇ ਉਹ ਅਕਾਲੀ ਦਲ ਨਹੀਂ ਰਿਹਾ, ਉਹਦੇ 'ਚੋਂ ਛੱਡ ਕੇ ਨਿਕਲ ਗਏ ਨੇ ਬੰਦੇ, ਕਿਉਂਕਿ ਉਹ ਮਹਿਸੂਸ ਕਰਦੇ ਇਹ ਤਾਂ ਇੱਕ ਫੈਮਿਲੀ ਦੀ ਐਂਟਰਪ੍ਰਾਈਜ਼ ਹੈ। ਜਿਵੇਂ ਕੰਪਨੀਆਂ ਇੱਥੇ ਚੱਲਦੀਆਂ, ਇੱਕ ਤਰ੍ਹਾਂ ਦੀ ਕਾਰਪੋਰੇਟ ਐਂਟਿਟੀ ਬਣ ਗਈ ਹੈ। ਨਾਂ ਪੁਰਾਣਾ ਯੂਜ਼ ਕਰੀ ਜਾਂਦੇ ਟਾਟਾ ਐਂਡ ਸੰਸ, ਬਟ ਐਕਚੁਅਲੀ ਅਕਾਲੀ ਦਲ ਐਂਡ ਅਕਾਲੀ ਦਲ ਐਂਡ ਸੰਸ ਹੀ ਹੈ। ਸੋ ਇਸ ਕਰਕੇ ਪੰਜਾਬ ਲਈ ਖੇਤਰੀ ਪਾਰਟੀ ਦੀ ਨਿਹਾਇਤ ਜ਼ਰੂਰਤ ਹੈ। ਉਹ ਖੜਾ ਕਰਨ 'ਚ ਕੀ ਮਦਦ ਕਰ ਸਕਦੇ ਹੈ, ਉਹ ਅਸੀਂ ਪੂਰੀ ਆਪਣਾ ਯਤਨ ਕਰਾਂਗੇ ਕਿ ਜਦ ਤਾਈਂ ਦੇਖੋ ਸਾਰੇ ਦੇਸ਼ 'ਚ ਖੇਤਰੀ ਪਾਰਟੀਆਂ, ਕਾਂਗਰਸ ਜਿਵੇਂ ਜਿਵੇਂ ਕਮਜ਼ੋਰ ਹੋਈ ਹੈ, ਬੀਜੇਪੀ ਕੋਈ ਬਹੁਤੀ ਵਧੀ ਨਹੀਂ ਹੈ। ਜੇ ਬੇ ਆਫ ਬੰਗਾਲ ਜਿਹਨੂੰ ਆਪਾਂ ਕਹਿੰਦੇ ਹਾਂ, ਉੱਤੋਂ ਲੈ ਕੇ ਵੈਸਟ ਬੰਗਾਲ ਤੋਂ ਲੈ ਕੇ ਉੜੀਸਾ, ਨੀਚੇ ਤੇਲੰਗਾਨਾ, ਨੀਚੇ ਆਂਧਰਾ ਪ੍ਰਦੇਸ਼, ਨੀਚੇ ਉਹਦੇ ਤਾਮਿਲਨਾਡੂ, ਸਾਰੀਆਂ ਖੇਤਰੀ ਨੇ। ਇੱਧਰ CPM ਵੀ ਖੇਤਰੀ ਰਹਿ ਗਈ, ਹੁਣ ਇਕੱਲੀ ਇੱਕ ਸਟੇਟ 'ਚ ਹੀ ਜਿੱਤਦੀ ਹੈ। ਉਹਦੇ ਉੱਤੇ ਆ ਜਾਓ, ਸਿਰਫ ਕਰਨਾਟਕਾ 'ਚ ਹੈ ਖਿੱਚਤੂ, ਮਹਾਰਾਸ਼ਟਰ ਵੀ ਇਹਨਾਂ ਦੇ ਹੱਥੋਂ ਗਈ। ਇੱਧਰ ਉੱਪਰ ਇੱਥੇ ਜੇ ਫਿਰ ਆਉਂਦਾ, ਜਿੱਥੇ ਹਿੰਦੀ ਬੈਲਟ ਆ ਜਾਂਦੀ ਹੈ, ਉੱਥੇ ਜੇ BJP ਆਉਂਦੀ ਹੈ। ਤਾਂ ਇਸ ਕਰਕੇ ਸਾਨੂੰ ਪੰਜਾਬੀਅਤ ਦੀ, ਕੱਲ੍ਹ ਬੜੀ ਮੈਨੂੰ ਫੋਨ ਆਏ ਕਿ ਆਹ CBSE ਨੇ ਜੀ ਪੰਜਾਬੀ ਨੂੰ ਕੱਢ ਕੇ ਛੋਟੇ ਸਤਰ 'ਤੇ ਲਿਆਂਦਾ। ਮੈਂ ਕਿਹਾ ਦੇਖੋ ਪਹਿਲਾਂ ਪਤਾ ਕਰ ਲਈਏ ਕੀਤਾ ਕੀ ਹੈ ਇਹਨਾਂ ਨੇ। ਉਹ ਕੀਤਾ ਕੀ ਹੈ ਕਿ ਜਿੱਥੇ ਇਹਨਾਂ ਨੇ ਕੁਐਸਚਨ ਪੇਪਰ ਬਣਾਉਣੇ ਹੈ ਔਰ ਇਮਤਿਹਾਨ ਹੈ, ਉਹਦੇ 'ਚ ਸਾਰੀਆਂ ਕਈ ਖੇਤਰੀ ਜ਼ਬਾਨਾਂ ਨੂੰ ਉਹਦੇ 'ਚ ਕਰ ਦਿੱਤਾ ਹੈ। ਸੋ ਉਹ ਸਾਰੇ ਖੇਤਰੀ ਪਾਰਟੀਆਂ ਨੂੰ ਸਾਰੇ ਖੇਤਰਾਂ ਨੂੰ ਇਕੱਠੇ ਹੋ ਕੇ ਕਹਿਣਾ ਚਾਹੀਦਾ ਵੀ ਤੁਸੀਂ ਹਿੰਦੀ ਤੋਂ ਥੱਲੇ ਕਿਉਂ ਕਰ ਰਹੇ ਹੋ ਇਹਨਾਂ ਨੂੰ, ਇਹ ਸਾਡੀਆਂ ਜ਼ਬਾਨਾਂ। ਹਿੰਦੀ ਨੂੰ ਮੁੱਖ ਵਿਸ਼ਿਆਂ 'ਚ ਰੱਖਿਆ, ਪੰਜਾਬੀ ਨੂੰ ਲਾਜ਼ਮੀ ਵਿਸ਼ਿਆਂ 'ਚੋਂ ਕੱਢ ਦਿੱਤਾ। ਇਹ ਅੱਜ ਇਹਨਾਂ ਨੇ ਪਤਾ ਨਹੀਂ ਇਹ ਗੱਲ ਲਈ ਹੈ ਕਿ ਨਹੀਂ। ਅੱਜ CM ਸਾਹਿਬ ਨੂੰ ਇਹ ਵੀ ਗੱਲ ਕਰਨੀ ਚਾਹੀਦੀ ਸਾਰਿਆਂ ਨਾਲ ਕਿ ਇਹ ਪੰਜਾਬੀ ਨੂੰ ਇਕੱਲਾ ਕਿਉਂ ਕੀਤਾ। ਔਰ ਦੇਖੋ ਇਹਨਾਂ ਨੂੰ ਕਿਉਂਕਿ ਤਜਰਬਾ ਨਹੀਂ ਹੈ, ਇਹਨਾਂ ਨੂੰ ਚੱਕ ਕੇ ਫੋਨ ਇੱਕਦਮ ਕਰਨੇ ਚਾਹੀਦੇ ਸੀਗੇ। ਆਂਧਰਾ ਪ੍ਰਦੇਸ਼, ਦੂਜੀ ਜਗ੍ਹਾ ਮਮਤਾ ਬੈਨਰਜੀ, ਸਾਰਿਆਂ ਨੂੰ ਕਹਿੰਦੇ ਇਕੱਠੇ ਹੋ ਕੇ ਤਾਮਿਲਨਾਡੂ ਮੂਵਮੈਂਟ ਇੱਕਦਮ ਮੂਵਮੈਂਟ ਬਣਾਉਣ। ਉਹ ਇਹਨਾਂ ਦੀ ਪਤਾ ਨਹੀਂ, ਇਹਨਾਂ 'ਚ ਸੈਲਫ ਕੌਨਫੀਡੈਂਸ ਨਹੀਂ ਹੈ, ਕੀ ਗੱਲ ਹੈ। ਇਹਨਾਂ ਨੂੰ ਇੱਥੇ ਘੇਰੀ ਰੱਖਦੇ ਹੈ ਜਾਂ ਇਹ ਇੰਤਜ਼ਾਰ ਕਰਦੇ ਰਹਿੰਦੇ ਆ ਕਿ ਇੱਟ ਕਿੱਧਰੋਂ ਆ ਰਹੀ ਹੈ, ਕੈਪਟਨ ਸਾਹਿਬ ਕਨੀਓ ਕਿ ਜਾਂ ਸਿੱਧੂ ਕਨੀਓ। ਉਹ ਉੱਤੇ ਨੂੰ ਦੇਖੇ ਜਾਂਦੇ ਆ ਕਿ ਅਗਲੀ ਬੈਟਿੰਗ ਸਾਰਾ ਦਿਨ ਇਹੀ ਚੱਲਦੀ ਹੈ ਜੀ। ਅੱਜ ਉਹ ਰੁੱਸ ਗਿਆ ਜੀ, ਅੱਜ ਮੰਨ ਗਿਆ ਜੀ, ਅੱਜ ਇਹ ਹੋ ਗਿਆ, ਅੱਜ ਉਹ ਹੋ ਗਿਆ। ਇਹ ਪੰਜਾਬ। ਸੋ ਚੰਨੀ ਸਾਹਿਬ ਨੂੰ ਇਹਦੇ 'ਚੋਂ ਨਿਕਲਣਾ ਪਏਗਾ। ਉਹ ਲੋਕ ਇਹ ਪ੍ਰਸ਼ਨ ਉੱਠ ਰਿਹਾ ਹੈ ਕਿ ਬਈ ਚੀਫ ਮਿਨਿਸਟਰ ਠੀਕ ਹੈ, ਕਈ ਚੀਜ਼ਾਂ ਇਹ ਜਿਹੜੀਆਂ ਅਨਾਊਂਸ ਕਰੀਏ ਠੀਕ ਹੈ, ਲੇਕਿਨ ਇੱਕ ਚੀਫ ਮਿਨਿਸਟਰ ਦਾ ਜਿਹੜਾ ਹੁੰਦਾ ਕੰਮ, ਉਹ ਇੱਕ ਦਫ਼ਤਰ ਚਲਾਉਣ ਦਾ ਜੋ ਤਰੀਕਾ ਹੁੰਦਾ ਹੈ ਕਿ ਜਿੱਥੇ ਲੜਾਈ ਖੁੱਲੀ ਹੈ, ਜਿਹੜੇ ਮੈਦਾਨ 'ਚ, ਉੱਥੇ ਫੌਜਾਂ ਭੇਜੋ, ਉੱਥੇ ਲੜਾਈ ਕਰੋ। ਹਰੇਕ ਮੁੱਦੇ 'ਤੇ, ਕਈ ਮੁੱਦਿਆਂ 'ਤੇ ਤੁਹਾਨੂੰ ਕਈ ਸਤਰ 'ਤੇ ਲੜਾਈ ਲੜਨੀ ਪੈਂਦੀ ਹੈ। ਇਕੱਲੇ ਇੱਕ ਹੀ ਸਿਆਪੇ ਜਿਹੇ 'ਚ ਉਲਝੇ ਰਹੋ, ਉਹਦੇ ਨਾਲ ਫਿਰ CM ਦੇ ਸਟੇਚਰ ਉੱਤੇ ਨਹੀਂ ਜਾਂਦਾ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਦਾਰ KC ਸਿੰਘ ਜੀ। ਤੁਸੀਂ ਪੰਜਾਬ ਦੇ ਲੋਕਾਂ ਨੂੰ ਬੜੇ, ਤੁਹਾਡੇ ਜਿਹੜੇ ਤਜਰਬੇ ਨੇ ਉਹ ਸਾਂਝੇ ਕੀਤੇ ਨੇ, ਤੁਸੀਂ ਚੰਗੇ ਵਿਚਾਰ ਰੱਖੇ ਨੇ, ਚੰਗੀ ਤੁਹਾਡੀ ਸੋਚ ਹੈ। ਤੇ ਤੁਹਾਡਾ ਬਹੁਤ ਧੰਨਵਾਦ। ਅਗਲੇ ਹਫਤੇ ਫਿਰ ਅਸੀਂ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ, ਮਿਲਦੇ ਰਿਹਾ ਕਰਾਂਗੇ ਜੀ। ਧੰਨਵਾਦ ਤੁਹਾਡਾ। ਮੈਂ ਤੁਹਾਡਾ ਤੇ ਦਰਸ਼ਕਾਂ ਦਾ ਬਹੁਤ, ਮੈਨੂੰ ਪਤਾ ਹੈ ਪ੍ਰਾਈਮ ਏਸ਼ੀਆ ਨੂੰ ਦੇਖਣ ਵਾਲੇ ਦੇਸ਼ ਵਿਦੇਸ਼, ਪੰਜਾਬ ਤੇ ਪੰਜਾਬ ਦੇ ਬਾਹਰ ਬਹੁਤ ਨੇ, ਔਰ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਉਹਨਾਂ ਨਾਲ ਗੱਲਬਾਤ ਕਰਨ ਦਾ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਸਰਦਾਰ ਸਾਹਿਬ। ਤੇ ਇਹ ਸਨ ਸਰਦਾਰ KC ਸਿੰਘ ਜੀ, ਜਿਹੜੇ ਕਿ ਪੰਜਾਬ ਨੂੰ, ਪੰਜਾਬ ਦੇ ਵਿੱਚ ਨਵੀਂ ਦਿਸ਼ਾ ਲਿਆਉਣ ਦੀ ਗੱਲ ਟੀਚਾ ਰੱਖਦੇ ਨੇ ਤੇ ਪੰਜਾਬ ਦੀ ਸਮਝ ਰੱਖਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ, ਜਿੰਨਾ ਚਿਰ ਪੰਜਾਬ ਦੀ ਕੋਈ ਖੇਤਰੀ ਪਾਰਟੀ ਜਿਹੜੀ ਕਿ ਬੁੱਧੀਜੀਵੀ ਹੋਣ, ਜਿਹਦੇ ਵਿੱਚ ਜਿਹੜੇ ਕਿ ਪੰਜਾਬ ਪੱਖੀ ਬੰਦੇ ਹੋਣ, ਜਿਨ੍ਹਾਂ ਦੇ ਅੰਦਰ ਉਹ ਅੱਗ ਹੋਵੇ ਪੰਜਾਬ ਦੇ ਲਈ ਕੁਝ ਕਰਨ ਦੀ, ਪੰਜਾਬ ਦੀ ਉਹਨਾਂ ਨੂੰ ਦਰਦ ਹੋਵੇ, ਉਹ ਲੋਕ ਜਿੰਨਾ ਚਿਰ ਅੱਗੇ ਨਹੀਂ ਆਉਂਦੇ ਤੇ ਪੰਜਾਬ ਦੀ ਚਾਬੀ ਜਿਹੜੀ ਦਿੱਲੀੋਂ ਚੱਲਣੀ ਬੰਦ ਨਹੀਂ ਹੁੰਦੀ। ਸਿਰਫ ਪੰਜਾਬ ਦੀ ਚਾਬੀ ਪੰਜਾਬ 'ਚੋਂ ਚੱਲਣੀ ਚਾਹੀਦੀ ਆ। ਉਹਨਾਂ ਚਿਰ ਪੰਜਾਬ
ਤਰੱਕੀ ਨਹੀਂ ਕਰ ਸਕਦਾ। ਪੰਜਾਬ ਨੂੰ ਬਦਲਣ ਦੇ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਊ, ਨੌਜਵਾਨਾਂ ਨੂੰ ਅੱਗੇ ਆਉਣਾ ਪਊ, ਸਮਝਣਾ ਪਊਗਾ ਵੀ ਕਿੱਥੇ ਸਾਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਿਵੇਂ ਕਰਨੇ ਨੇ, ਉਹ ਢੰਗ ਤਰੀਕੇ ਕਿਹੜੇ ਨੇ, ਕਿਸਾਨੀ ਨੂੰ ਕਿਵੇਂ ਬਚਾਉਣਾ, ਤੇ ਫੈਡਰਲ ਢਾਂਚੇ ਦੇ ਉੱਤੇ ਜਿਹੜੇ ਕੇਂਦਰ ਸਰਕਾਰ ਲਗਾਤਾਰ ਡਾਕੇ ਮਾਰ ਰਹੀ ਆ ਉਹਨੂੰ ਕਿਸ ਤਰ੍ਹਾਂ ਰੋਕਣਾ। ਤੇ ਇਹ ਉਹਨਾਂ ਦੇ ਵਿਚਾਰ ਨੇ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ ਕੈਮਰਾਮੈਨ ਦੀਪਕ ਤੇ ਪਾਂਡੇ ਜੀ ਹੋਰਾਂ ਨਾਲ ਨਿਰਮਲ ਸਿੰਘ ਮਾਨਸ਼ਈਆ ਦੀ ਬਿਊਰੋ ਰਿਪੋਰਟ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ।